ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਅਸੀਂ ਉਸ ਦਰ ਤੇ ਹਾਜ਼ਰੀ ਲਗਵਾਈਏ ਜਿਸ ਦਰ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਆਪਣੇ ਨਾਮ ਦੀ ਦਾਤ ਦੇ ਕੇ ਅੱਗੇ ਆਪਣੇ ਆਪ ਦੇ ਨਾਲ ਸਾਡਾ ਮਿਲਾਪ ਕਰਵਾਉਣਾ ਹੈ। ਸਾਰੇ ਹੀ ਗੁਰਮੁਖ ਬੜੇ ਹੀ ਪਿਆਰ ਦੇ ਨਾਲ ਨੇਤਰਾਂ ਨੂੰ ਬੰਦ ਕਰ ਲਓ ਜੀ। ਨੇਤਰਾਂ ਨੂੰ ਬੰਦ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਮੁਤਾਬਕ ਆਪ ਦੀ ਆਵਾਜ਼ ਦੇ ਨਾਲ ਵਾਹਿਗੁਰੂ ਗੁਰਮੰਤਰ ਨੂੰ ਜਪਦਿਆਂ ਹੋਇਆਂ ਸਾਸ ਗਰਾਸ ਜੀਵਾ ਦੇ ਨਾਲ ਬੋਲਣਾ ਹੈ। ਆਪਦੀ ਹੀ ਆਵਾਜ਼ ਦੀ ਧੁਨ ਨੂੰ ਕੰਨਾਂ ਦੇ ਨਾਲ ਸੁਣਦੇ ਹੋਏ ਉਸ ਦਰ ਤੇ ਆਸਣ ਲਾ ਕੇ ਬੈਠਣਾ ਹੈ। ਬੜੇ ਹੀ ਪਿਆਰ ਦੇ ਨਾਲ ਮਾਲਕ ਦੀ ਹੋਂਦ ਨੂੰ ਮਹਿਸੂਸ ਕਰਦਿਆਂ ਹੋਇਆ ਅਸੀਂ ਜੋਦੜੀਆਂ ਬੇਨਤੀਆਂ ਮਿੰਨਤਾਂ ਦੇ ਰੂਪ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਵਾਜ਼ਾਂ ਮਾਰੀਏ ਤਾਂ ਜੋ ਸਾਡੀ ਪੁਕਾਰ ਸੁਣ ਕੇ ਮਾਲਕ ਸਾਡੇ ਤੇ ਕਿਰਪਾ ਕਰਕੇ ਸਾਨੂੰ ਵਿਛੜਿਆਂ ਨੂੰ ਆਪਣੇ ਨਾਲ ਮਿਲਾਪ ਕਰਵਾਉਣ ਜੀ। ਕਰੋ ਜੀ ਕਿਰਪਾ। ਵਾਹਿਗੁਰੂ 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 ਵਾਹਿਗੁਰੂ
गुरु वाह 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 गुरु
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਅਤੇ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅਸੀਂ ਜੀਵ ਬੜੇ ਹੀ ਵਡਭਾਗੇ ਹਾਂ ਜੋ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ ਜਿਵੇਂ ਜਿਵੇਂ ਸਤਿਗੁਰਾਂ ਦੀ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਕਰਦੇ ਨੇ, ਉਸ ਤਰੀਕੇ ਦੇ ਨਾਲ ਮਹਾਰਾਜ ਤੋਂ ਪ੍ਰੇਰਨਾ ਲੈ ਕੇ ਗੁਰਬਾਣੀ ਗੁਰੂ ਨੂੰ ਆਧਾਰ ਬਣਾ ਕੇ ਗੁਰਬਾਣੀ ਤੋਂ ਸਿੱਖਿਆ ਲੈ ਕੇ ਅਸੀਂ ਆਪਣੇ ਆਪਣੇ ਜੀਵਨ ਦੀ ਜਾਂਚ ਵੀ ਸਿੱਖ ਰਹੇ ਹਾਂ ਅਤੇ ਨਾਲ ਹੀ ਨਾਲ ਅਸੀਂ ਆਪਣੇ ਮਨ ਦਾ ਭੇਦ ਵੀ ਲੈ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਡਾ ਵਿਛੋੜਾ ਪਿਆ, ਅਸੀਂ ਮਾਲਕ ਤੋਂ ਵਿਛੜ ਗਏ ਹਾਂ, ਸਾਨੂੰ ਚੌਥਾ ਯੁੱਗ ਲੱਗ ਗਿਆ ਹੈ। ਮਾਲਕ ਤੋਂ ਵਿਛੜਿਆਂ ਹੋਇਆਂ ਨੂੰ ਅਸੀਂ ਸਾਰੇ ਹੀ ਸਤਿਯੁਗ ਤੋਂ ਸਫ਼ਰ ਤੇ ਚੱਲੇ ਹਾਂ ਸਾਰੇ ਮਨ। ਸੋ ਮਹਾਰਾਜ ਕਹਿੰਦੇ ਵੀ ਹੁਣ ਇਹ ਵਾਰੀ ਹੈ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲੱਗ ਜੋਬਨ ਸਾਸ ਹੈ, ਤਬ ਲੱਗ ਇਹ ਤਨ ਦੇ। ਜਦੋਂ ਤੱਕ ਸਾਨੂੰ ਮਾਲਕ ਦੇ ਵੱਲੋਂ ਸਵਾਸਾਂ ਰੂਪੀ ਧਨ ਦਿੱਤਾ ਜਾ ਰਿਹਾ ਹੈ, ਉਦੋਂ ਤੱਕ ਹੀ ਅਸੀਂ ਮਾਲਕ ਦੇ ਨਾਲ ਮਿਲਾਪ ਕਰਨ ਦੇ ਲਈ ਮਿਹਨਤ ਕਰ ਸਕਦੇ ਹਾਂ। ਉਦੋਂ ਤੱਕ ਹੀ ਸਾਡੀ ਜੋ ਇਹ ਵਾਰੀ ਹੈ ਮਾਲਕ ਦੇ ਨਾਲ ਮਿਲਾਪ ਕਰਨ ਦੀ, ਜਦੋਂ ਸਾਡੇ ਸਵਾਸ ਖਤਮ ਹੋ ਜਾਣਗੇ, ਭਾਵੇਂ ਵਾਰੀ ਖਤਮ ਹੋ ਜਾਊਗੀ, ਉਸ ਸਮੇਂ ਫਿਰ ਸਾਨੂੰ ਖਾਲੀ ਹੱਥ ਹੀ ਇੱਥੋਂ ਜੋ ਵੀ ਤ੍ਰਿਗੁਣਾ ਦਾ ਅਸੀਂ ਧਨ ਇਕੱਠਾ ਕਰਦੇ ਹਾਂ, ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਸਿਰਫ ਤੇ ਸਿਰਫ ਇੱਥੇ ਹੀ ਰਹਿ ਜਾਣਾ ਹੈ। ਸਾਨੂੰ ਨਾਮ ਰੂਪੀ ਧਨ ਇਕੱਠਾ ਕਰਨ ਦੇ ਲਈ ਮਾਲਕ ਦੇ ਵੱਲੋਂ ਇਸ ਸਵਾਸਾਂ ਦਾ ਜੋ ਖਜ਼ਾਨਾ ਸੀ ਉਹ ਦੇ ਕੇ ਭੇਜਿਆ ਸੀਗਾ ਕਿ ਸਵਾਸ ਰਹਿੰਦਿਆਂ ਹੋਇਆਂ ਅਸੀਂ ਆਪਣੇ ਆਪ ਦੀ ਪਛਾਣ ਕਰਨੀ ਸੀ। ਸੋ ਹੁਣ ਇਹ ਵਾਰੀ ਹੈ, ਸਾਡਾ ਮੌਕਾ ਹੈ, ਜਿੰਨਾ ਟਾਈਮ ਸਾਡੇ ਕੋਲ ਸਵਾਸ ਨੇ। ਸੋ ਇਸ ਕਰਕੇ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਤੋਂ ਪੁੱਛਦੇ ਜਾਣਾ ਹੈ, ਕਿਉਂਕਿ ਮਹਾਰਾਜ ਸਾਨੂੰ ਓਨਾ ਹੀ ਦੱਸਦੇ ਨੇ ਜਿੰਨਾ ਕੁ ਅਸੀਂ ਪੁੱਛਦੇ ਹਾਂ। ਮਹਾਰਾਜ ਕਹਿੰਦੇ ਕਿ ਜੋ ਮਨ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਕੇਵਲ ਤੇ ਕੇਵਲ ਤ੍ਰੈ ਗੁਣਾ ਦਾ ਧਨ ਇਕੱਠਾ ਕਰਦੇ ਨੇ, ਉਹ ਬਾਹਰੀ ਰੂਪ ਦੇ ਵਿੱਚ ਤ੍ਰੈ ਗੁਣਾ ਦੇ ਵਿੱਚ ਬੇਸ਼ੱਕ ਉਹ ਸਰ ਧਨ ਨੇ, ਭਾਵ ਉਹਨਾਂ ਦੇ ਕੋਲ ਤ੍ਰੈ ਗੁਣਾ ਦਾ ਧਨ ਹੈ, ਪਰ ਉਹ ਧਨ ਦੇ ਹੁੰਦਿਆਂ ਹੋਇਆਂ ਵੀ ਅਸੀਂ ਅੰਦਰੋਂ ਨਿਰਧਨ ਹਾਂ। ਨਿਰਧਨ ਕਿਉਂ ਹਾਂ? ਕਿਉਂਕਿ ਇਹ ਜੋ ਧਨ ਹੈ ਉਹ ਬੇਕਾਰ ਹੈ, ਉਹ ਸਾਡੇ ਨਾਲ ਨਹੀਂ ਜਾ ਸਕਦਾ। ਇਹ ਧਨ ਕੇਵਲ ਤੇ ਕੇਵਲ ਇਹ ਤ੍ਰਿਲੋਕੀ ਦੇ ਵਿੱਚ ਹੀ ਰਹਿ ਜਾਏਗਾ। ਔਰ ਇਸ ਧਨ ਦੇ ਜੇਕਰ ਧਨ ਸਾਡੇ ਕੋਲ ਇਹ ਜ਼ਿਆਦਾ ਹੋ ਜਾਂਦਾ ਹੈ ਤ੍ਰੈ ਗੁਣਾ ਦਾ, ਤੇ ਅਸੀਂ ਹਉਮੈ ਕਰਨ ਲੱਗ ਜਾਂਦੇ ਹਾਂ। ਜੋ ਨਿਰਧਨ ਹੈ ਉਸਨੂੰ ਅਸੀਂ ਪਸੰਦ ਨਹੀਂ ਕਰਦੇ, ਸਾਡੇ ਮਨ ਦੇ ਵਿੱਚ ਘ੍ਰਿਣਾ ਆ ਜਾਂਦੀ ਹੈ। ਸੋ ਜਦੋਂ ਜੇ ਕੋਈ ਨਿਰਧਨ ਹੈ ਤੇ ਉਸਦੇ ਮਨ ਦੇ ਵਿੱਚ ਚਿੰਤਾ ਆ ਜਾਂਦੀ ਹੈ। ਸੋ ਇਹ ਜੋ ਧਨ ਹੈ ਇਹ ਦੁੱਖ ਸੁੱਖ ਦੇ ਵਿੱਚ ਹੀ ਸਾਨੂੰ ਇਹ ਤ੍ਰੈ ਗੁਣਾ ਦੇ ਵਿੱਚ, ਇਹ ਪੰਜਾਂ ਦੇ ਜਾਲ ਦੇ ਵਿੱਚ ਫਸਾ ਕੇ ਰੱਖਦਾ ਹੈ। ਅਸੀਂ ਇਸ ਧਨ ਨੂੰ, ਅਗਰ ਧਨ ਹੈ ਤਾਂ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਅਸੀਂ ਸੁਖੀ ਹਾਂ। ਜੇ ਅਸੀਂ ਨਿਰਧਨ ਹਾਂ, ਭਾਵ ਇਹ ਤ੍ਰੈ ਗੁਣਾ ਦੇ ਧਨ ਦੀ ਗੱਲ ਹੋ ਰਹੀ ਆ, ਤੇ ਅਸੀਂ ਫਿਰ ਆਪਣੇ ਆਪ ਨੂੰ ਦੁਖੀ ਸਮਝਦੇ ਹਾਂ। ਅਸੀਂ ਦੂਸਰੇ ਦੇ ਨਾਲ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਮਹਾਰਾਜ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਫਰਮਾਉਂਦੇ ਨੇ, ਕਹਿੰਦੇ ਨਿਰਧਨ ਆਦਰ ਕੋਈ ਨਾ ਦੇ। ਕਹਿੰਦੇ ਜੋ ਤ੍ਰੈ ਗੁਣਾ ਦੇ ਵਿੱਚ ਨਿਰਧਨ ਆ, ਠੀਕ ਆ ਜੀ, ਜਿਹਦੇ ਕੋਲੇ ਮਾਇਆ ਰੂਪੀ ਧਨ ਨਹੀਂ ਹੁੰਦਾ, ਭਾਵ ਉਹ ਗਰੀਬ ਹੁੰਦਾ ਆ, ਕਿਉਂਕਿ ਗਰੀਬੀ ਅਮੀਰੀ
ਊਚ ਨੀਚ ਇਹ ਤਰਲੋਕੀ ਦੇ ਵਿੱਚ ਚੱਲਦੇ ਨੇ, ਕਿਉਂਕਿ ਮਾਲਕ ਦੇ ਘਰੇ ਤਾਂ ਸਾਰੇ ਹੀ ਇੱਕ ਸਮਾਨ ਨੇ, ਇਕੁਅਲ ਨੇ। ਸੋ ਮਹਾਰਾਜ ਕਹਿੰਦੇ ਨਿਰਤਨ ਆਦਰ ਕੋਈ ਨਾ ਦੇ, ਇਹ ਦੁਨੀਆ ਦਾ ਦਸਤੂਰ ਦੱਸ ਰਿਹਾ ਮਹਾਰਾਜ ਸਾਨੂੰ। ਕਹਿੰਦੇ ਲੱਖ ਯਤਨ ਕਰੇ ਕੋਈ ਚਿੱਤ ਨਾ ਧਰੇ, ਕਹਿੰਦੇ ਚਾਹੇ ਅਸੀਂ ਲੱਖ ਯਤਨ ਕਰ ਲਈਏ ਪਰ ਸਾਨੂੰ ਕੋਈ ਮੂੰਹ ਨਹੀਂ ਲਾਉਂਦਾ ਜਦੋਂ ਅਸੀਂ ਗਰੀਬੀ ਦੀ ਅਵਸਥਾ 'ਚ ਆ। ਇਹ ਤ੍ਰਿਲੋਕੀ ਦੇ ਵਿੱਚ ਇਸ ਤਰੀਕੇ ਦਾ ਵਿਹਾਰ ਹੁੰਦਾ। ਕਹਿੰਦੇ ਜੋ ਨਿਰਧਨ ਸਰ ਧਨ ਕਹਿ ਜਾਏ, ਕਹਿੰਦੇ ਹੁਣ ਜੇ ਇੱਥੇ ਗਰੀਬ ਬੰਦਾ ਜਿਹਦੇ ਕੋਲ ਮਾਇਆ ਨਹੀਂ ਹੈਗੀ, ਉਹ ਕਿਸੇ ਧਨਵਾਨ ਦੇ ਕੋਲ ਜਾਂਦਾ ਆ, ਕਹਿੰਦੇ ਆਗੇ ਬੈਠਾ ਪੀਠ ਫਰਾਈ, ਕਹਿੰਦੇ ਜੇ ਅੱਗੇ ਧਨਵਾਨ ਆ ਉਹ ਅੱਗੇ ਬੈਠ ਕੇ ਕੀ ਕਰਦਾ, ਉਹ ਨਿਰਧਨ ਨੂੰ ਭਾਵ ਉਹ ਗਰੀਬ ਨੂੰ ਮੂੰਹ ਨਹੀਂ ਲਾਉਂਦਾ, ਉਹ ਉਹਦੇ ਵੱਲ ਨੂੰ ਪਿੱਠ ਕਰ ਲੈਂਦਾ, ਕਿਉਂਕਿ ਉਹਨੂੰ ਪਤਾ ਵੀ ਇਹਦੇ ਕੋਲ ਕੁਛ ਨਹੀਂ ਹੈਗਾ, ਜੇ ਇਹ ਮੇਰੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦਾ, ਜਾਂ ਉਹਨੂੰ ਅਸੀਂ ਬੰਦਾ ਹੀ ਨਹੀਂ ਸਮਝਦੇ। ਮਤਲਬ ਕਹਿੰਦੇ ਜਿਉਂ ਸਰ ਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ, ਕਹਿੰਦੇ ਫਿਰ ਹੁਣ ਉਹੀ ਵੀ ਜੇ ਕੋਈ ਬੰਦਾ ਆ, ਕੋਈ ਮਸ਼ਹੂਰ ਆ, ਠੀਕ ਆ ਜੀ, ਕੋਈ ਪੈਸੇ ਵਾਲਾ ਆ, ਕੋਈ ਅਮੀਰ ਆ, ਕੋਈ ਧਨਵਾਨ ਵਾਲਾ ਬੰਦਾ, ਉਹ ਨਿਰਧਨ ਦੇ ਘਰ ਜਾਂਦਾ, ਕੋਈ ਅਮੀਰ ਗਰੀਬ ਦੇ ਘਰ ਜਾਂਦਾ ਤੇ ਗਰੀਬ ਆਦਰ ਕਰਦਾ, ਕਿਉਂਕਿ ਉਹਨੂੰ ਪਤਾ ਆ ਵੀ ਇਹ ਮੇਰੇ ਕੰਮ ਆ ਸਕਦਾ ਆ, ਠੀਕ ਆ ਜੀ। ਇਸ ਕਰਕੇ ਇਹ ਦਸਤੂਰ ਚੱਲ ਰਿਹਾ ਆ। ਕਹਿੰਦੇ ਨਿਰਤਨ ਸਰਤਨ ਦੋਨੋਂ ਭਾਈ, ਹੁਣ ਕਹਿੰਦੇ ਦੋਨੋਂ ਹੀ ਮਾਲਕ ਦੇ ਬੱਚੇ ਆ, ਦੋਨੋਂ ਹੀ ਭਾਈ ਆ, ਠੀਕ ਆ ਜੀ। ਕਹਿੰਦੇ ਪ੍ਰਭ ਕੀ ਕਲਾ ਨਾ ਮੇਟੀ ਜਾਈ, ਪਰ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਹੈਗਾ ਇਸ ਚੀਜ਼ ਦੇ ਬਾਰੇ ਵਿੱਚ। ਨਿਰਧਨ ਵੀ ਦੁਖੀ ਆ, ਸਰਧਨ ਵੀ ਦੁਖੀ ਆ। ਤ੍ਰੈ ਗੁਣਾ ਦੇ ਵਿੱਚ ਜਿਹੜਾ ਨਿਰਧਨ ਤੇ ਸਰਧਨ ਆ, ਭਾਵ ਜਿਹੜੇ ਜਿਹਦੇ ਕੋਲ ਕੇਵਲ ਤੇ ਕੇਵਲ ਮਾਇਆ ਦਾ ਧਨ ਹੈ ਜਾਂ ਨਹੀਂ ਹੈ, ਉਹ ਦੋਨੋਂ ਭਾਈ ਆ, ਠੀਕ ਆ ਜੀ। ਹੁਣ ਇੱਕ ਦੇ ਇਹ ਤਰਲੋਕੀ ਦਾ ਖੇਡ ਚੱਲ ਰਿਹਾ, ਉਹ ਦੋਨਾਂ ਨੂੰ ਪਤਾ ਹੀ ਨਹੀਂ, ਕਿਉਂਕਿ ਨਿਰਧਨ ਵੀ ਚਿੰਤਾ 'ਚ, ਉਹ ਵੀ ਪੰਜਾਂ ਦੇ ਝਾਂਸੇ ਦੇ ਵਿੱਚ ਹੁੰਦਾ ਆ। ਮਾਇਆ ਜਿਹਦੇ ਕੋਲ ਜ਼ਿਆਦਾ ਹੋ ਜਾਵੇ ਤੇ ਜਿਹਦੇ ਕੋਲ ਮਾਇਆ ਨਾ ਹੋਵੇ ਉਹ ਵੀ ਪੰਜਾਂ ਦੇ ਝਾਂਸੇ ਦੇ ਵਿੱਚ। ਉਹਨਾਂ ਨੂੰ ਪਤਾ ਨਹੀਂ ਕਿ ਮਾਲਕ ਦੀ ਜੋ ਕਲਾ ਆ ਵੀ ਉਹ ਇਸ ਤਰੀਕੇ ਦੇ ਨਾਲ ਚੱਲ ਰਹੀ ਕਿ ਮਾਇਆ ਦੇ ਵਿੱਚ, ਦੋਨੋਂ ਹੀ ਮਾਇਆ ਦੇ ਵਿੱਚ ਆ। ਕਹਿੰਦੇ ਹੁਣ ਕਹਿ ਕਬੀਰ ਨਿਰਧਨ ਹੈ ਸੋਈ, ਜਾ ਕਹਿ ਹਿਰਦੈ ਨਾਮ ਨਾ ਹੋਈ। ਹੁਣ ਕਹਿੰਦੇ ਚਾਹੇ ਤੁਸੀਂ ਨਿਰਧਨ ਹੋ ਮਾਇਆ 'ਚ, ਚਾਹੇ ਸਰਧਨ ਹੋ, ਦੋਨੋਂ ਬਰਾਬਰ ਹੈ, ਦੋਨਾਂ ਦਾ ਹੀ ਖੇਡ ਬਰਾਬਰ, ਕਿਉਂਕਿ ਦੋਨਾਂ ਦੇ ਕੋਲ ਉਹ ਧਨ ਆ ਜਿਹੜਾ ਅਸੀਂ ਤਰਲੋਕੀ ਦੇ ਵਿੱਚ ਯੂਜ਼ ਕਰ ਸਕਦੇ ਆ ਜਾਂ ਨਹੀਂ ਹੈ। ਹੁਣ ਜਿਹਦੇ ਕੋਲ ਨਾਮ ਰੂਪੀ ਧਨ ਹੈ ਉਹ ਸਰ ਧਨ ਆ, ਅਸਲ ਜੋ ਜਿਹਦੇ ਕੋਲ ਧਨ ਹੈ, ਜੋ ਅਸਲ ਧਨ ਆ ਉਹ ਨਾਮ ਦਾ ਧਨ ਆ। ਹੁਣ ਕਹਿੰਦੇ ਜਿਹਦੇ ਕੋਲ ਨਾਮ ਦਾ ਧਨ ਨਹੀਂ ਆ ਉਹ ਸਰ ਧਨ ਹੁੰਦਿਆਂ ਹੋਇਆ ਵੀ ਨਿਰਧਨ ਆ, ਕਿਉਂਕਿ ਜਿਹਨੇ ਨਾਮ ਨੂੰ ਨਹੀਂ ਬੁੱਝਿਆ। ਕਿਉਂਕਿ ਇਸ ਧਨ ਨੇ ਨਾਲ ਨਹੀਂ ਜਾਣਾ, ਮਾਇਆ ਨੇ ਸਾਡੇ ਨਾਲ ਨਹੀਂ ਜਾਣਾ, ਮਾਇਆ ਨੇ ਕੇਵਲ ਤੇ ਕੇਵਲ ਅਸੀਂ ਇੱਥੇ ਹੀ ਰਹਿ ਜਾਣਾ ਇਸ ਤਰਲੋਕੀ ਦੇ ਵਿੱਚ। ਜਦੋਂ ਸਾਡੇ ਸਵਾਸ ਖਤਮ ਹੋ ਜਾਣੇ ਆ, ਜਦੋਂ ਸਾਨੂੰ ਬੁਲਾਵਾ ਆ ਜਾਣਾ ਮਾਲਕ ਦੇ ਘਰੋਂ, ਤੇ ਉਦੋਂ ਸਾਨੂੰ ਖਾਲੀ ਹੱਥ ਹੀ ਇੱਥੋਂ ਜਾਣਾ ਪੈਣਾ। ਸੋ ਇਸ ਕਰਕੇ ਮਾਰੇ ਕਹਿੰਦੇ ਵੀ ਨਿਰਧਨ ਆ ਉਹ ਜਿਹਦੇ ਕੋਲ ਨਾਮ ਰੂਪੀ ਧਨ ਨਹੀਂ। ਹੁਣ ਜਦੋਂ ਗੁਰਮੁਖਾਂ ਨੂੰ ਮਾਲਕ ਦੀ ਕਿਰਪਾ ਦੇ ਦੁਆਰਾ ਨਾਮ ਦਾ ਧਨ ਪ੍ਰਾਪਤ ਹੁੰਦਾ ਆ, ਉਹਨਾਂ ਦਾ ਮਾਇਆ ਦੇ ਨਾਲੋਂ ਬਾਹ ਜਿਹੜਾ ਉਹ ਟੁੱਟ ਜਾਂਦਾ। ਉਹ ਮਾਇਆ ਦੇ ਜੋ ਧਨ ਨੇ ਉਹਨਾਂ ਨੂੰ ਮਿੱਟੀ ਸਮਾਨ ਸਮਝਦੇ ਨੇ, ਉਹ ਆਟੋਮੈਟਿਕਲੀ ਸਹਿਜ ਸੁਭਾਅ ਹੀ ਉਹਨਾਂ ਦੀ ਵਿਰਤੀ ਜਿਹੜੀ ਆ ਉਹ ਇਸ ਤਰੀਕੇ ਦੀ ਹੋ ਜਾਂਦੀ ਆ ਵੀ ਉਹਨਾਂ ਨੂੰ ਮਾਇਆ ਉਹਨਾਂ ਕੋਲ ਚਾਹੇ ਜਿੰਨੀ ਮਰਜ਼ੀ ਆ ਜਾਵੇ, ਉਹ ਹਉਮੈ ਦੇ ਵਿੱਚ ਨਹੀਂ ਆਉਂਦੀ। ਉਹਨਾਂ ਨੂੰ ਇਹ ਚੀਜ਼, ਜਦੋਂ ਨਾਮ ਨਾਲ ਅਸੀਂ ਇਸ ਚੀਜ਼ ਦਾ ਕੰਪੈਰੀਜ਼ਨ ਕਰੀਏ, ਕਿਉਂਕਿ ਨਾਮ ਦੇ ਤਾਂ ਅਸੀਂ ਕੰਪੈਰੀਜ਼ਨ ਕਰ ਹੀ ਨਹੀਂ ਸਕਦੇ, ਨਾਮ ਦੇ ਤੁੱਲ ਤਾਂ ਇੱਥੇ ਖੰਡਾਂ ਬ੍ਰਹਿਮੰਡਾਂ ਦੇ ਉੱਪਰ ਕੋਈ ਇਹੋ ਜਿਹੀ ਵਸਤੂ ਹੀ ਨਹੀਂ ਬਣੀ ਜਿਸ ਵਸਤੂ ਦਾ ਅਸੀਂ ਕੰਪੈਰੀਜ਼ਨ, ਜਾਂ ਜਿਸ ਚੀਜ਼ ਦਾ ਅਣਮੁੱਲੀ ਤੋਂ ਅਣਮੁੱਲੀ ਤ੍ਰਿਲੋਕੀ ਦੀ ਕੋਈ ਚੀਜ਼ ਆ ਜਿਸ ਦਾ ਅਸੀਂ ਕੰਪੈਰੀਜ਼ਨ ਨਾਮ ਦੇ ਸਮਾਨ ਕਰ ਸਕਦੇ ਹੋਈਏ। ਸੋ ਜਦੋਂ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ, ਉਹ ਜੋ ਗਰੀਬ ਵੀ ਹੁੰਦਾ, ਜਿਹਦੇ ਕੋਲ ਮਾਇਆ ਘੱਟ ਵੀ ਹੋਵੇ, ਉਹਨੂੰ ਉਹ ਚੀਜ਼ ਜਿਹੜੀ ਆ ਉਹ ਫਿਰ ਪਰੇਸ਼ਾਨ ਨਹੀਂ ਕਰਦੀ ਕਿ ਮੈਂ ਗਰੀਬ ਆ। ਉਹਨੂੰ ਆਪਣੇ ਆਪ ਨੂੰ ਉਹ ਵਡਭਾਗੇ ਸਮਝਦੇ ਆ। ਅੰਦਰੋਂ ਉਹਨਾਂ ਦੀ ਜਿਹੜੀ ਭੁੱਖ ਆ, ਜਿਹੜੀ ਉਹਨਾਂ ਦੀ ਤ੍ਰਿਸ਼ਨਾ ਆ, ਕਾਮਨਾਵਾਂ ਆ, ਵਾਸ਼ਨਾਵਾਂ ਆ, ਉਹ ਮਨਸਾਵਾਂ ਆ, ਉਹ ਸਾਰੀਆਂ ਦੀ ਪੂਰਤੀ ਹੋ ਜਾਂਦੀ ਆ ਨਾਮ ਦਾ ਧਨ ਪ੍ਰਾਪਤ ਕਰਨ ਦੇ ਨਾਲ। ਸੋ ਨਾਮ ਦੀ ਇੰਨੀ ਜ਼ਿਆਦਾ ਵਡਿਆਈ ਆ ਕਿ ਸਾਨੂੰ ਤ੍ਰੈ ਗੁਣਾ ਦੀ ਜੋ ਮਿੱਟੀ ਆ, ਜੋ ਮਾਇਆ ਹੈ, ਉਹ ਜੋ ਭਰਮ ਦੇ ਵਿੱਚ ਮਨ ਹੁੰਦਾ ਆ, ਉਹ ਭਰਮ ਦਾ ਪਰਦਾ ਜਦੋਂ ਪਰੇ ਹੋ ਜਾਂਦਾ ਆ, ਜਦੋਂ ਨਾਮ ਦਾ ਧਨ ਪ੍ਰਾਪਤ ਹੋ ਜਾਂਦਾ। ਕਿਉਂਕਿ ਸਾਚਾ ਨਾਮ ਮੇਰਾ ਆਧਾਰੋ, ਜੋ ਸੱਚਾ ਨਾਮ ਆ ਉਹ ਮਨ ਦਾ ਅਸਲ ਆਧਾਰ ਆ, ਅਸਲ ਬੇਸ ਆ। ਉਹਨਾਂ ਨੂੰ ਸਮਝ ਦੇ ਵਿੱਚ ਆ ਜਾਂਦਾ ਕਿ ਜੋ ਨਾਮ ਹੈ ਉਸ ਤੋਂ ਬਿਨਾਂ ਬਾਕੀ ਸਭ ਕੁਛ ਕੂੜ ਹੈ, ਝੂਠ ਹੈ। ਸੋ ਇਹ ਹੁਣ ਇਸ ਟਾਈਮ ਤੇ ਅਸੀਂ ਕੀ ਕਰਦੇ ਹਾਂ, ਅਸੀਂ ਭਰਮ ਦੇ ਵਿੱਚ ਆ। ਭਰਮ ਦੇ ਵਿੱਚ ਹੋਣ ਕਰਕੇ ਅਸੀਂ ਦੁੱਖ ਸੁੱਖ ਦੇ ਵਿੱਚ, ਮਾਇਆ ਦੇ ਵਿੱਚ ਫਸੇ ਹੋਏ ਹੋਣ ਕਰਕੇ ਅਸੀਂ ਨਾਮ ਦਾ ਭੇਦ ਨਹੀਂ ਲਿਆ। ਇਸ ਕਰਕੇ ਅਸੀਂ ਪੰਜਾਂ ਦੇ ਵਾਸੀ ਆ, ਅਸੀਂ ਮਾਇਆ ਦੇ ਅੰਡਰ ਆ। ਮਾਇਆ ਦੇ ਵਿੱਚ ਮਾਲਕ ਨੇ ਇੱਕ ਖੇਡ ਚਲਾਇਆ ਸੀ,
ਸਾਨੂੰ ਮਾਇਆ ਦੇ ਵਿੱਚ ਖੇਡਣ ਦੇ ਵਾਸਤੇ ਭੇਜਿਆ ਸੀਗਾ। ਹੁਣ ਕਾਲ ਦੇ ਪਰਾਏ ਦੇਸ਼ ਦੇ ਵਿੱਚ ਅਸੀਂ ਇਸ ਕਦਰ ਉਲਝ ਕੇ ਰਹਿ ਗਏ ਕਿ ਅਸੀਂ ਆਪਦੇ ਘਰ ਦਾ, ਆਪਦੇ ਦਰ ਦਾ ਰਸਤਾ ਹੀ ਭੁੱਲ ਗਏ, ਉਹ ਭੇਦ ਹੀ ਭੁੱਲ ਗਏ। ਸੋ ਮਾਲਕ ਦੀ ਕਿਰਪਾ ਦੇ ਦੁਆਰਾ ਜਿਨ੍ਹਾਂ ਗੁਰਮੁਖਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਉਹਨਾਂ ਨੂੰ ਚੁਣ ਲਿਆ ਜਾਂਦਾ ਹੈ ਮਾਲਕ ਦੇ ਵੱਲੋਂ। ਜਿਨ੍ਹਾਂ ਸੁਰਤੀਆਂ ਨੂੰ ਉਹਨਾਂ ਦਾ ਫਿਰ ਮਾਲਕ ਆਪ ਹੀ ਪ੍ਰੈਕਟੀਕਲ ਕਰਾਉਂਦੇ ਨੇ, ਕਿਉਂਕਿ ਅਸੀਂ ਸਾਰੇ ਹੀ ਭੁੱਲੜ ਹਾਂ, ਕਿਉਂਕਿ ਅਸੀਂ ਸਾਰੇ ਹੀ ਮਾਲਕ ਦੇ ਬੱਚੇ ਹਾਂ। ਅਸੀਂ ਸਾਰੇ ਹੀ ਆਪਦੀ ਜੋ ਖੇਡ ਹੈ ਉਹ ਆਪਣੇ ਹੱਥੀਂ ਹੀ ਖਰਾਬ ਕਰ ਰਹੀ ਹੈ, ਕਿਉਂਕਿ ਸਾਨੂੰ ਮਾਲਕ ਨੇ ਬੜਾ ਹੀ ਸਮਝਾ ਕੇ ਬੁਝਾ ਕੇ ਨਾਮ ਦਾ ਪਰਵਾਨਾ ਦੇ ਕੇ ਘਰੋਂ ਭੇਜਿਆ ਸੀ, ਪਰ ਅਸੀਂ ਤ੍ਰਿਲੋਕੀ ਦੇ ਵਿੱਚ ਆ ਕੇ ਦਿਨ ਰਾਤ ਭੁੱਲਾਂ ਦੇ ਵਿੱਚ ਪਏ ਹੋਏ ਹਾਂ। ਪਰ ਅਕਾਲ ਪੁਰਖ ਵਾਹਿਗੁਰੂ ਜੀ ਸਾਡੀਆਂ ਭੁੱਲਾਂ ਨੂੰ ਨਹੀਂ ਚਿਤਾਰਦੇ। ਮਾਲਕ ਸਾਡੇ ਅਵਗੁਣਾਂ ਨੂੰ ਨਹੀਂ ਦੇਖਦੇ, ਕਿਉਂਕਿ ਸਾਡੇ ਵਿੱਚ ਬਹੁਤ ਜ਼ਿਆਦਾ ਅਵਗੁਣ ਨੇ। ਇੰਨੇ ਅਵਗੁਣ ਨੇ ਕਿ ਅਸੀਂ ਇਹਨਾਂ ਅਵਗੁਣਾਂ ਦੇ ਆਧਾਰ ਤੇ ਮਾਲਕ ਦੇ ਨਾਲ ਮਿਲਾਪ ਨਹੀਂ ਕਰ ਸਕਦੇ, ਜੇ ਕਿਤੇ ਮਾਲਕ ਸਾਡੇ ਇਹ ਅਵਗੁਣ ਦੇਖਦੇ ਹੁਣ। ਪਰ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਸੁਭਾਅ ਹੈ ਕਿ ਮਾਲਕ ਦਾ ਇਹ ਵਿਰਦ ਹੈ ਕਿ ਮਾਲਕ ਸਾਡੇ ਅਵਗੁਣ ਨਹੀਂ ਦੇਖਦੇ। ਜਦੋਂ ਮਾਲਕ ਦੀ ਕਿਰਪਾ ਦੇ ਦੁਆਰਾ ਮਾਲਕ ਸਾਨੂੰ ਚੁਣਦੇ ਨੇ ਤੇ ਮਾਲਕ ਦੇ ਕੋਲ ਅਥਾਹ ਪਿਆਰ, ਅਥਾਹ ਸਮੁੰਦਰ, ਅਥਾਹ ਪਿਆਰ ਹੈ। ਅਥਾਹ ਦਾ ਮਤਲਬ ਕਿ ਜਿਸ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਸਾਨੂੰ ਕਿਵੇਂ ਮਾਲਕ ਕਿਰਪਾ ਕਰਕੇ, ਦਇਆ ਕਰਕੇ ਆਪਦੇ ਹੁਕਮ ਦੇ ਵਿੱਚ ਲੈ ਆਉਂਦੇ ਨੇ ਕਿ ਸਾਨੂੰ ਪਤਾ ਹੀ ਨਹੀਂ ਚੱਲਦਾ ਜਦੋਂ ਮਾਲਕ ਸਾਡੇ ਤੇ ਕਿਰਪਾ ਕਰਦੇ ਨੇ। ਸੋ ਮਾਰੇ ਗੁਰਬਾਣੀ ਗੁਰੂ ਦੇ ਵਿੱਚ ਵੀ ਮੋਹਰ ਲਾਉਂਦੇ ਨੇ, ਮਾਰੇ ਕਹਿੰਦੇ ਮੇਰੇ ਗੁਣ ਅਵਗੁਣ ਨਾ ਵਿਚਾਰਿਆ। ਜਦੋਂ ਇੱਕ ਜੀਵ ਦਾ, ਇੱਕ ਸੁਰਤੀ ਦਾ, ਇੱਕ ਮਨ ਦਾ ਪ੍ਰੈਕਟੀਕਲ ਸ਼ੁਰੂ ਹੋ ਜਾਂਦਾ ਆ ਗੁਰਮੁਖ ਪਿਆਰਿਓ, ਉਹ ਜਿਵੇਂ ਜਿਵੇਂ ਸੁਰਤੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਦੇ ਰਸਤੇ ਤੇ ਤੁਰਦੀ ਜਾਂਦੀ ਆ, ਅਕਾਲ ਪੁਰਖ ਵਾਹਿਗੁਰੂ ਜੀ ਦੇ ਵੱਲੋਂ ਉਸ ਸੁਰਤੀ ਨੂੰ ਅੰਤਰਗਤ ਅੰਦਰੋਂ ਹੀ ਸ਼ਬਦ ਦੇ ਦੁਆਰਾ, ਨਾਮ ਦੇ ਦੁਆਰਾ ਜੋ ਭੇਦ ਦਿੱਤਾ ਜਾਂਦਾ ਹੈ, ਜੋ ਬੁੱਧ ਵਿਵੇਕ ਹੋ ਜਾਂਦੀ, ਜੋ ਸੋਝੀ ਦਿੱਤੀ ਜਾਂਦੀ ਹੈ, ਤੇ ਮਹਾਰਾਜ ਆਪ ਹੀ ਸਾਡਾ ਇਹ ਪ੍ਰੈਕਟੀਕਲ ਕਰਵਾਉਂਦੇ ਨੇ। ਫਿਰ ਸਾਨੂੰ ਕਿਉਂਕਿ ਸਾਡੇ ਵਿੱਚ ਬਹੁਤ ਜ਼ਿਆਦਾ ਅਵਗੁਣ, ਅਸੀਂ ਰਸਤੇ ਤੇ ਤੁਰੇ ਹੋਏ ਵੀ ਬਹੁਤ ਵਾਰ ਡਿੱਗਦੇ ਹਾਂ ਥੱਲੇ, ਬਹੁਤ ਵਾਰ ਮਾਇਆ ਸਾਨੂੰ ਗਰਸ ਲੈਂਦੀ ਆ, ਕਾਲ ਸ਼ੈਤਾਨੀ ਕਰ ਦਿੰਦਾ ਆ, ਅਸੀਂ ਕਾਲ ਦੇ ਝਾਂਸੇ 'ਚ ਆ ਜਾਂਦੇ ਹਾਂ। ਕਿਤੇ ਨਾ ਕਿਤੇ ਅਸੀਂ ਆਪ ਦੀ ਭੁੱਲ ਦੇ ਕਰਕੇ ਇਹ ਖੇਡ ਜੋ ਹੈ ਉਹ ਵਿਗਾੜ ਲੈਂਦੇ ਹਾਂ, ਕਿਉਂਕਿ ਦਿਨ ਰਾਤ ਅਸੀਂ ਭੁੱਲੜ ਹਾਂ। ਅਸੀਂ ਖੇਡ ਦੇ ਵਿੱਚ ਸਾਨੂੰ ਇਹ ਬਰੀਕੀਆਂ ਸਮਝ ਨਹੀਂ ਆਉਂਦੀਆਂ। ਪਰ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਸੁਭਾਅ ਹੈ ਗੁਰਮੁਖ ਪਿਆਰਿਓ ਕਿ ਮਾਲਕ ਸਾਨੂੰ ਸਾਡੇ ਗੁਣਾਂ ਤੇ ਅਵਗੁਣਾਂ ਨੂੰ ਕਦੇ ਵੀ ਚਿਤਾਰਦੇ ਨਹੀਂ ਹੈਗੇ, ਕਦੇ ਵੀ ਨਹੀਂ। ਮਹਾਰਾਜ ਕਹਿੰਦੇ ਮੇਰੇ ਗੁਣ ਅਵਗੁਣ ਨਾ ਵਿਚਾਰਿਆ, ਕਹਿੰਦੇ ਮੇਰੇ ਅਵਗੁਣ ਤੇ ਗੁਣਾਂ ਨੂੰ ਨਹੀਂ ਮਾਲਕ ਦੇਖਦੇ। ਕਹਿੰਦੇ ਪ੍ਰਭ ਆਪਣਾ ਵਿਰਦ ਸਮਾਰਿਆ, ਮਾਲਕ ਆਪਣਾ ਵਿਰਦ ਸਮਾਰਦੇ, ਭਾਵ ਮਾਲਕ ਦਾ ਜੋ ਸੁਭਾਅ ਹੈ ਬਖਸ਼ਣਹਾਰਾ, ਦਇਆ, ਮਿਹਰ ਵਾਲਾ, ਮਾਲਕ ਆਪਦਾ ਉਹ ਸੁਭਾਅ ਹਮੇਸ਼ਾ ਹੀ ਯੂਜ਼ ਕਰਕੇ ਸਾਨੂੰ, ਸਾਡੀ ਲਾਜ ਰੱਖਦੇ ਨੇ, ਸਾਡੀ ਰੱਖਿਆ ਕਰਦੇ ਨੇ, ਸਾਨੂੰ ਨਾਮ ਦੇ ਪੱਲੇ ਦੇ ਨਾਲ ਬੰਨ੍ਹ ਕੇ ਰੱਖਦੇ ਨੇ ਹਮੇਸ਼ਾ ਹੀ। ਕਹਿੰਦੇ ਕੰਠ ਲਾਏ ਕੈ ਰੱਖਿਓ ਨ ਲੱਗੇ ਨਾ ਤਾਤੀ ਵਾਓ ਜੀਓ। ਹੁਣ ਤੱਤੀ ਵਾਹ ਕਿੱਥੇ ਚੱਲ ਰਹੀ ਆ? ਤ੍ਰਿਲੋਕੀ ਦੇ ਵਿੱਚ, ਤ੍ਰੈ ਗੁਣਾ ਦੇ ਵਿੱਚ, ਕਾਲ ਦੇ ਦੇਸ਼ ਦੇ ਵਿੱਚ ਮਾਇਆ ਰੂਪੀ ਤੱਤੀ ਵਾਹ ਲੱਗ ਰਹੀ ਆ ਗੁਰਮੁਖ ਪਿਆਰਿਓ, ਚੱਲ ਰਹੀ ਆ। ਮਾਲਕ ਕੀ ਕਰਦੇ ਨੇ? ਮਾਲਕ ਸਾਨੂੰ ਹਮੇਸ਼ਾ ਹੀ ਆਪਦੇ ਕੰਠ ਦੇ ਨਾਲ ਲਾ ਕੇ ਰੱਖਦੇ ਨੇ, ਹਮੇਸ਼ਾ ਹੀ। ਕਦੇ ਵੀ ਸਾਨੂੰ ਸਾਡਾ ਗੁਣ, ਸਾਡੇ ਅਵਗੁਣਾਂ ਨੂੰ ਚਿਤਾਰਦੇ ਨਹੀਂ, ਵਿਚਾਰਦੇ ਨਹੀਂ। ਕਦੇ ਵੀ ਸਾਡਾ ਜੋ ਫੈਸਲਾ ਉਹ ਸਾਡੇ ਗੁਣਾਂ ਅਵਗੁਣਾਂ ਦੇ ਆਧਾਰ ਤੇ ਨਹੀਂ ਕਰਦੇ, ਜਦੋਂ ਸਾਨੂੰ ਚੁਣ ਕੇ ਪ੍ਰੈਕਟੀਕਲੀ ਜੀਵਨ ਪ੍ਰਦਾਨ ਕਰਦੇ ਨੇ। ਸੋ ਗੁਰਮੁਖ ਪਿਆਰਿਓ, ਮਾਲਕ ਅੰਦਰੋਂ ਸਾਨੂੰ ਸੋਝੀ ਦਿੰਦੇ ਜਾਂਦੇ ਨੇ। ਇਹੋ ਜਿਹੇ ਗੁਰਮੁਖਾਂ ਦੇ ਨਾਲ, ਸੰਤਾਂ ਦੇ ਨਾਲ, ਸਾਧ ਸੰਗਤ ਦੇ ਵਿੱਚ, ਸਤ ਸੰਗਤ ਦੇ ਵਿੱਚ ਸਾਨੂੰ ਮਿਲਾ ਦਿੰਦੇ ਨੇ, ਜਿੱਥੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦਾ ਭੇਦ ਲੈਂਦੇ ਹਾਂ, ਮਾਲਕ ਦੇ ਗੁਣ ਗਾਉਂਦੇ ਹਾਂ, ਤੇ ਉਹ ਹੌਲੀ ਹੌਲੀ ਮਾਲਕ ਕਿਰਪਾ ਕਰਦੇ ਜਾਂਦੇ। ਸਾਡਾ ਅੰਦਰਲਾ ਜੋ ਖੇਡ ਹੈ ਉਹ ਨਾਮ ਦੇ ਦੁਆਰਾ, ਸਾਡਾ ਉਹ ਖੇਡ ਅੱਗੇ ਤੋਂ ਅੱਗੇ ਉਹ ਬਣਾਉਂਦੇ ਜਾਂਦੇ ਨੇ, ਸਾਡਾ ਖੇਡ ਉਹ ਚਲਾਉਂਦੇ ਜਾਂਦੇ ਨੇ, ਸਾਨੂੰ ਬਰੀਕੀਆਂ ਸਮਝਾਉਂਦੇ ਜਾਂਦੇ ਨੇ। ਫਿਰ ਸਾਨੂੰ ਸਾਰਾ ਹੀ ਖੇਡ ਸਮਝ ਦੇ ਵਿੱਚ ਮਾਲਕ ਦੀ ਕਿਰਪਾ ਦੇ ਦੁਆਰਾ ਆ ਜਾਂਦਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਕਦੇ ਵੀ ਸਾਡੇ ਨਾਲ ਵਿਤਕਰਾ ਨਹੀਂ ਕਰਦੇ। ਹਰ ਇੱਕ ਨੂੰ ਖੁੱਲੀ ਛੁੱਟੀ ਆ,
84 ਲੱਖ ਜੂਨ ਮਾਲਕ ਨੇ ਬਣਾਈ ਆ। ਮਨੁੱਖ ਜਨਮ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਰਮੌਰ ਜਾਮਾ ਦਿੱਤਾ ਤੇ ਚੁਣਿਆ ਸਾਨੂੰ ਸਾਰਿਆਂ ਨੂੰ ਹੀ। ਇਹ ਨਹੀਂ ਕਿ ਦੋ ਚਾਰਾਂ ਨੂੰ ਚੁਣਿਆ। ਦੇਖੋ ਸੁਰਤੀ ਦਾ ਜੋ ਖੇਡ ਆ, ਜੋ ਸੁਰਤੀ ਦਾ ਗਿਆਨ ਦਾ ਜੋ ਖੇਡ ਹੈ, ਧਿਆਨ ਦਾ ਜੋ ਖੇਡ ਹੈ, ਉਹ ਮਨੁੱਖ ਜਨਮ ਦੇ ਹਿੱਸੇ ਆਇਆ। ਮਨੁੱਖ ਜੰਮੇ ਨੂੰ, ਸਾਰੇ ਹੀ ਸਾਰੇ ਮਨੁੱਖ ਜੰਮੇ ਨੂੰ, ਕਿਉਂਕਿ ਸਾਨੂੰ ਸੁਰਤੀ ਦਾ ਖੇਡ ਸਮਝਾਇਆ ਗਿਆ ਮਾਲਕ ਦੇ ਦੁਆਰਾ। ਹੁਣ ਅਸੀਂ ਭੁੱਲੜ ਤ੍ਰਿਲੋਕੀ ਦੇ ਗਿਆਨ ਨੂੰ ਸੁਰਤੀ ਦੇ ਦੁਆਰਾ ਦ੍ਰਿੜ ਕਰੀ ਜਾ ਰਹੇ ਆ, ਤ੍ਰੈ ਗੁਣਾ ਦੇ ਗਿਆਨ ਨੂੰ। ਪਰ ਉਹ ਧਿਆਨ ਅਸੀਂ ਕਿੱਥੇ ਯੂਜ਼ ਕਰਨਾ ਸੀ? ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਦੇ ਰਸਤੇ ਤੇ ਸਾਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੁਆਰਾ ਮਾਲਕ ਗੁਰਾਂ ਦੀ ਬਾਣੀ ਸਾਨੂੰ ਦਿੱਤੀ ਗਈ। ਉਹ ਧੁਰ ਦੀ ਬਾਣੀ, ਉਹ ਮੂਲ ਤੋਂ ਆਈ ਹੋਈ ਬਾਣੀ, ਉਹ ਅਗੰਮੀ ਬਾਣੀ, ਉਹ ਬ੍ਰਹਮ ਬਖਤਾ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਗੁਰਬਾਣੀ ਗੁਰੂ ਦੇ ਰੂਪ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਗੁਰਮੁਖੋ, ਮੇਰੇ ਬੱਚਿਓ, ਮਨੋ, ਮੇਰਾ ਇਹ ਸਰੂਪ ਹੈ, ਜਾਣੋ ਮੈਂ ਪ੍ਰਕਾਸ਼ ਰੂਪ ਹਾਂ। ਇਹ ਮੇਰੇ ਗੁਣ ਨੇ, ਇਹ ਨਾਮ ਦੀ ਮਹਿਮਾ ਹੈ, ਇਹ ਨਾਮ ਦੀ ਵਡਿਆਈ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰੋ। ਵਿਚਾਰਦਿਆਂ ਹੋਇਆ ਜੋ ਮਹਾਰਾਜ ਸਾਨੂੰ ਹੁਕਮ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ, ਤੁਸੀਂ ਉਸ ਹੁਕਮ ਤੇ ਚੱਲੋ। ਜਦੋਂ ਅਸੀਂ ਉਸ ਹੁਕਮ ਨੂੰ ਮੰਨਦੇ ਹੋਏ ਚੱਲਦੇ ਹਾਂ, ਸਾਡੇ ਸਾਰੇ ਹੀ ਦੁੱਖਾਂ ਦਾ ਇਲਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਵਿੱਚ ਦੱਸਿਆ ਗਿਆ ਹੈ। ਜਦੋਂ ਅਸੀਂ ਪੜ੍ਹ ਕੇ ਵਿਚਾਰਦੇ ਹਾਂ, ਜਦੋਂ ਸਾਡਾ ਜੀਵਨ ਪ੍ਰੈਕਟੀਕਲ ਹੋ ਜਾਂਦਾ। ਕਿਉਂਕਿ ਗੁਰਮੁਖ ਪਿਆਰਿਓ, ਬਹੁਤ ਬਹੁਤ ਜਨਮਾਂ ਤੋਂ ਅਸੀਂ ਸਾਰੇ ਹੀ ਮਾਲਕ ਦੀ ਭਗਤੀ ਕਰਦੇ ਆ ਰਹੇ ਹਾਂ, ਠੀਕ ਆ ਜੀ। 84 ਲੱਖ ਜੂਨ ਉਹਨੂੰ ਤਿਆਰੀ, ਉਹਦੀ ਭਗਤੀ ਕਰ ਰਹੀ ਆ। ਪਰ ਮਹਾਰਾਜ ਕਹਿੰਦੇ ਵੀ ਜੇਕਰ ਸ਼ਬਦ ਦੀ ਵਿਚਾਰ ਨਹੀਂ ਕੀਤੀ, ਉਹਨਾਂ ਟਾਈਮ ਉਹ ਸੁਣਿਆ, ਉਹ ਪੜ੍ਹਿਆ, ਅਰਥ ਨਹੀਂ ਆਉਂਦਾ। ਕਿਉਂਕਿ ਸ਼ਬਦ ਕੀ ਹੈ? ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਦੀ ਆਵਾਜ਼, ਨਾਮ। ਜਿੰਨਾ ਟਾਈਮ ਅਸੀਂ ਨਾਮ ਨੂੰ ਨਹੀਂ ਬੁੱਝਿਆ, ਹੁਕਮ ਨੂੰ ਨਹੀਂ ਬੁੱਝਿਆ, ਉਹਨਾਂ ਟਾਈਮ ਸਾਡੀਆਂ ਜੋ ਸੁਰਤੀਆਂ ਨੇ ਉਹ ਵਿਛੋੜੇ ਦੇ ਵਿੱਚ ਨੇ, ਉਹ ਦੁਹਾਗਣਾ ਨੇ। ਜਦੋਂ ਮਾਲਕ ਆਪ ਕਿਰਪਾ ਕਰਦੇ ਨੇ ਸਾਡੇ ਤੇ, ਸਾਨੂੰ ਚੁਣਦੇ ਨੇ, ਸਾਨੂੰ ਸੰਗਤ ਦੇ ਵਿੱਚ ਲੈ ਕੇ ਆਉਂਦੇ ਨੇ, ਤੇ ਫਿਰ ਗੁਰਮੁਖ ਪਿਆਰਿਓ, ਸਾਡਾ ਇਹ ਅੰਤਰਗਤ ਖੇਡ ਜੋ ਹੈ ਮਾਲਕ ਦੇ ਨਾਲ ਮਿਲਾਪ ਦਾ, ਉਹ ਸਹਿਜ ਸੁਭਾਏ ਹੀ ਸ਼ੁਰੂ ਹੋ ਜਾਂਦਾ ਆ। ਸੋ ਮਹਾਰਾਜ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ, ਅਸੀਂ ਮਹਾਰਾਜ ਤੋਂ ਪੁੱਛ ਕੇ ਚੱਲਣਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਵਿੱਚ ਸਾਰਾ ਹੀ ਬੜਾ ਬਰੀਕੀ ਦੇ ਵਿੱਚ, ਬੜਾ ਹੀ ਸਿੰਪਲ ਤਰੀਕੇ ਦੇ ਨਾਲ ਸਾਨੂੰ ਸਾਰਾ ਭੇਦ ਦਿੱਤਾ ਗਿਆ। ਪਰ ਗੁਰਮੁਖ ਪਿਆਰਿਓ, ਹੁਣ ਵਿਚਾਰਨ ਦੀ ਜ਼ਰੂਰਤ ਸਾਨੂੰ ਸਿਰਫ ਇੰਨੀ ਹੈ ਕਿ ਉਹ ਭੇਦ ਹੈ ਕਿਸ ਦੇ ਲਈ। ਉਹ ਸਾਰਾ ਭੇਦ ਸਾਨੂੰ ਮਨ ਕਰਕੇ, ਸਾਡੇ ਜੋ ਅੰਦਰ ਸੂਖਮ ਮਨ ਹੈ ਇਸ ਬੋਡੀ ਦੇ ਅੰਦਰ, ਉਸ ਮਨ ਨੂੰ ਉਪਦੇਸ਼ ਹੈ। ਕਿਉਂਕਿ ਉਹ ਜੋ ਮਨ ਹੈ, ਉਸਦਾ ਆਪ ਦਾ ਇੱਕ ਸੂਖਮ ਸਰੂਪ ਹੈ। ਉਹ ਮਨ ਹੀ ਜੋ ਹੈ ਉਹ ਇਸ ਸਰੀਰ ਰੂਪੀ ਕੱਪੜੇ ਨੂੰ ਚਲਾ ਰਿਹਾ। ਗੁਰਮੁਖ ਪਿਆਰਿਓ, ਸਾਡੇ ਤੋਂ ਭੁੱਲ ਇੱਥੇ ਹੋ ਜਾਂਦੀ ਆ ਕਿ ਅਸੀਂ ਗੁਰਬਾਣੀ ਗੁਰੂ ਨੂੰ ਕੇਵਲ ਤੇ ਕੇਵਲ ਇਹ ਤਨ ਤੱਕ ਹੀ ਸੀਮਤ ਰਹਿ ਕੇ ਉਪਦੇਸ਼ ਸਮਝਦੇ। ਸੋ ਤਨ ਤੱਕ ਜਦੋਂ ਅਸੀਂ ਹੁੰਨੇ, ਫਿਰ ਅਸੀਂ ਆਪਦੀ ਮਤ ਦੇ ਦੁਆਰਾ ਗੁਰਬਾਣੀ ਗੁਰੂ ਨੂੰ ਪੜ੍ਹਦੇ ਆ ਤੇ ਵਿਚਾਰਦੇ ਆ। ਪਰ ਗੁਰਮੁਖ ਪਿਆਰਿਓ, ਜਦੋਂ ਅਸੀਂ ਆਪਦੀ ਮਤ ਨੂੰ ਛੱਡ ਕੇ ਗੁਰਮਤ ਨੂੰ ਅਪਣਾਵਾਂਗੇ, ਕਿਉਂਕਿ ਬੜਾ ਹੀ ਸੌਖਾ ਮਾਰਗ ਆ ਮਾਲਕ ਨੂੰ ਮਿਲਣ ਦਾ। ਇਹ ਬਿਲਕੁਲ ਵੀ ਕੰਪਲੀਕੇਟਡ ਨੀਗਾ ਵੀ ਅਸੀਂ ਮਿਲ ਨਹੀਂ ਸਕਦੇ ਜਾਂ ਸਾਡੀ ਇਹ ਅਵਸਥਾ ਨਹੀਂ ਬਣ ਸਕਦੀ। ਕਿਉਂਕਿ ਸਾਡੇ ਮਨ ਦੇ ਵਿੱਚ ਇਹ ਵਿਚਾਰ ਕਈ ਵਾਰ ਆ ਜਾਂਦੀ, ਸਾਰਿਆਂ ਦੇ ਹੀ, ਸਾਰੇ ਮਨਾਂ ਦੇ, ਵੀ ਪਤਾ ਨਹੀਂ ਇਹ ਕਿੱਡਾ ਕੁ ਔਖਾ ਮਾਰਗ ਆ, ਵੀ ਮੇਰੇ ਤੋਂ ਤਾਂ ਅੱਗੇ ਜਾਇਆ ਨਹੀਂ ਜਾਣਾ, ਜਾਂ ਸਾਡੇ ਤੇ ਕਿਰਪਾ ਨਹੀਂ ਹੈਗੀ, ਜਾਂ ਉਹ ਦੂਸਰੇ ਹੀ ਕਰ ਸਕਦੇ ਆ। ਗੁਰਮੁਖ ਪਿਆਰਿਓ, ਹਰ ਇੱਕ ਦੇ ਲਈ ਬਰਾਬਰਤਾ ਦਾ ਮੌਕਾ ਆ। ਮਾਲਕ ਕਿਸੇ ਦੇ ਨਾਲ ਵੀ ਭੇਦ ਭਾਵ ਨਹੀਂ ਕਰ ਰਹੇ, ਸਾਰਿਆਂ ਨੂੰ ਹੀ ਬਰਾਬਰ ਮੌਕਾ ਦੇ ਰਹੇ ਨੇ। ਅਸੀਂ ਆਪਣੇ ਮਨ ਨੂੰ ਸਮਝਾ ਲਈਏ, ਕਿਉਂਕਿ ਗੁਰਬਾਣੀ 'ਚ ਪਹਿਲਾ ਸਟੈਪ ਹੀ ਸਾਨੂੰ ਸਾਡੇ ਮਨ ਦੀ ਖੋਜ ਕਰਨ ਦਾ ਦੱਸਿਆ। ਕਿਉਂ ਗੁਰਬਾਣੀ ਗੁਰੂ 'ਚ ਸਾਡੇ ਮਨ ਦੀ ਖੋਜ ਕਰਨ ਬਾਰੇ ਦੱਸਿਆ? ਕਿ ਇਹਨੂੰ ਜਿੰਨਾ ਖੋਜਦੇ ਜਾਵਾਂਗੇ, ਓਨਾ ਹੀ ਸਾਡੇ ਆਪੇ ਦੇ ਨਾਲ ਸਾਡਾ ਬਾਹ ਪੈਂਦਾ ਜਾਏਗਾ। ਅਸੀਂ ਆਪਣੇ ਆਪ ਦੀ ਪਛਾਣ ਕਰਦੇ ਜਾਵਾਂਗੇ। ਫਿਰ ਸਾਨੂੰ ਪਤਾ ਚੱਲੇਗਾ ਕਿ ਮੈਂ ਉਹ ਨਹੀਂ ਆ ਜੋ ਮੈਂ ਆਪਣੇ ਆਪ ਨੂੰ ਸਮਝ ਰਿਹਾ ਹਾਂ। ਭਾਵ ਕਿ ਮੈਂ ਇੱਕ ਇਕੱਲਾ ਸਰੀਰ ਨਹੀਂ ਹੈਗਾ, ਮੇਰੇ ਅੰਦਰ ਇੱਕ ਹੋਰ ਵੀ ਹੈ, ਜਿਸ ਦੇ ਦੁਆਰਾ ਇਸ ਕੱਪੜੇ ਨੂੰ ਇੰਸਟਰਕਸ਼ਨਸ ਮਿਲ ਰਹੀਆਂ,
ਜਿਸ ਦੇ ਦੁਆਰਾ ਇਹ ਵਿਚਾਰ ਤੇ ਫੁਰਨਿਆਂ ਦਾ ਜੋ ਖੇਡ ਹੈ ਉਹ ਚੱਲ ਰਿਹਾ ਆ। ਫਿਰ ਜਦੋਂ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਇੱਕ ਸੂਖਮ ਆ, ਅਸੀਂ ਆਪਣੇ ਆਪ ਦੀ ਪਛਾਣ ਕਰ ਲੈਂਦੇ ਗੁਰਮੁਖ ਪਿਆਰਿਓ, ਫਿਰ ਸਾਨੂੰ ਸਾਡੇ ਉਹ ਸੂਖਮ ਜੋ ਮਨ ਹੈ, ਕਿਉਂਕਿ ਤਨ ਦੇ ਜੋ ਰੋਗ ਨੇ ਉਹ ਤਾਂ ਸਾਨੂੰ ਬਾਹਰੋਂ ਪਤਾ ਚੱਲ ਜਾਂਦੇ ਆ ਦੇਖ ਕੇ, ਠੀਕ ਹੈ ਜੀ। ਸਿੰਪਟਮਸ ਜੋ ਬੋਡੀ ਤੇ ਆਉਂਦੇ ਆ ਸਾਨੂੰ ਈਜ਼ੀਲੀ ਪਤਾ ਚੱਲ ਜਾਂਦੇ ਆ, ਵੀ ਸਾਨੂੰ ਬੁਖਾਰ ਆ, ਸਾਡਾ ਢਿੱਡ ਦੁਖ ਰਿਹਾ, ਜਾਂ ਸਾਨੂੰ ਹੋਰ ਕੋਈ ਪ੍ਰੋਬਲਮਸ ਆ ਰਹੀਆਂ ਆ, ਹਨਾ, ਸਿਰ ਦਰਦ ਹੋ ਰਿਹਾ, ਇਹ ਸਾਨੂੰ ਬਾਹਰੋਂ ਪਤਾ ਚੱਲ ਜਾਂਦਾ। ਪਰ ਸਾਡੇ ਮਨ ਨੂੰ ਵੀ ਰੋਗ ਲੱਗੇ ਹੋਏ ਨੇ। ਗੁਰਬਾਣੀ ਗੁਰੂ ਸਾਡੇ ਮਨ ਦੇ ਰੋਗਾਂ ਦੀ ਗੱਲ ਕਰ ਰਿਹਾ, ਵੀ ਮਨ ਨੂੰ ਕੀ ਕੀ ਰੋਗ ਲੱਗੇ ਨੇ। ਹੁਣ ਜਦੋਂ ਆਪਣੇ ਆਪ ਦੀ ਪਛਾਣ ਹੀ ਨਹੀਂ ਆ, ਤੇ ਆਪਣੇ ਮਨ ਦੀ ਪਛਾਣ ਹੀ ਨਹੀਂ ਆ, ਆਪਣੇ ਆਪ ਦੀ ਆਪੇ ਦੀ ਪਛਾਣ ਨਹੀਂ ਕਿ ਮੈਂ ਇੱਕ ਸੂਖਮ ਆ, ਤੇ ਫਿਰ ਮਨ ਦੇ ਰੋਗਾਂ ਦਾ ਵੀ ਨਹੀਂ ਪਤਾ ਚੱਲੂਗਾ ਨਾ, ਵੀ ਮਨ ਦੇ ਵੀ ਕੋਈ ਰੋਗ ਹੁੰਦੇ ਨੇ। ਫਿਰ ਜਦੋਂ ਗੁਰਮੁਖ ਆਪਣੀ ਕਾਇਆ ਦੀ ਖੋਜ ਕਰਦੇ ਨੇ, ਠੀਕ ਹੈ ਜੀ, ਗੁਰਮੁਖ ਹੋਵੇ ਸੋ ਕਾਇਆ ਖੋਜੇ। ਜਿਹੜਾ ਗੁਰਮੁਖ ਮਨ ਮਾਲਕ ਦੀ ਕਿਰਪਾ ਦੇ ਦੁਆਰਾ ਆਪ ਦੀ ਮੱਤ ਨੂੰ ਛੱਡ ਕੇ ਗੁਰਮਤ ਨੂੰ ਮਨ ਅਪਣਾਉਂਦਾ ਹੈ, ਜੋ ਮਨ ਜੋ ਜਨ, ਉਹ ਫਿਰ ਆਪਣੇ ਆਪ ਦੀ ਖੋਜ ਕਰਦੇ ਨੇ, ਆਪਣੇ ਮਨ ਦੀ ਖੋਜ ਕਰਦੇ ਨੇ। ਜਦੋਂ ਅਸੀਂ ਆਪਣੇ ਮਨ ਦੀ ਖੋਜ ਕਰਦੇ ਹਾਂ, ਫਿਰ ਅਸੀਂ ਆਪੇ ਨਾਲ ਜੁੜ ਜਾਂਦੇ ਹਾਂ, ਅਸੀਂ ਅੰਦਰ ਨੂੰ ਆ ਜਾਂਦੇ ਹਾਂ। ਪਹਿਲਾਂ ਅਸੀਂ ਕੀ ਕਰਦੇ ਸੀ, ਬਾਹਰ ਤਰਲੋਕੀ ਦੇ ਵਿੱਚ ਜਾਂਦੇ ਸੀ, ਦੁਨੀਆ ਦੇ ਵਿੱਚ ਵਿਚਰਦੇ ਸੀ, ਦੂਸਰਿਆਂ ਦੀ ਖੋਜ ਕਰਦੇ ਸੀ। ਹੁਣ ਅਸੀਂ ਦੂਸਰਿਆਂ ਦੀ ਖੋਜ ਕਰਦੇ, ਦੂਸਰਿਆਂ ਦੇ ਨੁਕਸ ਕੱਢੀ ਜਾ ਰਹੇ ਆ, ਆਹ ਚੰਗਾ ਆ, ਆਹ ਮਾੜਾ ਆ, ਆਹ ਲੋਕ ਲੱਜਿਆ ਚ ਆ ਅਸੀਂ, ਠੀਕ ਆ ਜੀ, ਲੋਕਾਂ ਤੋਂ ਪਰਦਾ ਕਰਦੇ ਆ, ਦਿਖਾਵਾ ਕਰਦੇ ਆ, ਲੋਕ ਪ੍ਰਚਾਰਾ ਕਰਦੇ ਆ, ਠੀਕ ਹੈ ਜੀ। ਸਾਰਾ ਹੀ ਕੁਛ ਸਾਨੂੰ ਗੁਰਬਾਣੀ ਗੁਰੂ ਚ ਖੋਲ ਕੇ ਦੱਸਿਆ। ਅਸੀਂ ਕੀ ਕਰਦੇ ਹਾਂ, ਪੜ੍ਹੀ ਜਾ ਰਹੇ ਹਾਂ, ਪੜ੍ਹੀ ਜਾ ਰਹੇ ਹਾਂ, ਪਰ ਅਸੀਂ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈਗੇ। ਕਿਉਂ ਨਹੀਂ ਹੈਗੇ? ਕਿਉਂਕਿ ਸਾਨੂੰ ਪਤਾ ਹੀ ਨਹੀਂ ਐਕਸੈਪਟ ਕਰਨਾ ਕਿਹਨੇ ਆ। ਜਿਸ ਦਿਨ ਸਾਨੂੰ ਆਪਣੇ ਆਪ ਦਾ ਪਤਾ ਚੱਲ ਜੂਗਾ ਕਿ ਅਸੀਂ ਇੱਕ ਸੂਖਮ ਆ, ਅਸੀਂ ਮਨ ਹਾਂ, ਔਰ ਇਹ ਮਨ ਭਰਮ ਦੇ ਵਿੱਚ ਆ, ਠੀਕ ਆ ਜੀ, ਕਿਉਂਕਿ ਇਹ ਮਨ ਭਰਮ ਦੇ ਵਿੱਚ ਆ। ਪਤਾ ਨਹੀਂ ਕਿੰਨੇ ਯੁਗਾਂ ਤੋਂ, ਕਿੰਨੇ ਯੁੱਗ ਹੋ ਗਏ ਇਸ ਮਨ ਨੂੰ ਕਿ ਇਹ ਭਰਮ ਦੇ ਵਿੱਚ ਚੱਲਿਆ ਜਾ ਰਿਹਾ। ਫਿਰ ਜਦੋਂ ਸਾਨੂੰ ਪਤਾ ਚੱਲੂਗਾ ਕਿ ਵਾਕਿਆ ਹੀ ਸਾਡੇ ਦੁੱਖ ਨੇ, ਅਸੀਂ ਭਰਮ ਦੇ ਵਿੱਚ ਆ, ਤੇ ਗੁਰਮੁਖ ਪਿਆਰਿਓ, ਫਿਰ ਸਾਨੂੰ ਆਪਣੇ ਆਪ ਦੀ ਚਿੰਤਾ ਹੋਣੀ ਸ਼ੁਰੂ ਹੋ ਜੂਗੀ ਅੰਦਰੋਂ। ਪਹਿਲਾਂ ਕਿਹਦੀ ਚਿੰਤਾ ਕਰਦੇ ਸੀ? ਦੂਸਰੇ ਦੀ। ਦੂਸਰਾ ਕੌਣ ਆ? ਮਾਇਆ, ਠੀਕ ਹੈ ਜੀ। ਆਪਣੇ ਆਪ ਨਾਲ ਅਸੀਂ ਕਦੇ ਨਹੀਂ ਜੁੜੇ, ਆਪਣੇ ਆਪ ਦੀ ਖੋਜ ਕਦੇ ਨਹੀਂ ਕੀਤੀ, ਆਪਣੇ ਆਪ ਦੀ ਚਿੰਤਾ ਵੀ ਨਹੀਂ ਕਦੇ ਕੀਤੀ। ਅਸੀਂ ਦੂਸਰੇ ਦੀ ਚਿੰਤਾ ਦੇ ਵਿੱਚ ਲੱਗੇ ਰਹਿੰਦੇ ਹਮੇਸ਼ਾ। ਉਹ ਮਾੜਾ ਆ, ਉਹਦਾ ਕੀ ਹੋਊਗਾ, ਉਹ ਚੰਗਾ ਆ, ਉਹ ਅੱਗੇ ਨਾ ਨਿਕਲ ਜਾਵੇ, ਜਾਂ ਮੇਰੇ ਕੋਲ ਘੱਟ ਧਨ ਆ, ਜਾਂ ਮੇਰਾ। ਫਿਰ ਜੇ ਅਸੀਂ ਇਹ ਚਿੰਤਾ ਚੋਂ ਨਿਕਲਦੇ ਹਾਂ, ਤੇ ਸਿੱਧਾ ਹੀ ਅਸੀਂ ਕਿੱਥੇ ਜਾ ਕੇ ਡੁੱਬ ਜਾਂਦੇ ਹਾਂ? ਹਉਮੈ ਦੇ ਵਿੱਚ। ਕਿਉਂਕਿ ਜਦੋਂ ਸਾਨੂੰ ਚਿੰਤਾ ਨਹੀਂ ਆ ਰਹੀ, ਸਾਡੀਆਂ ਲੋੜਾਂ ਦੀ ਪੂਰਤੀ ਹੋ ਕੇ ਹੋਣ ਤੋਂ ਬਾਅਦ ਅਸੀਂ ਕਿੱਥੇ ਚਲੇ ਗਏ? ਤ੍ਰਿਸ਼ਨਾ ਤੇ, ਹੋਰ ਹੋਰ ਹੋਰ, ਅੱਗੇ ਤੋਂ ਅੱਗੇ, ਠੀਕ ਹੈ ਜੀ। ਫਿਰ ਅਸੀਂ ਕੀ ਕਰਦੇ ਹਾਂ? ਹਉਮੈ ਕਰਦੇ ਹਾਂ। ਦੂਸਰੇ ਨੂੰ ਕੀ ਕਰਦੇ ਹਾਂ ਅਸੀਂ? ਈਰਖਾ। ਅਸੀਂ ਜਿਹੜਾ ਮਾਇਆ ਦੇ ਵਿੱਚ, ਆ ਤ੍ਰਿਲੋਕੀ ਦੀ ਮਾਇਆ ਦੇ ਵਿੱਚ ਸਾਡੇ ਤੋਂ ਨੀਵਾਂ ਆ, ਅਸੀਂ ਉਹਨੂੰ ਬੰਦਾ ਹੀ ਨਹੀਂ ਸਮਝਦੇ, ਉਹਦੇ ਨਾਲ ਅਸੀਂ ਈਰਖਾ ਕਰਦੇ ਹਾਂ। ਸੋ ਗੁਰਮੁਖ ਪਿਆਰਿਓ, ਫਿਰ ਜੇ ਥੋੜੇ ਵਾਲੇ ਮਨ ਜਿਹੜੇ ਆ ਉਹ ਤਮੋ ਰਜੋ, ਪਹਿਲਾਂ ਤਾਂ ਅਸੀਂ ਤਮੋ ਰਜੋ ਤੋਂ ਹੀ ਨਹੀਂ ਨਿਕਲ ਰਹੇ, ਤਮੋ ਤੋਂ ਰਜੋ, ਰਜੋ ਤੋਂ ਤਮੋ, ਸਾਨੂੰ ਪਤਾ ਹੀ ਨਹੀਂ ਚੱਲਦਾ। ਜੇ ਕਿਤੇ ਅਸੀਂ ਥੋੜਾ ਬਹੁਤ ਤਮੋ ਰਜੋ ਦੇ ਨਾਲ ਸਤੋ ਲਾ ਵੀ ਲਈਏ ਨਾ ਗੁਰਮੁਖ ਪਿਆਰਿਓ, ਅਸੀਂ ਆਪਣੇ ਆਪ ਨੂੰ ਕੀ ਸਮਝਦੇ ਆ? ਗਿਆਨੀ। ਆਪਣੇ ਆਪ ਨੂੰ ਕੀ ਸਮਝਦੇ ਆ? ਬੁੱਧੀਮਾਨ। ਫਿਰ ਇੱਥੇ ਕੀ ਹੋ ਗਈ? ਉਹ ਹਉਮੈ ਤਾਂ ਇਹਦੇ ਨਾਲ ਵੀ ਮਾੜੀ ਆ, ਠੀਕ ਆ ਜੀ। ਕਿਉਂਕਿ ਨਾਮ ਨੂੰ ਵਸਾਰ ਕੇ, ਨਾਮ ਦਾ ਭੇਦ ਲਏ ਬਿਨਾਂ ਜੇ ਕੱਲਾ ਹੀ ਤਰਲੋਕੀ ਚ ਖੇਡ ਰਹੇ ਆ ਨਾ, ਕੱਲਾ ਹੀ ਤਰਲੋਕੀ ਚ ਖੇਡ ਰਹੇ ਆ, ਤੇ ਹਉਮੈ ਆ, ਹਰ ਪਲ ਸਾਡੇ ਵਿੱਚ ਹਉਮੈ ਆ। ਜਿੱਥੇ ਅਸੀਂ ਇਹ ਵੀ ਕਹਿ ਦਿੰਦੇ ਹਾਂ ਨਾ ਵੀ ਨਹੀਂ ਨਹੀਂ, ਮੇਰੇ ਚ ਤਾਂ ਕੋਈ ਹਉਮੈ ਨਹੀਂ, ਗੁਰਮੁਖ ਪਿਆਰਿਓ, ਨਾ ਇਸ ਰਸਤੇ ਤੇ ਤੁਰ ਕੇ ਦੇਖੀਏ, ਠੀਕ ਹੈ ਜੀ। ਨਾਮ ਦੇ ਰਸਤੇ ਤੇ, ਅੰਤਰਗਤ ਮਾਲਕ ਨਾਲ ਮਿਲਾਪ ਦੇ ਰਸਤੇ ਤੇ ਤੁਰ ਕੇ ਤਾਂ ਦੇਖੀਏ, ਫਿਰ ਪਤਾ ਚੱਲੂ ਕਿ ਮੇਰੇ ਵਿੱਚ ਤਾਂ ਗੁਣ ਹੀ ਕੋਈ ਨਹੀਂ। ਜਿੱਥੇ ਮੈਂ ਤ੍ਰੈ ਗੁਣਾਂ ਦੇ ਵਿੱਚ ਇਹ ਗੱਲ ਕਹਿਣਾ ਨਾ ਕਿ ਮੇਰੇ ਚ ਅਵਗੁਣ ਨਹੀਂ, ਮੈਂ ਬਹੁਤ ਚੰਗਾ ਆ, ਮੈਂ ਗਿਆਨੀ ਆ, ਮੈਨੂੰ ਗੁਰਬਾਣੀ ਵੀ ਕੰਠ ਆ, ਮੈਂ ਬਹੁਤ ਸੋਹਣੀ ਵਿਚਾਰ ਵੀ ਕਰ ਲੈਂਦਾ ਆ, ਮੈਂ ਮੇਰੀ ਮਹਿਮਾ ਹੋਵੇ, ਮੈਨੂੰ ਆਦਰ ਮਿਲੇ, ਜਾਂ ਮੈਂ ਭੁੱਖਾ ਆ ਸਾਰੀਆਂ ਚੀਜ਼ਾਂ ਦਾ, ਜੇ ਮੈਂ ਸਤੋ ਗੁਣ ਤੇ ਵੀ ਆ, ਮੈਂ ਦਾਨ ਪੁੰਨ ਕਰਦਾ ਆ, ਮੇਰੇ ਕੀਤਿਆਂ ਹੀ ਆ ਸਾਰਾ ਕੁਛ ਹੋ ਰਿਹਾ ਆ, ਜੇ ਮੈਂ ਨਾ ਹੋਵਾਂ ਤੇ ਦੁਨੀਆ ਹੀ ਨਾ ਚੱਲੇ। ਇਹ ਸਾਡੀ ਵਿਚਾਰ ਆ, ਆਪਣੇ ਵਿਚਾਰਾਂ ਫੁਰਨਿਆਂ ਦੇ ਵਿੱਚ ਸਾਡੇ ਮਨ ਦੀ ਇੰਡੀਵਿਜੂਅਲੀ ਕਹਾਣੀ ਆ, ਸਾਰੇ ਮਨਾਂ ਦੀ। ਗੁਰਮੁਖ ਪਿਆਰਿਓ, ਜਦੋਂ ਅਸੀਂ ਮਾਲਕ ਦੇ ਮਿਲਾਪ ਦੇ ਰਸਤੇ ਤੇ ਤੁਰ ਜਾਂਦੇ ਆ ਨਾ, ਤੇ ਮਾਲਕ ਦਾ ਇਹ ਸੁਭਾਅ ਆ ਕਿ ਮਾਲਕ ਨੇ ਸਾਡੇ ਗੁਣ ਤੇ ਆਵਗੁਣ ਨਹੀਂ ਦੇਖਣੇ, ਪਰ ਸਾਡੇ ਆਵਗੁਣ ਕੱਢਣੇ ਆ ਸਾਡੇ ਵਿੱਚੋਂ, ਬਰੀਕੀ ਦੇ ਨਾਲ, ਬੜੇ ਹੀ ਪਿਆਰ ਦੇ ਨਾਲ। ਇਹ ਗੁਰਬਾਣੀ ਗੁਰੂ ਦੇ ਵਿੱਚ ਅਸੀਂ ਮਹਾਰਾਜ ਤੋਂ ਪੁੱਛ ਕੇ ਅੱਗੇ ਚੱਲਣਾ, ਕਿਉਂਕਿ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਆਧਾਰ ਬਣਾ ਕੇ ਚੱਲਦੇ ਆ, ਤੇ ਫਿਰ ਸਾਨੂੰ ਹੋਰ ਭਰੋਸਾ ਆਉਂਦਾ ਜਾਂਦਾ ਕਿ ਮਹਾਰਾਜ ਸੱਚੇ ਪਾਤਸ਼ਾਹ, ਤੂੰ ਇੰਨਾ ਬੇਅੰਤ ਆ,
ਤੂੰ ਇੰਨਾ ਜ਼ਿਆਦਾ ਬੇਅੰਤਾ ਕਿ ਸਾਨੂੰ ਤੇਰੇ ਗੁਣਾਂ ਦਾ ਭੇਦ ਹੀ ਨਹੀਂ ਹੈਗਾ। ਅਸੀਂ ਤੈਨੂੰ ਪਤਾ ਨਹੀਂ ਕੀ ਸਮਝੀ ਬੈਠੇ ਹਾਂ। ਗੁਰਮੁਖ ਪਿਆਰਿਓ, ਜਦੋਂ ਸਾਡਾ ਭਰੋਸਾ ਆ ਜਾਊਗਾ, ਪਹਿਲਾਂ ਅਸੀਂ ਆਪਣੇ ਮਨ ਦੀ ਖੋਜ ਕੀਤੀ, ਆਪਣੇ ਆਪ ਨੂੰ ਜਾਣਿਆ, ਫਿਰ ਅਸੀਂ ਆਪਣੇ ਆਪ ਨੂੰ ਮਨਾਉਣਾ ਆ। ਵਾਕਿਆ ਹੀ ਮਨ ਨੂੰ ਮਨਾਉਣਾ ਆ ਕਿ ਮਾਲਕ ਦਾ ਇਹ ਜੋ ਦਰ ਹੈ, ਇਹ ਘਰ ਹੈ, ਇਹ ਸੱਚੀ ਮੁੱਚੀ ਅਸੀਂ ਮਾਲਕ ਨਾਲ ਮਿਲਾਪ ਕਰਨਾ। ਇਸ ਦਰ ਤੇ, ਇਸ ਦਰਗਾਹ ਦੇ ਵਿੱਚ ਸਾਡੀ ਪ੍ਰਵਾਨਗੀ ਹੋਣੀ ਆ। ਜਦੋਂ ਸਾਡਾ ਮਨ ਮੰਨ ਗਿਆ ਗੁਰਮੁਖ ਪਿਆਰਿਓ, ਫਿਰ ਵਿਸ਼ਵਾਸ ਆ ਗਿਆ, ਭਰੋਸਾ ਆ ਗਿਆ। ਕਿਉਂਕਿ ਅਸੀਂ ਕਿਤੇੋਂ ਨਾ ਕਿਤੇੋਂ ਤਰਲੋਕੀ ਦੇ ਵਿੱਚ ਵੀ ਭਰੋਸਾ ਕਰਦੇ ਹਾਂ। ਕਿਸੇ ਟਾਈਮ ਤੇ ਅਸੀਂ ਤਰਲੋਕੀ ਦੇ ਵਿੱਚ ਫਸ ਚੁੱਕੇ ਹੁੰਦੇ ਹਾਂ ਤੇ ਅਸੀਂ ਕਹਿ ਦਿੰਦੇ ਹਾਂ, ਅਸੀਂ ਆਪਣੇ ਆਪ ਨੂੰ ਧੱਕੇ ਨਾਲ ਮਨਾਉਂਦੇ ਹਾਂ। ਅਸੀਂ ਸਾਰੇ ਹੀ ਰੋਜ਼ ਇਹ ਕਿਰਿਆ ਕਰਦੇ ਹਾਂ, ਰੋਜ਼ ਹੀ ਇਹ ਕਾਰਜ ਕਰਦੇ, ਰੋਜ਼ ਹੀ ਪ੍ਰੈਕਟੀਕਲ ਸਾਡੇ ਨਾਲ ਹੁੰਦਾ। ਅਸੀਂ ਕਹਿ ਦਿੰਦੇ ਵੀ ਹੁਣ ਮੇਰੇ ਕੋਲ ਕੋਈ ਚਾਰਾ ਨਹੀਂ ਹੈਗਾ, ਮੈਨੂੰ ਇੱਥੇ ਭਰੋਸਾ ਕਰਨਾ ਪੈਣਾ। ਜੇ ਮੈਂ ਨਾ ਭਰੋਸਾ ਕੀਤਾ ਤੇ ਮੇਰੀ ਗੱਲ ਨਹੀਂ ਬਣਨੀ। ਗੁਰਮੁਖ ਪਿਆਰਿਓ, ਆਪਣੇ ਆਪ ਨੂੰ ਮਨਾਈਏ ਤਾਂ ਸਹੀ ਮਾਲਕ ਦੇ ਲਈ, ਇਸ ਰਸਤੇ ਤੇ ਤੁਰੀਏ ਤਾਂ ਸਹੀ, ਇੱਕ ਵਾਰ ਮਨਾ ਕੇ ਦੇਖੀਏ ਤਾਂ ਸਹੀ ਕਿ ਵਾਕਿਆ ਹੀ ਜੋ ਗੁਰਬਾਣੀ ਗੁਰੂ ਸਾਨੂੰ ਇੰਨਾ ਖੁੱਲ ਕੇ ਭੇਦ ਦੇ ਰਹੇ ਨੇ, ਮਹਾਰਾਜ ਸਾਨੂੰ ਇੰਨਾ ਭੇਦ ਦੇ ਰਹੇ ਨੇ ਗੁਰਬਾਣੀ ਦੇ ਵਿੱਚ, ਵੀ ਦੇਖੀਏ ਤਾਂ ਸਹੀ ਕਿ ਜੋ ਗੁਰਮੁਖ ਸਾਨੂੰ ਇਹ ਉਪਦੇਸ਼ ਕਰ ਰਹੇ ਨੇ, ਮਹਾਰਾਜ ਸਾਨੂੰ ਇੰਨਾ ਭੇਦ ਦੇ ਰਹੇ ਨੇ ਕਿ ਦੇਖੀਏ ਤਾਂ ਸਹੀ ਕਿ ਵਾਕਿਆ ਹੀ ਵੀ ਇਹ ਹੈ, ਇਹ ਕੋਈ ਸਵਾਦ ਹੈ ਇਸ ਤਰੀਕੇ ਦਾ। ਅਸੀਂ ਜਦੋਂ ਇਹ ਆਪਣੇ ਆਪ ਨੂੰ ਮਨਾ ਕੇ ਦੇਖਾਂਗੇ ਗੁਰਮੁਖ ਪਿਆਰਿਓ, ਇਸ ਪ੍ਰੈਕਟੀਕਲ ਦੇ ਵਿੱਚ ਉਤਰਾਂਗੇ ਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਮਾਲਕ ਦੇ ਹੁਕਮ 'ਚ ਰਹਿੰਦਿਆਂ ਹੋਇਆਂ ਆਪ ਜੀ ਨੂੰ ਭਰੋਸੇ ਦੇ ਨਾਲ ਕਹਿੰਦੇ ਆ ਕਿ ਗੁਰਮੁਖ ਪਿਆਰਿਓ, ਸਾਨੂੰ ਮਾਲਕ ਦੇ ਦਰ ਤੋਂ ਉਹ ਸਾਰਾ ਖਜ਼ਾਨਾ ਪ੍ਰਾਪਤ ਹੋਣਾ ਹੀ ਹੋਣਾ ਹੈ। ਸਾਡਾ ਵਿਸ਼ਵਾਸ ਮਾਲਕ ਨੇ ਆਪ ਹੀ ਬਣਾ ਲੈਣਾ ਆ। ਅਸੀਂ ਸਿਰਫ ਪਹਿਲਾ ਸਟੈਪ ਚੁੱਕਣਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਪੈਂਡਾ ਸਾਨੂੰ ਤੁਰਨ ਦੀ ਲੋੜ ਆ ਗੁਰਮੁਖ ਪਿਆਰਿਓ। ਅਸੀਂ ਤੁਰੀਏ, ਅਸੀਂ ਮੰਨੀਏ, ਆਪਣੇ ਆਪ ਦੀ ਖੋਜ ਕਰੀਏ, ਇਹਨੂੰ ਮਨਾਈਏ, ਇਹਨੂੰ ਵਿਸ਼ਵਾਸ ਦਿਵਾਈਏ ਕਿ ਜੇ ਗੁਰਬਾਣੀ ਗੁਰੂ ਕਹਿ ਰਹੇ ਨੇ ਨਾ ਵੀ ਇਹ ਮਨੁੱਖਾ ਜਨਮ ਦੇ ਵਿੱਚ ਹੀ ਤੁਸੀਂ ਮਾਲਕ ਨਾਲ ਮਿਲਾਪ ਕਰ ਸਕਦੇ ਹੋ, ਤੇ ਇਹ ਵਾਕਿਆ ਸੱਚ ਹੈ। ਅਸੀਂ ਮਨੁੱਖੇ ਜਨਮ ਦੇ ਵਿੱਚ ਹੀ ਮਾਲਕ ਨਾਲ ਮਿਲਾਪ ਕਰ ਸਕਦੇ ਹਾਂ। ਇਹਨੂੰ ਸੱਚ ਕਰਕੇ ਮੰਨੀਏ, ਕਿਉਂਕਿ ਗੁਰਬਾਣੀ ਗੁਰੂ ਨੂੰ ਅਸੀਂ ਕਦੇ ਵੀ ਕਿੰਤੂ ਪ੍ਰੰਤੂ ਨਹੀਂ ਕਰਨਾ। ਗੁਰਬਾਣੀ ਤੇ ਤਰਕ ਨਹੀਂ ਕਰਨਾ। ਆਪਦੇ ਮਨ ਨੂੰ ਗੁਰਬਾਣੀ ਦੇ ਰਾਹੀਂ ਕਸਵੱਟੀ ਤੇ ਲਾ ਕੇ ਦੇਖਣਾ। ਆਪਣੇ ਮਨ ਨੂੰ ਛੇੜੋ, ਇਹਦੇ ਤੇ ਤਰਕ ਕਰੋ, ਇਹਦੇ ਤੇ ਸੱਟ ਮਾਰੋ ਬਾਰ-ਬਾਰ। ਇਹਨੂੰ ਜਿੰਨਾ ਖੋਜਦੇ ਜਾਵਾਂਗੇ ਗੁਰਮੁਖ ਪਿਆਰਿਓ, ਓਨਾ ਹੀ ਸਾਨੂੰ ਇਹ ਮਨ ਦੇ ਭੇਦ ਆਉਂਦੇ ਜਾਊਗੇ, ਸਾਨੂੰ ਪਤਾ ਚੱਲਦਾ ਜਾਊਗਾ। ਫਿਰ ਗੁਰਬਾਣੀ ਗੁਰੂ ਨੂੰ ਸਾਨੂੰ ਦਾਰੂ ਬਣਾਉਣਾ। ਅਸੀਂ ਗੁਰਬਾਣੀ ਤੋਂ ਪੁੱਛ ਕੇ, ਜੇ ਮਹਾਰਾਜ ਕਹਿੰਦੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ, ਅਸੀਂ ਮੰਨ ਲੈਣਾ ਵੀ ਮਹਾਰਾਜ ਜੇ ਕਹਿ ਰਹੇ ਨੇ ਤੇ ਵਾਕਿਆ ਹੀ ਆ। ਜਦੋਂ ਮੰਨ ਲਿਆ ਨਾ, ਤੇ ਮਹਾਰਾਜ ਕਹਿੰਦੇ ਜਦੋਂ ਮੰਨ ਲਿਆ ਫਿਰ ਪ੍ਰੈਕਟੀਕਲ ਜੀਵਨ ਸ਼ੁਰੂ ਹੋ ਜਾਊਗਾ। ਕਿਉਂਕਿ ਗੁਰਬਾਣੀ ਗੁਰੂ ਕੀ ਨੇ? ਪ੍ਰੈਕਟੀਕਲ। ਗੁਰਮੁਖਾਂ ਦਾ, ਠੀਕ ਹੈ ਜੀ, ਭਗਤ ਸਾਹਿਬਾਨਾਂ ਦਾ, ਗੁਰੂ ਸਾਹਿਬਾਨਾਂ ਦਾ ਹੰਢਾਇਆ ਹੋਇਆ ਪ੍ਰੈਕਟੀਕਲ ਹੈ। ਓਨਾ ਟਾਈਮ ਨਹੀਂ ਪ੍ਰੈਕਟੀਕਲ ਸਾਨੂੰ ਪਤਾ ਚੱਲਦਾ, ਜਿੰਨਾ ਟਾਈਮ ਸਾਡਾ ਜੀਵਨ ਪ੍ਰੈਕਟੀਕਲ ਨਹੀਂ ਹੁੰਦਾ ਮਨ ਮੰਨਣ ਤੋਂ ਬਾਅਦ। ਠੀਕ ਹੈ ਜੀ, ਪਹਿਲਾਂ ਆਪਣੇ ਆਪ ਨੂੰ ਮਨਾਓ, ਇਹਨੂੰ ਪੜ੍ਹੋ, ਗੁਰਬਾਣੀ ਨੂੰ ਬਾਰ-ਬਾਰ ਅਸੀਂ ਪੜ੍ਹੀਏ, ਵਿਚਾਰੀਏ। ਜੋ ਗਿਆਨ ਤਰਲੋਕੀ ਦਾ ਅਸੀਂ ਇਕੱਠਾ ਕਰ ਚੁੱਕੇ ਹਾਂ, ਕਥਾ ਕਹਾਣੀਆਂ ਬਾਹਰੋਂ ਸੁਣ ਕੇ, ਤੇ ਕੇਵਲ ਆਕਾਰਾਂ ਦੇ ਰੂਪ ਦੇ ਵਿੱਚ, ਠੀਕ ਹੈ ਜੀ, ਉਸ ਗਿਆਨ ਨੂੰ ਅਸੀਂ ਜ਼ੀਰੋ ਕਰ ਦੇਣਾ ਆਪਦੇ ਹਿਰਦੇ ਤੋਂ, ਆਪਦੇ ਮਨ ਤੋਂ। ਕਿਉਂਕਿ ਇਹਦੇ ਨਾਲ ਸਾਡੇ ਮਨ ਦੇ ਵਿੱਚ ਦੋ ਚਿੱਤੀ ਰਹਿ ਜਾਂਦੀ ਆ। ਅਸੀਂ ਫਿਰ ਉਹ ਗਿਆਨ ਵੀ ਜੇ ਤਰਲੋਕੀ ਦਾ ਨਾਲ ਲੈ ਕੇ ਚੱਲਦੇ ਹਾਂ ਵੀ ਉਹ ਫਲਾਣੇ ਨੇ ਤਾਂ ਮੈਨੂੰ ਆਹ ਗੱਲ ਕਹੀ ਸੀ ਤੇ ਵੀ ਮੈਂ ਪੜ੍ਹ ਕੇ ਆਹ ਗੱਲ ਸਮਝ ਰਿਹਾ, ਫਿਰ ਸਾਡਾ ਮਨ ਨਹੀਂ ਮੰਨੇਗਾ। ਫਿਰ ਮਨ ਨੂੰ ਮਨਾਉਣਾ ਬਹੁਤ ਔਖਾ ਹੋ ਜਾਊਗਾ। ਅਸੀਂ ਆਪਣੇ ਆਪ ਨੂੰ, ਜੋ ਸਾਡਾ ਗਿਆਨ ਆ, ਜੋ ਸਾਡੀ ਮੱਤ ਸਾਨੂੰ ਗਿਆਨ ਦੇ ਰਹੀ ਆ, ਉਸ ਗਿਆਨ ਨੂੰ ਅਸੀਂ ਕੀ ਕਰਨਾ? ਜ਼ੀਰੋ, ਟੋਟਲੀ ਜ਼ੀਰੋ ਕਰਕੇ ਅਸੀਂ ਗੁਰਬਾਣੀ ਗੁਰੂ ਨੂੰ ਬਾਰ-ਬਾਰ ਪੜ੍ਹ ਕੇ ਵਿਚਾਰਨਾ। ਤੇ ਸਭ ਤੋਂ ਪਹਿਲਾ ਕੰਮ ਅਸੀਂ ਮਾਲਕ ਨੂੰ ਬੇਨਤੀ ਕਰਨੀ ਆ, ਮਾਲਕ ਦੀ ਹੋਂਦ ਨੂੰ ਮਹਿਸੂਸ ਕਰਦੇ ਹੋਏ। ਸੱਚੀ ਮੁੱਚੀ ਜੇ ਗੁਰਬਾਣੀ ਗੁਰੂ ਇਹ ਕਹਿ ਰਹੇ ਨਾ ਕਿ ਮਾਲਕ ਭਰਪੂਰ ਅਨਹਦ ਰੂਪ ਦੇ ਵਿੱਚ, ਪ੍ਰਕਾਸ਼ ਰੂਪ ਦੇ ਵਿੱਚ ਤੇਰੇ ਅੰਦਰ ਆ, ਤੇਰੇ ਬਾਹਰ ਆ, ਹਰ ਪਲ ਤੂੰ ਮਾਲਕ ਦੇ ਵਿੱਚ ਹੀ ਖੇਡ ਰਿਹਾ ਆ, ਤੇ ਅਸੀਂ ਮੰਨਣਾ ਸੱਤ ਕਰਕੇ। ਅਸੀਂ ਜੇ ਗੁਰਬਾਣੀ ਗੁਰੂ ਕਹਿ ਰਹੇ ਨਾ ਕਿ ਮਾਲਕ ਦੀ ਹੋਂਦ ਨੂੰ ਮੰਨ, ਉਸ ਦਰ ਨੂੰ ਮੰਨ, ਇੱਥੇ ਸਾਹਮਣੇ ਖਲੀ ਖਲਾ ਦੇ ਵਿੱਚ ਆਸਣ ਲਾ ਕੇ ਬੈਠੇ ਤੇਰਾ ਦਰ ਆ, ਤੇ ਗੁਰਮੁਖ ਪਿਆਰਿਓ ਅਸੀਂ ਮੰਨਣਾ ਆ, ਸੱਤ ਕਰਕੇ ਅਸੀਂ ਮੰਨਣਾ ਇਸ ਗੱਲ ਨੂੰ। ਜਦੋਂ ਅਸੀਂ ਆਪਣੇ ਆਪ ਨੂੰ ਮਨਾ ਲਿਆ, ਵਾਕਿਆ ਹੀ ਮੰਨ ਗਿਆ, ਥੋੜਾ ਬਾੜਾ ਵੀ ਰੰਗ ਲੱਗ ਗਿਆ, ਤੇ ਗੁਰਮੁਖ ਪਿਆਰਿਓ ਅੱਗੇ ਸਾਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ। ਫਿਰ ਅਸੀਂ, ਕਿਉਂਕਿ ਮਨਾਉਣਾ ਭਾਵ ਭਰੋਸਾ ਰੱਖਣਾ। ਆਪਣੇ ਆਪ ਨੂੰ ਮਨਾਉਣ ਦਾ ਮਤਲਬ ਹੈ, ਮਨ ਨੂੰ ਮਨਾਉਣ ਦਾ ਮਤਲਬ ਹੈ
ਵਿਸ਼ਵਾਸ ਕਰਨਾ, ਭਰੋਸਾ ਕਰਨਾ। ਤੇ ਗੁਰਮੁਖ ਪਿਆਰਿਓ, ਜਦੋਂ ਵਿਸ਼ਵਾਸ ਹੋ ਗਿਆ, ਭਰੋਸਾ ਅਸੀਂ ਕਰਨਾ ਸਿੱਖ ਗਏ, ਤੇ ਫਿਰ ਅਸੀਂ ਬੇਨਤੀ ਕਰਨੀ ਵੀ ਸਿੱਖ ਜਾਵਾਂਗੇ। ਕਿਉਂਕਿ ਸਾਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਨਾ ਬੇਨਤੀ ਕਰਨੀ ਕਿਹਦੇ ਅੱਗੇ ਆ, ਕਿਉਂਕਿ ਸਾਨੂੰ ਪਹਿਲਾਂ ਹੋਂਦ ਹੀ ਨਹੀਂ ਮਹਿਸੂਸ ਹੋਣ ਦੀ ਮਾਲਕ ਦੀ। ਤੇ ਜਦੋਂ ਸਾਨੂੰ ਅਸੀਂ ਮਨਾ ਲਿਆ, ਮਾਲਕ ਦੀ ਹੋਂਦ ਸਾਨੂੰ ਮਹਿਸੂਸ ਹੋਣ ਲੱਗ ਗਈ ਗੁਰਮੁਖ ਪਿਆਰਿਓ, ਫਿਰ ਅਸੀਂ ਬੇਨਤੀ ਜੋਦੜੀਆਂ ਕਰਨੀਆਂ ਸਿੱਖ ਜਾਵਾਂਗੇ। ਤੇ ਗੁਰਬਾਣੀ ਗੁਰੂ ਸਾਨੂੰ ਕਹਿ ਰਹੇ ਨੇ ਕਿ ਬਿਰਥੀ ਨਹੀਂ ਜਾਂਦੀ। ਜਿਸ ਮਨ ਦੀ, ਜੋ ਮਨ ਜੋ ਜਨ ਦਰ ਤੇ ਬੈਠ ਕੇ ਅਰਦਾਸ ਕਰਦੇ ਨੇ, ਜੋਦੜੀ ਕਰਦੇ ਨੇ, ਬੇਨਤੀਆਂ ਕਰਦੇ ਨੇ, ਉਹਨਾਂ ਦੀ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ। ਦੇਖੋ, ਇੱਕ ਪਾਸੇ ਮਹਾਰਾਜ ਜੀ ਸਾਨੂੰ ਕਹਿ ਰਹੇ ਨੇ, ਦੂਜੇ ਪਾਸੇ ਅਸੀਂ ਮਰੀ ਜਾ ਰਹੇ ਤਰਲੋਕੀ ਦੇ ਵਿੱਚ, ਤ੍ਰੈ ਗੁਣਾਂ ਦੀਆਂ ਚੀਜ਼ਾਂ ਨੂੰ, ਤ੍ਰੈ ਗੁਣਾਂ ਦਾ ਧਨ ਮਾਇਆ ਇਕੱਠੀ ਕਰਦੇ ਮਰੀ ਜਾ ਰਹੇ ਨੇ। ਤੇ ਫਿਰ ਅਸੀਂ ਕਹਿੰਦੇ ਵੀ ਮਹਾਰਾਜ ਤਾਂ ਸਾਨੂੰ ਆਹ ਕਹਿ ਰਹੇ ਨੇ ਵੀ ਅਰਦਾਸ ਨਹੀਂ ਬਿਰਥੀ ਜਾਂਦੀ, ਤੇ ਸਾਡੀ ਪੂਰੀ ਨਹੀਂ ਹੁੰਦੀ। ਕਿਉਂ ਨਹੀਂ ਪੂਰੀ ਹੁੰਦੀ? ਕਿਉਂਕਿ ਸਾਡੀ ਤ੍ਰਿਸ਼ਨਾ ਕਦੇ ਪੂਰੀ ਹੋਣੀ ਹੋਈ ਨਹੀਂ। ਗੁਰਬਾਣੀ 'ਚ ਸਾਨੂੰ ਇਹ ਵੀ ਕਿਹਾ ਗਿਆ ਆ। ਕਿਉਂਕਿ ਅਰਦਾਸ ਪੂਰੀ ਹੋਣ ਦਾ ਮਤਲਬ ਇਹ ਨਹੀਂ ਕਿ ਸਾਡੇ ਮਨ ਨੂੰ ਰੱਜ ਆ ਜਾਵੇ ਜਦੋਂ ਅਸੀਂ ਤਰਲੋਕੀ ਦੇ ਵਿੱਚ ਆ। ਇਹ ਮਹਾਰਾਜ ਕਹਿ ਰਹੇ ਵੀ ਜਿੰਨਾ ਟਾਈਮ ਤੁਸੀਂ ਤ੍ਰੈ ਗੁਣਾਂ 'ਚ ਖੇਡ ਰਹੇ ਹੋ, ਨਾਮ ਦਾ ਭੇਦ ਲਏ ਬਿਨਾਂ ਤੁਹਾਨੂੰ ਕਦੇ ਰੱਜ ਨਹੀਂ ਆਉਣਾ। ਤੁਹਾਡੀ ਤ੍ਰਿਸ਼ਨਾ ਰੂਪੀ ਜੋ ਅੱਗ ਹੈ, ਉਹ ਹੋਰ ਬਲੀ ਜਾਊਗੀ, ਹੋਰ ਬਲੀ ਜਾਊਗੀ, ਹੋਰ ਬਲੀ ਜਾਊਗੀ, ਅੱਗੇ ਤੋਂ ਅੱਗੇ। ਇਹ ਅੱਗ ਦਾ ਕਦੇ ਖਾਤਮਾ ਨਹੀਂ ਹੋਣਾ। ਅਸੀਂ ਸਮਝੀਏ ਕਿ ਮਹਾਰਾਜ ਕਿਹੜੀ ਅਰਦਾਸ ਦੀ ਪੂਰਤੀ ਕਰ ਰਿਹਾ, ਕਿਹੜੀ ਅਰਦਾਸ ਪੂਰਾ ਹੋਣ ਦੀ ਗੱਲ ਕਰ ਰਿਹਾ, ਵੀ ਕੌਣ ਆ ਪਹਿਲਾਂ, ਕੌਣ ਅਰਦਾਸ ਕਰ ਰਿਹਾ? ਉਹ ਮਨ ਅਰਦਾਸ ਕਰਦਾ ਦਰ ਤੇ ਬੈਠ ਕੇ। ਕਿਹੜੀ? ਮਾਲਕ ਦੇ ਨਾਲ ਮਿਲਾਪ ਕਰਨ ਦੀ ਅਰਦਾਸ, ਭਵ ਸਾਗਰ ਨੂੰ ਪਾਰ ਕਰਨ ਦੀ ਅਰਦਾਸ, ਤਰਲੋਕੀ ਦੇ ਵਿੱਚੋਂ ਕਾਲ ਦਾ ਜਾਲ ਕੱਟ ਕੇ ਮਾਲਕ ਨਾਲ ਮਿਲਾਪ ਕਰਨ ਦੀ ਅਰਦਾਸ, ਆਪਦੇ ਘਰੇ ਪ੍ਰਵਾਨ ਹੋਣ ਦੀ ਅਰਦਾਸ। ਅਸੀਂ ਕੀਤੀ ਕਦੇ ਇਹ ਅਰਦਾਸ? ਤੇ ਫਿਰ ਅਸੀਂ ਮਾਲਕ ਨੂੰ ਕਿਵੇਂ, ਇੱਕ ਕੁਛ ਵੀ ਸੋਚੇ ਵਿਚਾਰੇ ਬਿਨਾਂ ਅਸੀਂ ਮਾਲਕ ਨੂੰ ਉਲਾਂਭਾ ਦੇਣ ਲੱਗ ਜਾਂਦੇ ਹਾਂ। ਸਾਨੂੰ ਸਾਰਾ ਕੁਛ ਦੇ ਕੇ ਭੇਜਿਆ ਮਾਲਕ ਨੇ, ਨਾਮ ਦਾ ਧਨ ਦੇ ਕੇ ਭੇਜਿਆ। ਆਪਦੇ ਘਰੇ ਅਸੀਂ ਉਹ ਧਨ ਨੂੰ ਵਰਤਦੇ ਨਹੀਂ, ਉਹਦਾ ਭੇਦ ਨਹੀਂ ਲੈਂਦੇ, ਤੇ ਅਸੀਂ ਉਲਾਂਭਾ ਕਰਦੇ ਹਾਂ ਬਾਹਰ ਜਾ ਕੇ ਤਰਲੋਕੀ ਦੇ ਵਿੱਚ। ਅਸੀਂ ਮਾਲਕ ਨੂੰ ਉਲਾਂਭਾ ਦੇ ਦਿੰਦੇ ਹਾਂ। ਠੀਕ ਆ ਜੀ, ਵੀ ਮਾਲਕ ਨੇ ਸਾਡੇ ਨਾਲ ਬੁਰਾ ਕਰ ਦਿੱਤਾ, ਮਾਲਕ ਦੀ ਪਹਿਚਾਣ ਨਹੀਂ ਕੀਤੀ, ਪਰ ਅਸੀਂ ਉਲਾਂਭਾ ਬਹੁਤ ਛੇਤੀ ਦੇ ਦਿੰਦੇ ਹਾਂ। ਜਦਕਿ ਅਸੀਂ ਗੁਰਬਾਣੀ ਗੁਰੂ ਨੂੰ ਸਹੀ ਅਰਥਾਂ ਦੇ ਵਿੱਚ ਵਿਚਾਰ ਕੇ ਪ੍ਰੈਕਟੀਕਲ ਜੀਵਨ ਦੇ ਵਿੱਚ ਕਦੇ ਸੋਚਿਆ ਹੀ ਨਹੀਂ ਕਿ ਗੁਰਬਾਣੀ ਗੱਲ ਕਿੱਥੇ ਦੀ ਕਰ ਰਹੀ ਹੈ। ਗੁਰਬਾਣੀ ਗੁਰੂ ਸਾਨੂੰ ਕਿਸ ਚੀਜ਼ ਦਾ ਭੇਦ ਲੈਣ ਦੀ ਗੱਲ ਕਰ ਰਹੀ। ਦੇਖੋ, ਇਹ ਸਾਰਾ ਹੀ ਖੇਡ ਸੂਖਮ ਹੈ। ਮਨ ਵੀ ਸੂਖਮ ਆ, ਸਾਡਾ ਘਰ ਵੀ ਸੂਖਮ ਆ, ਅੰਮ੍ਰਿਤ ਰਸ ਵੀ ਸੂਖਮ ਆ। ਠੀਕ ਆ ਜੀ, ਸਾਡੇ ਮਨ ਦੀ ਖੁਰਾਕ ਵੀ ਸੂਖਮ ਆ, ਪੰਜ ਜਾਣੇ ਵੀ ਸੂਖਮ ਆ, ਕਾਲ ਵੀ ਸੂਖਮ ਆ, ਤੇ ਮਾਲਕ ਵੀ ਸੂਖਮ ਨੇ। ਠੀਕ ਹੈ ਜੀ, ਪਰ ਅਸੀਂ ਇਸ ਸੂਖਮ ਦਾ ਭੇਦ ਕਦੋਂ ਲਵਾਂਗੇ? ਜਦੋਂ ਅਸੀਂ ਆਕਾਰਾਂ ਦੇ ਵਿੱਚੋਂ ਨਿਕਲਾਂਗੇ। ਸਾਡੀ ਸੁਰਤੀ, ਕਿਉਂਕਿ ਸਾਡੀ ਸੁਰਤੀ ਵੀ ਸੂਖਮ ਆ, ਇਹ ਆਕਾਰਾਂ ਦੇ ਵਿੱਚੋਂ ਨਿਕਲੂਗੀ। ਠੀਕ ਹੈ ਜੀ, ਫਿਰ ਇਹ ਸੂਖਮਤਾ ਦਾ ਭੇਦ ਲਏਗੀ। ਜਦੋਂ ਇਹ ਦਰ ਤੇ ਬੈਠੂਗੀ, ਇਹ ਵਾਕਿਆ ਹੀ ਮਨ ਨੂੰ ਮਨਾਉਣ ਤੋਂ ਬਾਅਦ ਛੋਟਾ ਜਿਹਾ ਵੀ ਰੰਗ ਲੱਗ ਗਿਆ ਨਾ ਗੁਰਮੁਖ ਪਿਆਰਿਓ, ਤੇ ਸਮਝ ਲਓ ਸਾਡਾ ਪਾਰ ਉਤਾਰਾ ਹੋ ਗਿਆ। ਅਸੀਂ ਬਿਲਕੁਲ ਮਾਲਕ ਨਾਲ ਮਿਲਾਪ ਕਰਨ ਦੇ ਯੋਗ ਹੋ ਜਾਾਂਗੇ, ਕਿਉਂਕਿ ਮਾਲਕ ਨੇ ਸਾਨੂੰ ਫਿਰ ਆਪ ਹੀ ਚੁਣ ਕੇ ਆਪ ਹੀ ਅੱਗੇ ਤੋਂ ਅੱਗੇ, ਕਿਉਂਕਿ ਮਾਲਕ ਤਾਂ ਅੰਗੀਕਾਰ ਸਾਡਾ ਇੱਥੇ ਵੀ ਕਰ ਰਹੇ ਨੇ ਹਰ ਮਨ ਦਾ। ਉਹ ਕਦੇ ਵੀ ਕਿਸੇ ਆਪਦੇ ਬੱਚੇ ਨਾਲ ਭੇਦਭਾਵ ਨਹੀਂ ਕਰਦੇ। ਅਸੀਂ ਪਛਾਣ ਨਹੀਂ ਪਾਉਂਦੇ, ਕਿਉਂਕਿ ਅਸੀਂ ਮਾਲਕ ਦੀ ਹੋਂਦ ਨੂੰ ਮਾਲਕ ਅੰਗੀਕਾਰ ਕਰ ਰਹੇ ਨੇ, ਅਸੀਂ ਪਛਾਣ ਨਹੀਂ ਪਾਉਂਦੇ। ਕਿਉਂ? ਦੇਖੋ, ਸਵਾਸ ਕੌਣ ਦੇ ਰਿਹਾ ਸਾਨੂੰ? ਹੁਣ ਸਵਾਸ ਤਾਂ ਮਾਲਕ ਮਨਮੁਖ ਨੂੰ ਵੀ ਦੇ ਰਹੇ ਨੇ, ਦੂਜੀਆਂ ਜੂਨਾਂ ਨੂੰ ਵੀ ਦੇ ਰਹੇ ਨੇ। ਠੀਕ ਹੈ ਜੀ, ਤੇ ਉਹ ਇੱਕੋ ਜਿਹਾ ਦੇ ਰਹੇ ਨੇ, ਕਿਸੇ ਨਾਲ ਭੇਦਭਾਵ ਨਹੀਂ ਕਰਦੇ। ਤੇ ਅਸੀਂ ਨਾ ਸ਼ੁਕਰੇ ਹੋ ਕੇ ਅਸੀਂ ਉਹ ਚੀਜ਼ ਨੂੰ ਅਸੀਂ ਸਮਝਦੇ ਹੀ ਨਹੀਂ, ਅਸੀਂ ਭੇਦ ਹੀ ਨਹੀਂ ਲੈਂਦੇ ਇਸ ਚੀਜ਼ ਬਾਰੇ ਕਿ ਸਾਨੂੰ, ਅਸੀਂ ਫ੍ਰੀ ਚ ਸਵਾਸ ਲੈ ਕੇ, ਕਿਉਂਕਿ ਮਹਾਰਾਜ ਕਹਿੰਦੇ ਨਾ, ਆਪੇ ਕਰਤਾ ਕਰ ਕਰ ਵੇਖੇ ਦਿਨ ਦਾ ਸਾਸ ਗਰਾਹਾ ਹੈ। ਸਾਨੂੰ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਇੱਥੇ ਭੇਜਿਆ, ਆਪ ਹੀ ਆਪਣੇ ਆਪ ਤੋਂ ਸਾਜਿਆ ਸਵਾਰਿਆ। ਜਿਨ ਤੂੰ ਸਾਜ ਸਵਾਰ ਸਿਗਾਰਿਆ। ਦੇਖੋ, ਗੁਰਬਾਣੀ ਗੁਰੂ ਨੂੰ ਅਸੀਂ ਡੀਪਲੀ ਸਮਝੀਏ ਕਿ ਮਹਾਰਾਜ ਦੇ ਇੱਕ ਇੱਕ ਲਫ਼ਜ਼ ਸਾਨੂੰ ਕਹਿਣਾ ਕੀ ਚਾਹੁੰਦੇ ਆ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਪਹਿਲਾਂ ਸਾਜਿਆ ਫਿਰ ਸਵਾਰਿਆ। ਦੇਖੋ, ਸਾਡੇ ਤੇ ਕਿੰਨੀ ਜ਼ਿਆਦਾ ਮਾਲਕ ਨੇ ਕਿੰਨੀ ਰੀਝ ਦੇ ਨਾਲ ਸਾਨੂੰ ਬਣਾਇਆ ਹੋਊਗਾ। ਸਾਜ ਸਵਾਰ ਸਿਗਾਰਿਆ, ਸ਼ਿੰਗਾਰ ਕੇ ਭੇਜਿਆ। ਫਿਰ ਮਹਾਰਾਜ ਕਹਿੰਦੇ ਵੀ ਦੇਖੋ, ਅਸੀਂ ਇੱਥੇ ਤ੍ਰੈ ਗੁਣਾਂ ਦੇ ਵਿੱਚ ਕੋਈ ਵੀ ਚੀਜ਼ ਬਣਾਉਣੀ ਹੋਵੇ, ਅਸੀਂ ਬਣਾ ਕੇ ਕਦੇ ਵੀ, ਮਾਤਾ ਵੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹਦੇ ਨਾਲ ਹਰ ਵਕਤ ਨਹੀਂ ਰਹਿੰਦੀ।
ਠੀਕ ਆ ਜੀ। ਜਿੰਨਾ ਟਾਈਮ ਬੱਚਾ ਉਹ ਘਰੇ ਆ, ਠੀਕ ਆ, ਜਦੋਂ ਬੱਚਾ ਘਰੋਂ ਬਾਹਰ ਚਲੇ ਜਾਂਦਾ ਆ ਤੇ ਉਹ ਮਾਤਾ ਨਾਲ ਨਹੀਂ ਰਹਿੰਦੀ ਉਹਦੇ, ਠੀਕ ਆ ਜੀ। ਪਰ ਹੁਣ ਸਾਡਾ ਦੇਖੋ ਇੱਧਰ ਮਾਲਕ ਘਰੋਂ ਆ ਗਏ ਆ, ਚੌਥਾ ਯੁੱਗ ਹੋ ਗਿਆ, ਨਾਲ ਹੀ ਨਾਲ ਆ, ਤੇ ਅਸੀਂ ਕਦੇ ਵੀ ਪਛਾਣਿਆ ਹੀ ਨਹੀਂ। ਪਹਿਲਾਂ ਮਾਰੇ ਸਾਨੂੰ ਬਾਈਟ ਦੇ ਰਹੇ ਨੇ ਸਵਾਸਾਂ ਦੀ, ਸਵਾਸਾਂ ਰੂਪੀ ਸਾਨੂੰ ਬੁਰਕੀ ਦੇ ਰਹੇ ਨੇ, ਤੇ ਫਿਰ ਸਾਨੂੰ ਦੇਖ ਵੀ ਰਹੇ ਆ ਬੜੇ ਪਿਆਰ ਦੇ ਨਾਲ, ਸਾਨੂੰ ਬਣਾ ਕੇ ਵੈਸੇ ਹੀ ਨਹੀਂ, ਪਹਿਲਾਂ ਰੀਝ ਲਾ ਕੇ ਬਣਾਇਆ, ਸਵਾਰਿਆ, ਸ਼ਿੰਗਾਰਿਆ ਸਾਡੀਆਂ ਸੁਰਤੀਆਂ ਨੂੰ, ਠੀਕ ਆ ਜੀ। ਸਾਨੂੰ ਧਿਆਨ ਦਾ ਖੇਡ ਸਮਝਾ ਕੇ ਨਾਮ ਦਾ ਧਨ ਦੇ ਕੇ ਭੇਜਿਆ, ਤੇ ਅਸੀਂ ਇਹ ਚੀਜ਼ ਦਾ ਭੇਦ ਨਹੀਂ ਲਿਆ, ਅਸੀਂ ਮਾਲਕ ਨੂੰ ਵਿਸਾਰਤਾ, ਟੋਟਲੀ ਵਿਸਾਰਤਾ ਆਪਦੀ ਸੁਰਤੀ ਦੇ ਵਿੱਚੋਂ, ਤੇ ਅਸੀਂ ਇੱਥੇ ਆ ਕੇ ਦੂਸਰੇ ਦੇ ਨਾਲ ਲੱਗ ਗਏ, ਭਾਵ ਮਾਇਆ ਦੇ ਵਿੱਚ। ਮਾਇਆ ਸਾਨੂੰ ਪਿਆਰੀ ਲੱਗਣ ਲੱਗ ਗਈ, ਤੇ ਫਿਰ ਮਾਲਕ ਨੇ ਕੀ ਕੀਤਾ, ਸਾਨੂੰ ਸਾਡਾ ਕਦੇ ਵੀ ਸਾਥ ਨਹੀਂ ਛੱਡਿਆ। ਮਾਲਕ ਹਮੇਸ਼ਾ ਹੀ ਸਾਨੂੰ ਸਵਾਸਾਂ ਰੂਪੀ ਧਨ ਪਿਆਰ ਦੇ ਨਾਲ ਬੁਰਕੀ ਸਾਡੇ ਮੂੰਹ ਚ ਪਾ ਪਾ ਕੇ ਦੇਖਦੇ ਆ। ਆਪੇ ਕਰਤਾ ਕਰ ਕਰ ਵੇਖੇ, ਦਿਨ ਦਾ ਸਾਸ ਗਰਾਹਾ ਹੈ। ਸਾਨੂੰ ਸਵਾਸ ਦੇਣ ਲੱਗਿਆ ਦੇਖਦੇ ਆ ਕਿ ਮੇਰਾ ਪੁੱਤ ਕਿਸ ਤਰੀਕੇ ਦੇ ਨਾਲ ਮੇਰੇ ਦਿੱਤੇ ਹੋਏ ਧਨ ਦਾ ਉਪਯੋਗ ਕਰ ਰਿਹਾ। ਹਰ ਵਕਤ ਸਾਡਾ ਖੇਡ ਬੈਠ ਕੇ ਦੇਖਦੇ ਨੇ ਮੱਥੇ ਤੇ, ਹਰ ਵਕਤ, ਹਰ ਪਲ। ਤੇ ਗੁਰਮੁਖ ਪਿਆਰਿਓ, ਸਾਨੂੰ ਮਾਲਕ ਦੀ ਹੋਂਦ ਮਹਿਸੂਸ ਹੁੰਦੀ ਹੀ ਨਹੀਂ, ਤੇ ਜਦੋਂ ਫਿਰ ਕਿਰਪਾ ਦੇ ਨਾਲ ਸਾਨੂੰ ਹੋਂਦ ਮਹਿਸੂਸ ਹੋਵੇ, ਤੇ ਹੁਣ ਅਸੀਂ ਪ੍ਰੈਕਟੀਕਲ ਕਰਕੇ ਦੇਖੀਏ, ਜਿੰਨੇ ਸਵਾਸ ਆ ਰਹੇ ਨੇ ਤੇ ਮਾਲਕ ਬੈਠ ਕੇ ਸਵਾਸ ਸਾਡੇ ਮੂੰਹ ਚ ਬੁਰਕੀ ਪਾਉਂਦੇ ਹੋਏ ਤੇ ਸਾਨੂੰ ਉਹ ਦੇਖ ਰਹੇ ਨੇ, ਠੀਕ ਆ ਜੀ ਗੁਰਮੁਖ ਪਿਆਰਿਓ। ਤੇ ਜਦੋਂ ਉਹ ਦੇਖ ਰਹੇ ਨੇ ਮਾਲਕ ਸਾਨੂੰ, ਤੇ ਅਸੀਂ ਵੀ ਮਾਲਕ ਦੀ ਹੋਂਦ ਨੂੰ ਮਹਿਸੂਸ ਕਰਕੇ ਦੇਖੀਏ, ਤੇ ਸਾਨੂੰ ਫਿਰ ਉਹ ਅੰਦਰੋਂ ਭਾਵ ਪੈਦਾ ਹੋ ਜਾਊਗਾ ਸਾਡੇ ਮਨ ਚ। ਜੇ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਮੰਨਦੇ ਹਾਂ, ਜੇ ਵਾਕਿਆ ਹੀ ਸਾਡਾ ਮਨ ਮੰਨਦਾ, ਸਾਡੇ ਅੰਦਰ ਪ੍ਰੀਤ ਪੈਦਾ ਹੋ ਜਾਊਗੀ। ਅਸੀਂ ਕਿਸੇ ਦੀ ਹੋਂਦ ਨੂੰ, ਅਸੀਂ ਮਾਲਕ ਦੀ ਹੋਂਦ ਨੂੰ ਹਰ ਪਲ ਮਹਿਸੂਸ ਕਰਨਾ ਸ਼ੁਰੂ ਕਰ ਦਾਂਗੇ। ਪਰ ਸਾਨੂੰ ਇਹ ਬਾਰ-ਬਾਰ ਆਪਣੇ ਮਨ ਨੂੰ ਮਨਾਉਣਾ ਪਏਗਾ, ਸਾਨੂੰ ਦ੍ਰਿੜ ਕਰਨਾ ਪਏਗਾ। ਜਿੰਨਾ ਟਾਈਮ ਸਾਡਾ ਮਨ ਨਹੀਂ ਨਾ ਮੰਨਦਾ, ਉਹਨਾਂ ਟਾਈਮ ਸਾਡੀ ਇਹ ਖੇਡ ਜਿਹੜੀ ਆ ਉਹ ਬਣਦੀ ਨਹੀਂ। ਉਹਨਾਂ ਟਾਈਮ ਗੁਰਮੁਖ ਪਿਆਰਿਓ ਗੱਲਾਂ ਬਾਤਾਂ ਆ, ਕਿਉਂਕਿ ਮਾਲਕ ਦੇ ਨਾਲ ਅਸੀਂ ਕਦੇ ਵੀ ਫਾਰਮੈਲਿਟੀ ਨਹੀਂ ਕਰ ਸਕਦੇ, ਕਦੇ ਵੀ। ਜੋ ਸਾਡੀ ਸੁਰਤੀ ਚ ਵਸ ਗਿਆ, ਠੀਕ ਹੈ ਜੀ, ਉਹੀ ਪ੍ਰਵਾਨ ਆ। ਜੇ ਸਾਡੇ ਅੰਦਰ ਮਾਲਕ ਦਾ ਪਿਆਰ ਹੈ ਤੇ ਉਹ ਕਦੇ ਵੀ ਵਿਅਰਥਾ ਨਹੀਂ ਜਾਂਦਾ, ਉਹ ਵਧੂਗਾ ਹੀ, ਵਧੂਗਾ ਹੀ, ਦਿਨ ਰਾਤ ਉਹ ਵਧੂਗਾ। ਕਿਉਂਕਿ ਸਾਨੂੰ ਨਹੀਂ ਪਤਾ ਚੱਲਣਾ ਕਿ ਮਾਲਕ ਨੇ ਕਿਵੇਂ ਸਾਡਾ ਉਹ ਪਿਆਰ ਦਿਨ ਰਾਤ ਆਪ ਹੀ ਵਧਾਈ ਜਾਣਾ। ਸੋ ਇਸ ਕਰਕੇ ਅਸੀਂ ਪਹਿਲਾਂ ਤਾਂ ਮਨ ਮਨਾਈਏ, ਕਿਉਂਕਿ ਅਸੀਂ ਕੁਛ ਨਹੀਂ ਕਰਨਾ, ਨਾ ਅਸੀਂ ਤਰਲੋਕੀ ਦਾ ਖੇਡ ਖੇਡ ਸਕਦੇ, ਨਾ ਅਸੀਂ ਪਰਲੋਕ ਦਾ ਖੇਡ ਖੇਡ ਸਕਦੇ ਹਾਂ। ਆਪ ਹੀ ਉਹ ਖੇਡ ਰਿਹਾ ਸਾਡੇ ਵਿੱਚ ਬੈਠਾ। ਅਸੀਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਭੇਦ ਲਈਏ, ਅਸੀਂ ਬਾਰ-ਬਾਰ ਪੜ੍ਹੀਏ, ਮਹਾਰਾਜ ਦੇ ਕੋਲ ਜਾ ਕੇ ਪੁੱਛੀਏ ਕਿ ਮਹਾਰਾਜ ਸਾਡੇ ਮਾਲਕ ਕਿਹੋ ਜਿਹੇ ਨੇ, ਕਿਹੋ ਜਿਹਾ ਬੋਲਦੇ ਨੇ, ਉਹਨਾਂ ਦਾ ਬਿਹੇਵ ਕਿਹੋ ਜਿਹਾ ਆ, ਉਹ ਸਾਡੇ ਪ੍ਰੈਕਟੀਕਲ ਦੇ ਵਿੱਚ ਕਿਸ ਤਰੀਕੇ ਨਾਲ ਸਾਡੀ ਹੈਲਪ ਕਰਦੇ ਆ, ਠੀਕ ਹੈ ਜੀ। ਅਸੀਂ ਮਹਾਰਾਜ ਤੋਂ ਪੁੱਛਣਾ, ਸਤਿਗੁਰਾਂ ਤੋਂ, ਅਕਾਲ ਪੁਰਖ ਵਾਹਿਗੁਰੂ ਜੀ ਕਿਹੋ ਜਿਹੇ ਨੇ, ਕਿਵੇਂ ਸਾਡੀ ਉਹ ਹੈਲਪ ਕਰ ਰਹੇ ਨੇ। ਸਾਡੇ ਇਹ ਤ੍ਰੈ ਗੁਣ, ਅਸੀਂ ਬਹੁਤ ਅਵਗੁਣਾਂ ਦੇ ਭਰੇ ਹੋਏ ਆ, ਸਾਨੂੰ ਮਾਇਆ ਨੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਵੱਸ ਦੇ ਵਿੱਚ ਕੀਤਾ ਹੋਇਆ ਆ। ਤੇ ਮਹਾਰਾਜ ਅਸੀਂ ਦੁਹਾਗਣ ਹੋ ਗਏ, ਸਾਡੀਆਂ ਸੁਰਤੀਆਂ ਨਾਮ ਨੂੰ ਵਿਸਾਰ ਕੇ ਦੁਹਾਗਣ ਹੋ ਗਏ। ਮਹਾਰਾਜ ਹੁਣ ਤੁਸੀਂ ਸਾਨੂੰ ਦੱਸੋ ਕਿ ਅਸੀਂ ਕੀ ਕਰੀਏ, ਤੇ ਅਸੀਂ ਕੀ ਆ, ਤੇ ਮਾਲਕ ਸਾਡੀ ਪੈਜ ਕਿਸ ਤਰੀਕੇ ਨਾਲ ਰੱਖਦੇ ਨੇ। ਤੇ ਫਿਰ ਮਹਾਰਾਜ ਸਾਨੂੰ ਦੱਸਦੇ ਨੇ ਗੁਰਬਾਣੀ ਗੁਰੂ ਦੇ ਵਿੱਚ, ਮਹਾਰਾਜ ਕਹਿੰਦੇ ਪੇਵ ਕੜੈ ਧਨ ਖਰੀ ਇਆਣੀ ਹੁੰਦੀ ਸਾਡੀ ਸੁਰਤੀ ਜਿਹੜੀ ਮਾਲਕ ਨੂੰ ਵਸਾਰ ਚੁੱਕੀ, ਅਣਜਾਣ ਹੋ ਚੁੱਕੀ ਆ। ਹੁਣ ਇਹ ਤਰਲੋਕੀ ਨੂੰ ਉਹ ਪੇਕਾ ਘਰ ਦੱਸ ਰਹੇ ਨੇ, ਕਹਿੰਦੇ ਇੱਥੇ ਵੀ ਆਪਣੇ ਆਪ ਨੂੰ ਉਹ ਅਣਜਾਣ ਪੁਣੇ ਦੇ ਵਿੱਚ, ਇਹ ਜੋ ਮਾਇਆ ਦਾ ਮਾਲਕ ਨੇ ਧਨ ਦਿੱਤਾ ਹੋਇਆ, ਇਹਦੇ ਵਿੱਚ ਆਪਣੇ ਆਪ ਨੂੰ ਉਹ ਸੁਰਤੀ ਭੁੱਲ ਕੇ ਮਾਲਕ ਨੂੰ ਖਰੀ ਸਮਝ ਰਹੀ ਆ ਵੀ ਮੈਂ ਇੱਥੇ ਹੀ ਫਸੀ ਹੋਈ ਆ। ਉਹਨੂੰ ਮਾਲਕ ਬਾਰੇ ਕੋਈ ਭੇਦ ਨਹੀਂ ਹੈਗਾ, ਠੀਕ ਹੈ ਜੀ। ਉਹਨੇ ਆਪਦੇ ਕੰਤ ਨੂੰ ਵਸਾਰ ਦਿੱਤਾ, ਉਹਨੇ ਨਾਮ ਦਾ ਜੋ ਚੋਲਾ ਸੀ ਉਹ ਉਤਾਰ ਕੇ, ਨਾਮ ਦਾ ਕੱਪੜਾ ਉਤਾਰ ਕੇ ਮਾਇਆ ਦਾ ਕੱਪੜਾ ਪਾ ਲਿਆ, ਤੇ ਇਹ ਭਰਮ ਦੇ ਵਿੱਚ ਆ, ਇਆਣੀ ਆ, ਭਰਮ ਦੇ ਵਿੱਚ ਆ, ਅਣਜਾਣ ਆ। ਮਾਰੇ ਕਹਿੰਦੇ ਫਿਰ ਤਿਸ ਸਹਿ ਕੀ ਮੈਂ ਸਾਰ ਨਾ ਜਾਣੀ, ਕਹਿੰਦੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੋ ਮੇਰੇ ਸੁਰਤੀ ਦਾ ਪਰਮੇਸ਼ਵਰ ਪਤੀ ਆ, ਉਹਦੀ ਮੈਨੂੰ ਸਾਰ ਹੀ ਭੁੱਲ ਗਈ, ਉਹਨੂੰ ਵਸਾਰ ਦਿੱਤਾ, ਉਹਦੀ ਮੈਨੂੰ ਸਾਰ ਟੋਟਲੀ ਭੁੱਲ ਗਈ। ਮੈਂ ਭਰਮ ਦੇ ਵਿੱਚ, ਇਹ ਪੰਜਾਂ ਨੇ ਮੇਰੀ ਸੁਰਤੀ ਦੇ ਉੱਪਰ ਇੰਨਾ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਜਾਲ ਪਾ ਦਿੱਤਾ ਕਿ ਉਹਦੀ ਸਾਰ ਮੈਨੂੰ ਟੋਟਲੀ ਭੁੱਲ ਗਈ। ਮਾਲਕ ਦੇ ਬਾਰੇ ਦੇ ਵਿੱਚ, ਨਾਮ ਦੇ ਬਾਰੇ ਚ ਸਾਡੀ ਸੁਰਤੀ ਜਿਹੜੀ ਉਹ ਵਸਾਰ ਗਈ। ਕਹਿੰਦੇ ਸੋਹ ਮੇਰਾ ਏਕ, ਦੂਜਾ ਨਹੀਂ ਕੋਈ। ਹੁਣ ਦੇਖੋ, ਜੇ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਦੱਸਿਆ ਕਿ ਸਾਡੀ ਸੁਰਤੀ ਦਾ ਪਤੀ
ਇੱਕ ਹੈ, ਸਾਡੀਆਂ ਸਾਰੀਆਂ ਸੁਰਤੀਆਂ ਨੂੰ ਨਾਰੀਆਂ ਦੱਸਿਆ ਹੋਇਆ ਤੇ ਮਾਲਕ ਨੂੰ ਸਾਡੀਆਂ ਸੁਰਤੀਆਂ ਦਾ ਪਤੀ ਦੱਸਿਆ ਹੋਇਆ। ਗੁਰਬਾਣੀ ਗੁਰੂ ਦੇ ਵਿੱਚ ਕਹਿੰਦੇ ਇੱਕ ਹੀ ਆ ਉਹ, ਅਕਾਲ ਪੁਰਖ ਵਾਹਿਗੁਰੂ ਜੀ, ਪ੍ਰਕਾਸ਼ ਰੂਪ ਮਾਲਕ, ਦੂਸਰਾ ਨਹੀਂ ਕੋਈ ਵੀ ਹੈਗਾ। ਜੇ ਅਸੀਂ ਇਹ ਸੋਚੀਏ ਨਾ ਵੀ ਅਸੀਂ ਨਾਲ ਨਾਲ ਮਾਇਆ ਵੀ ਦ੍ਰਿੜ ਕਰੀ ਜਾਣੀ ਆ ਤੇ ਨਾਲ ਨਾਲ ਪਾਠ ਵੀ ਕਰੀ ਜਾਣਾ, ਸਿਮਰਨ ਵੀ ਕਰੀ ਜਾਣਾ, ਵੀ ਚੱਲੀ ਜਾਊਗਾ ਕੋਈ ਗੱਲ ਨਹੀਂ, ਨਹੀਂ ਮਹਾਰਾਜ ਕਹਿੰਦੇ ਦੂਜੇ ਦੇ ਨਾਲ ਨਹੀਂ। ਇੱਥੇ ਪ੍ਰੀਤ ਦੀ ਗੱਲ ਆ, ਇੱਥੇ ਪ੍ਰੇਮ ਦੀ ਗੱਲ ਆ। ਜਦੋਂ ਸਾਡਾ ਕਿਸੇ ਦੇ ਨਾਲ ਪ੍ਰੇਮ ਪੈ ਜਾਂਦਾ ਨਾ, ਜਦੋਂ ਸਾਡਾ ਕਿਸੇ ਦੇ ਨਾਲ ਪ੍ਰੀਤ ਗੂੜੀ ਪੈ ਜਾਂਦੀ ਆ, ਤੇ ਗੁਰਮੁਖ ਪਿਆਰਿਓ ਕਿ ਪ੍ਰੀਤ ਦੇ ਵਿੱਚ ਤਾਂ ਇੱਕ ਹੀ ਆਉਂਦਾ ਆ, ਦੋ ਨਹੀਂ ਹੋ ਸਕਦੇ। ਜੇ ਅਸੀਂ ਕਹੀਏ ਵੀ ਅਸੀਂ ਇੱਕ ਦੇ ਨਾਲ ਇਹਦੇ ਨਾਲ ਵੀ ਪਿਆਰ ਕਰੀ ਜਾਂਦੇ ਆ, ਠੀਕ ਆ ਜੀ, ਇਹ ਮਾਲਕ ਨਾਲ ਵੀ ਪ੍ਰੀਤ ਕਰੀ ਜਾਂਦੇ ਆ ਤੇ ਨਾਲ ਨਾਲ ਅਸੀਂ ਤ੍ਰੈ ਗੁਣਾ ਨਾਲ ਵੀ, ਮਾਇਆ ਦੇ ਨਾਲ ਵੀ ਪਿਆਰ ਕਰੀ ਜਾਂਦੇ ਆ, ਨਹੀਂ ਗੁਰਮੁਖ ਪਿਆਰਿਓ, ਉਹਨੂੰ ਪ੍ਰੀਤ ਡੈਫੀਨੇਟਲੀ ਨਹੀਂ ਕਿਹਾ ਜਾਂਦਾ। ਮਾਰੇ ਕਹਿੰਦੇ ਵੀ ਜੇ ਤੇਰੇ ਮਨ ਦੇ ਵਿੱਚ ਪਿਆਰ ਪੈ ਗਿਆ, ਜੇ ਉਹਦੀ ਪ੍ਰੀਤ ਲੱਗ ਗਈ, ਤੇ ਫਿਰ ਉੱਥੇ ਮਾਇਆ ਨਹੀਂ ਆ ਸਕਦੀ, ਕਦੇ ਵੀ ਨਹੀਂ ਆ ਸਕਦੀ। ਕਿਉਂਕਿ ਮਾਰੇ ਕਹਿੰਦੇ ਇਹ ਕਨੇਹੀ ਆਸ਼ਕੀ ਦੂਜੇ ਲੱਗਿਆ ਜਾਏ। ਕਹਿੰਦੇ ਕਿਹੜੀ ਆਸ਼ਕੀ ਕਰ ਰਿਹਾ ਤੂੰ, ਕਿਹੜੀ ਪ੍ਰੀਤ ਦੀ ਤੂੰ ਗੱਲ ਕਰ ਰਿਹਾ ਵੀ ਮੇਰਾ ਮਾਲਕ ਨਾਲ ਬਹੁਤ ਪਿਆਰ ਆ। ਕਹਿੰਦੇ ਜਦੋਂ ਪਿਆਰ ਪੈ ਜਾਵੇ ਤੂੰ ਪ੍ਰੀਤ ਦੀ ਭਾਸ਼ਾ ਨੂੰ ਸਮਝਦਾ ਆ, ਪ੍ਰੀਤ ਹੁੰਦੀ ਕੀ ਆ ਤੈਨੂੰ ਸਮਝਦਾ ਤੂੰ? ਜਦੋਂ ਪ੍ਰੀਤ ਪੈ ਜਾਂਦੀ ਆ ਤੇ ਅਸੀਂ ਫਿਰ ਉਸ ਤੋਂ ਬਿਨਾਂ ਇੱਕ ਛਿਨ ਪਲ ਨਹੀਂ ਰਹਿ ਸਕਦੇ। ਤੇ ਦੂਸਰੇ ਤੋਂ ਤਾਂ ਫਿਰ ਉਹ ਮਨ ਪਾਸਾ ਵੱਟਦਾ। ਦੂਸਰਾ ਕੀ? ਮਾਇਆ। ਮਾਇਆ ਤੋਂ ਤਾਂ ਮਾਇਆ, ਕਿਉਂਕਿ ਕਾਲ ਲਾਲਚ ਵੀ ਦਿੰਦਾ ਆ, ਠੀਕ ਆ ਜੀ। ਪਹਿਲਾਂ ਕਾਲ ਧੱਕੇ ਨਾਲ ਫਸਾਉਂਦਾ ਆ, ਫਿਰ ਕਾਲ ਸਾਨੂੰ ਲਾਲਚ ਵੀ ਦੇ ਰਿਹਾ ਆ ਕਿ ਇਹ ਲਾਲਚ ਦੇ ਨਾਲ ਹੀ ਲੱਗ ਜਾਣ। ਤੇ ਜੇ ਪਿਆਰ ਹੀ ਮਾਲਕ ਨਾਲ ਪੈ ਗਿਆ ਹੋਵੇ, ਜੇ ਸਾਡੀ ਸੁਰਤੀ ਦੀ ਪ੍ਰੀਤ ਹੀ ਅਕਾਲ ਪੁਰਖ ਦੇ ਨਾਲ, ਉਸ ਮਾਲਕ ਦੇ ਨਾਲ, ਅਸੀਂ ਉਹਨੂੰ ਆਪਣਾ ਸਭ ਕੁਝ ਮੰਨ ਲਿਆ ਹੋਵੇ ਮਾਲਕ ਨੂੰ, ਤੇ ਫਿਰ ਅਸੀਂ ਦੂਸਰੇ ਵੱਲ ਕਦੇ ਵੀ ਨਹੀਂ ਜਾ ਸਕਦੇ। ਟਾਈਮ ਹੀ ਨਹੀਂ, ਮੌਕਾ ਹੀ ਨਹੀਂ ਸਾਡੇ ਕੋਲ। ਸਾਡੀ ਸੁਰਤੀ ਚੋਂ ਉਹ ਮਾਇਆ ਜਿਹੜੀ ਉਹ ਵਿਸਰ ਜਾਂਦੀ। ਕਹਿੰਦੇ ਕੀ ਆ ਵੀ ਜੇ ਤੁਸੀਂ ਵਾਕਿਆ ਹੀ ਤੂੰ ਪ੍ਰੀਤ ਕਰ ਰਹੇ ਆ, ਸੁਰਤੀ ਨੂੰ, ਮਨ ਨੂੰ ਸੰਬੋਧਨ ਕਰ ਰਿਹਾ ਮਾਰੇ ਕਿ ਤੇਰੇ ਵਾਕਿਆ ਹੀ ਤੂੰ ਮਾਲਕ ਨਾਲ ਪਿਆਰ ਕਰ ਰਿਹਾ, ਕਹਿੰਦੇ ਫਿਰ ਇਹ ਕਿਹੋ ਜੀ ਆਸ਼ਕੀ ਆ ਵੀ ਤੂੰ ਇੱਕ ਪਾਸੇ ਦਾਵਾ ਕਰਦਾ ਕਿ ਮੈਂ ਮਾਲਕ ਨਾਲ ਪਿਆਰ ਕਰ ਰਿਹਾ, ਮੇਰੀ ਪ੍ਰੀਤ ਆ, ਤੇ ਦੂਜੇ ਪਾਸੇ ਤੂੰ ਦੂਸਰੇ ਦੇ ਨਾਲ ਵੀ ਲੱਗਿਆ ਹੋਇਆ ਆ। ਫਿਰ ਤੂੰ ਮਾਇਆ ਨੂੰ ਵੀ ਨਹੀਂ ਛੱਡ ਰਿਹਾ, ਮਾਇਆ ਵੀ ਤੈਨੂੰ ਪਿਆਰੀ ਲੱਗਦੀ ਆ। ਸੋ ਹੁਣ ਪ੍ਰੈਕਟੀਕਲੀ ਜੀਵਨ ਦੇ ਵਿੱਚ ਹੁੰਦਾ ਕੀ ਆ ਗੁਰਮੁਖ ਪਿਆਰਿਓ? ਗੁਰਬਾਣੀ ਗੁਰੂ ਦੇ ਅਨੁਸਾਰ ਜੇ ਮਾਲਕ ਨਾਲ ਪਿਆਰ ਪੈ ਗਿਆ, ਮਾਲਕ ਦੇ ਨਾਲ ਗੂੜੀ ਪ੍ਰੀਤ ਲੱਗ ਗਈ, ਤੇ ਫਿਰ ਗੁਰਮੁਖ ਪਿਆਰਿਓ ਚਾਹ ਕੇ ਵੀ ਫੁਰਨਾ ਲੈ ਕੇ ਦੇਖ ਲਿਓ, ਵਿਚਾਰ ਲੈ ਕੇ ਦੇਖਿਓ, ਆਪਣੇ ਮਨ ਨੂੰ ਮਨਾ ਕੇ ਦੇਖ ਲਿਓ ਕਿ ਦੂਜੇ ਨਾਲ ਵੀ ਪਿਆਰ ਕਰੀਏ। ਹੋ ਹੀ ਨਹੀਂ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਮਾਇਆ ਦੇ ਵਿੱਚ ਚਾਹੇ ਫਿਰ ਉਹਨਾਂ ਦਾ ਕਿਸੇ ਨੇ ਬੰਦ ਕਟਵਾਇਆ, ਕੋਈ ਨੀਆਂ ਚ ਚਿਣ ਹੋਇਆ, ਗੁਰਮੁਖ ਪਿਆਰਿਓ ਕਿਸੇ ਨੇ ਉਬਲਦੀਆਂ ਹੋਈਆਂ ਦੇਗਾਂ ਦੇ ਵਿੱਚ ਆਪਣੀ ਆ ਬੋਡੀ ਨੂੰ ਤਿਆਗ ਦਿੱਤਾ, ਇਹ ਪ੍ਰੀਤ ਸੀ। ਕਿਉਂਕਿ ਦੂਜਾ ਹੋ ਹੀ ਨਹੀਂ ਸਕਦਾ। ਸੂਲੀ ਤੇ ਚੜ ਗਏ, ਫਾਂਸੀ ਚੜ ਗਏ, ਉਹ ਕਹਿੰਦੇ ਦੂਜੇ ਦੇ ਨਾਲ ਸਾਡਾ ਪਿਆਰ ਹੋ ਹੀ ਨਹੀਂ ਸਕਦਾ। ਤੁਸੀਂ ਆ ਤਨ ਦਾ ਕੱਪੜਾ ਲੈਣਾ ਲੈ ਲਓ, ਇਹਦੀ ਸਾਡੇ ਨਾਲ ਕੋਈ ਇਹਦਾ ਕੋਈ ਬਾਹਲਾ ਮਹੱਤਵ ਨਹੀਂ। ਜੇ ਸਾਡੇ ਮਾਲਕ ਨੇ ਦਾ ਹੁਕਮ ਆ, ਜੇ ਉਹਦਾ ਭਾਣਾ ਆ ਵੀ ਅਸੀਂ ਆ ਤਨ ਨੂੰ ਇਸੇ ਤਰੀਕੇ ਦੇ ਨਾਲ ਲਾ ਕੇ ਜਾਣਾ ਆ, ਅਸੀਂ ਇਸੇ ਤਰੀਕੇ ਨਾਲ ਲਾ ਕੇ ਜਾਣਾ। ਇਹਨੂੰ ਪ੍ਰੀਤ ਕਹਿੰਦੇ, ਪਰ ਅਸੀਂ ਉਹਦੇ ਨਾਲ ਪ੍ਰੀਤ ਨਹੀਂ ਕਰਨੀ, ਛੱਡਣੀ। ਅਸੀਂ ਤੁਹਾਡੇ ਨਾਲ ਪ੍ਰੀਤ ਨਹੀਂ ਪਾ ਸਕਦੇ, ਕਾਲ ਦੇ ਨਾਲ, ਮਾਇਆ ਦੇ ਨਾਲ ਪ੍ਰੀਤ ਕਦੇ ਵੀ ਨਹੀਂ ਲੱਗ ਸਕਦੀ। ਜੇ ਮਾਲਕ ਨਾਲ ਲੱਗ ਗਈ ਚਾਹੇ ਕੁਛ ਹੋ ਜਾਵੇ। ਇਹ ਇਹੋ ਜਿਹਾ ਰੰਗ ਆ ਜਿਹੜਾ ਇੱਕ ਵਾਰ ਚੜ ਗਿਆ ਤੇ ਦੂਜੀ ਵਾਰ ਇਹ ਰੰਗ ਦੂਸਰਾ ਫਿਰ ਕਦੇ ਨਹੀਂ ਚੜਦਾ। ਇਹ ਮਾਲਕ ਦਾ ਰੰਗ ਆ, ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਉਹ ਜਿਸ ਨੇ ਦੁਨੀਆ ਬਣਾਈ, ਜਿਸ ਦੇ ਅੰਦਰ ਕਰੋੜਾਂ ਖੰਡ ਬ੍ਰਹਿਮੰਡ ਆਉਂਦੇ ਆ, ਉਸ ਅਕਾਲ ਪੁਰਖ ਦਾ ਪਿਆਰ ਆ, ਉਸ ਮਾਲਕ ਦੀ ਪ੍ਰੀਤ ਆ, ਕੋਈ ਛੋਟੀ ਜਿਹੀ ਗੱਲ ਥੋੜੋ ਵਾ। ਫਿਰ ਜੇ ਕਹਿੰਦੇ ਤੁਸੀਂ ਹਜੇ ਮਾਇਆ ਨਾਲ ਵੀ ਪਿਆਰ ਕਰੀ ਜਾਂਦੇ, ਮਤਲਬ ਤੁਸੀਂ ਦਰ ਤੇ ਬੈਠੇ ਆ, ਤੁਸੀਂ ਇਹ ਵੀ ਸੋਚੀ ਜਾਂਦੇ ਆ ਕਿ ਮਾਇਆ, ਕੋਈ ਵੀ ਮਾਇਆ ਕੁਛ ਵੀ ਹੋ ਸਕਦੀ, ਤੁਹਾਡੇ ਸਰੀਰ ਤੋਂ ਲੈ ਕੇ ਧੀਆਂ ਪੁੱਤ, ਪੈਸਾ ਧੇਲਾ, ਜ਼ਮੀਨ ਜਾਇਦਾਦ। ਜੇ ਤੁਹਾਡੇ ਮਨ 'ਚ ਇਹ ਵੀ ਚਿੰਤਾ ਨਾ ਕਿ ਮੇਰਾ ਪਰਿਵਾਰ ਵੀ ਵਧੀਆ ਹੀ ਰਵੇ, ਉਹਦੇ ਚੋਂ ਵੀ ਨਾ ਕਿਸੇ ਦੀ ਜਾਨ ਚਲ ਜਾਵੇ, ਵੀ ਮੈਂ ਤਾਂ ਪ੍ਰੈਕਟੀਕਲ ਕਰਨ ਲੱਗ ਗਿਆ ਕਿ ਕਿਤੇ ਕਾਲੇ ਹੀ ਨਾ ਪਰਚਾ ਪਾ ਦੇਵੇ ਨਾ, ਕਿ ਕਿਤੇ ਸਾਡੇ ਪਰਿਵਾਰ ਨੂੰ ਨਾ ਨੁਕਸਾਨ ਪਹੁੰਚਾ ਦੇਵੇ, ਇਹ ਕੋਈ ਪ੍ਰੀਤ ਨਹੀਂ। ਠੀਕ ਆ ਜੀ, ਇਹ ਤਾਂ ਅਸੀਂ ਆਪਣੇ ਆਪ ਦਾ ਬਚਾਅ, ਜ਼ਰੂਰਤ ਆ ਗਈ ਨਾ ਇੱਥੇ ਤਾਂ। ਪ੍ਰੀਤ ਦੇ ਵਿੱਚ ਤਾਂ ਇਹ ਆ ਕਿ ਚਾਹੇ ਬੰਦ ਕੱਟ ਹੋ ਜਾਏ, ਠੀਕ ਆ ਜੀ, ਚਾਹੇ ਇਹ ਸਰੀਰ ਦਾ ਕੱਪੜਾ, ਇਹ ਜੇ ਮੇਰੇ ਮਾਲਕ ਦਾ ਹੁਕਮ ਆ ਨਾ ਕਿ ਤੂੰ ਇਹਨੂੰ ਤਿਆਗ ਦੇ। ਕਿਉਂਕਿ ਦੇਖੋ ਗੁਰਮੁਖ ਪਿਆਰਿਓ, ਅਸੀਂ ਬਹੁਤ ਜਨਮਾਂ ਤੋਂ, ਯੁਗਾਂ ਤੋਂ ਮੌਤ ਦਾ ਹੀ ਇਲਾਜ ਕਰੀ ਜਾ ਰਹੇ ਹਾਂ, ਅੱਜ ਵੀ ਕਰ ਰਹੇ ਹਾਂ। ਜਦ ਕਿ ਮਹਾਰਾਜ ਗੁਰਬਾਣੀ ਗੁਰੂ ਦੇ ਵਿੱਚ ਇਹ ਮੋਹਰ ਲਾਈ ਹੋਈ ਆ, ਮਹਾਰਾਜ ਨੇ ਕਹਿੰਦੇ ਮੌਤ ਦਾ ਕੋਈ ਇਲਾਜ ਹੀ ਹੈ ਨਹੀਂ। ਮੌਤ ਇੱਕ ਸੱਚ ਆ, ਇੱਕ ਸੱਚਾਈ ਆ, ਤੁਸੀਂ ਮੌਤ ਦਾ ਇਲਾਜ ਕਦੇ ਨਹੀਂ ਕਰ ਸਕਦੇ। ਦੇਖੋ ਹੁਣ ਬਾਹਰ ਕਿੰਨੀ ਹਾਹਾਕਾਰ ਮਚੀ ਹੋਈ ਆ,
ਆ ਕਰੋਨਾ ਭਿਆਨਕ ਬਿਮਾਰੀ, ਜੇ ਕਿਤੇ ਹਮੇਸ਼ਾ ਤੋਂ ਹੀ ਛੋਟੇ ਮੋਟੇ ਬੁਖਾਰ ਤਾਂ ਆਪਾਂ ਨੂੰ ਆਉਂਦੇ ਰਹੇ ਆ। ਆਪਾਂ ਪ੍ਰੈਕਟੀਕਲ ਜੇ ਇੱਥੋਂ ਉਦਾਹਰਨ ਲੈ ਕੇ ਦੇਖੀਏ, ਕਦੇ ਕਿਸੇ ਨੂੰ ਬੁਖਾਰ ਤੋਂ ਪਹਿਲਾਂ ਡਰ ਨਹੀਂ ਲੱਗਾ ਹੋਣਾ। ਹੁਣ ਜੇ ਕਿਸੇ ਨੂੰ 2-3 ਦਿਨ ਬੁਖਾਰ ਚੜ ਜਾਂਦਾ ਨਾ, ਤੇ ਉਹ ਅੱਧਾ ਕਿਤਾ ਸਹਿਮ ਨਾਲ ਹੀ ਮਰ ਜਾਂਦਾ ਵੀ ਕਿਤੇ ਮੈਨੂੰ ਕਰੋਨਾ ਹੀ ਨਾ ਹੋ ਜਾਵੇ। ਇਹ ਅਸੀਂ ਕੀ ਕਰ ਰਹੇ ਹਾਂ, ਮੌਤ ਦਾ ਇਲਾਜ। ਕਰੋਨਾ ਤੋਂ ਕਿਉਂ ਡਰ ਲੱਗ ਰਿਹਾ? ਕਿਉਂਕਿ ਮੌਤ ਆ। ਉਹ ਦਿਸ ਰਿਹਾ ਵੀ ਇਹਦਾ ਕੋਈ ਇਲਾਜ ਨਹੀਂ ਬਣਿਆ ਹਜੇ ਤੱਕ, ਵੀ ਇਹਦੇ ਨਾਲ ਅਸੀਂ ਮਰ ਸਕਦੇ ਹਾਂ। ਅਸੀਂ ਮਰਨ ਤੋਂ ਕਿੰਨਾ ਭੈ ਕਰੀ ਜਾ ਰਹੇ, ਮਰਨ ਤੋਂ ਹੀ ਡਰੀ ਜਾ ਰਹੇ, ਜਦ ਕਿ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਮਰਨਾ ਤੇਰਾ ਹੱਕ ਆ। ਤੂੰ ਆਪਦੀ ਮਰਜ਼ੀ ਦੇ ਨਾਲ ਮਰ, ਉਸ ਦਰ ਤੇ ਜਾ ਕੇ ਮਰ, ਤੇਰਾ ਹੱਕ ਆ। ਗੁਰਬਾਣੀ ਸਾਨੂੰ ਕਹਿ ਰਹੀ, ਦੇਖੋ ਇਹ ਕਿੱਡੀ ਵੱਡੀ ਗੱਲ ਕਹਿ ਰਹੀ। ਉਹ ਕਹਿੰਦੇ ਨਿਰਭਉ ਹੋ ਜਾਓ, ਨਿਡਰ ਹੋ ਜਾਓ, ਤੂੰ ਮੌਤ ਤੋਂ ਕਿੰਨਾ ਕੁ ਟਾਈਮ ਪਿੱਛਾ ਛਡਾ ਲੂੰਗਾ। ਅੱਜ ਨਹੀਂ ਕੱਲ ਨਹੀਂ, ਇਹ ਮੌਤ ਨੇ ਕਿਸੇ ਨੂੰ ਨਹੀਂ ਛੱਡਿਆ। ਮੌਤ ਆਈ ਖੜੀ ਆ। ਮੌਤ ਦਾ ਮਤਲਬ ਸਰੀਰ ਦਾ ਮਰ ਜਾਣੇ ਨੂੰ ਮੌਤ ਨਹੀਂ ਕਹਿੰਦੇ, ਕਿਉਂਕਿ ਅਸੀਂ ਤਰਲੋਕੀ ਦਾ ਖੇਡ ਜਾਣਦੇ ਹਾਂ। ਕੱਲਾ ਅਸੀਂ ਕਹਿੰਦੇ ਜੀ ਅਸੀਂ ਸਰੀਰ ਛੱਡ ਗਿਆ ਫਲਾਨਾ ਤੇ ਉਹਦੀ ਮੌਤ ਹੋ ਗਈ। ਗੁਰਮੁਖ ਪਿਆਰਿਓ, ਕੌਣ ਗਿਆ? ਹੁਣ ਉਹ ਕਹਿੰਦੇ ਪਛਾਣੋ ਵੀ ਉਹ ਛੱਡ ਕੇ ਕੌਣ ਚਲਾ ਗਿਆ। ਉਹ ਤਾਂ ਨਹੀਂ ਮਰਿਆ। ਅਸੀਂ ਰੋਜ਼ ਮਰ ਰਹੇ ਹਾਂ, ਰੋਜ਼ ਸਰੀਰ ਛੱਡਦੇ ਹਾਂ, ਰੋਜ਼ ਹੀ ਅਸੀਂ ਜਾਂਦੇ ਹਾਂ। ਠੀਕ ਆ ਜੀ। ਉਹ ਕੌਣ ਆ ਜਿਹੜਾ ਜਾਂਦਾ? ਉਹ ਤਾਂ ਮਰਿਆ ਨਹੀਂ। ਹੁਣ ਉਹ ਕਿੱਥੇ ਗਿਆ? ਠੀਕ ਆ ਜੀ। ਇੱਕ ਕੁਐਸਚਨ ਆ ਬੜਾ, ਸਾਰੀ ਦੁਨੀਆ ਦਾ ਵੱਡਾ ਕੁਐਸਚਨ ਆ। ਪੜ੍ਹੇ ਤੋਂ ਪੜ੍ਹਿਆ ਲਿਖਿਆ ਵੀ, ਚਾਹੇ ਆਪਣੇ ਆਪ ਨੂੰ ਕੋਈ ਬੁੱਧੀਮਾਨ ਸਮਝਦਾ, ਉਹਦਾ ਇੱਕ ਕੁਐਸਚਨ ਹੁੰਦਾ, ਹੁਣ ਬੋਲ ਰਿਹਾ ਸੀ, ਹੁਣ ਸਰੀਰ ਮਿੱਟੀ ਹੋ ਗਿਆ, ਤੇ ਉਹ ਕੌਣ ਆ ਜਿਹੜਾ ਬੋਲਦਾ ਬੋਲਦਾ ਨਿਕਲ ਕੇ ਚਲਿਆ ਗਿਆ? ਗੁਰਬਾਣੀ ਕਹਿੰਦੀ ਉਹਨੂੰ ਸਮਝਣਾ, ਉਹਨੂੰ ਪਛਾਨਣਾ, ਉਹ ਕਿੱਥੇ ਗਿਆ, ਉਹ ਕਿੱਥੋਂ ਆਇਆ, ਉਹ ਕੌਣ ਸੀ, ਇਹ ਤੇਰਾ ਹੱਕ ਆ। ਇਸ ਕਰਕੇ ਤੂੰ ਮਨੁੱਖ ਬਣਿਆ, ਤੂੰ ਉਹ ਹੱਕ ਆਪਦਾ ਲੈ। ਉਹ ਹੱਕ ਕਿਵੇਂ ਮਿਲੇਗਾ? ਉਸ ਦਰ ਤੇ ਬੈਠ ਕੇ, ਆਪਦੀ ਮੱਤ ਨੂੰ ਤਿਆਗ ਕੇ ਗੁਰਮਤ ਨੂੰ ਅਪਣਾਉਣ ਤੋਂ ਬਾਅਦ ਉਹ ਹੱਕ ਮਿਲੇਗਾ। ਤੇ ਇਹ ਤੂੰ ਹੱਕ ਜਦੋਂ ਲੈ ਲਿਆ ਨਾ ਮਰਨ ਦਾ, ਤੂੰ ਆਪਣਾ, ਕਿਉਂਕਿ ਹੱਕ ਕੀ ਆ? ਆਪਦੇ ਸੁਖਮ ਨੂੰ ਪਛਾਨਣਾ। ਹੁਣ ਗੁਰਮੁਖ ਕੀ ਕਰਦੇ? ਗੁਰਮੁਖ ਆਏ ਜਾਏ ਨਿਸੰਗ। ਗੁਰਮੁਖ ਆਪਦਾ ਸੁਖਮ ਆਪਦੀ ਮਰਜ਼ੀ ਦੇ ਨਾਲ ਕੱਢ ਕੇ ਆਪਦੇ ਘਰੇ ਜਾਂਦੇ ਆ, ਜੋ ਸਾਡੇ ਮਨ ਦਾ ਅਸਲ ਘਰ ਆ। ਇਹ ਪ੍ਰੈਕਟੀਕਲ ਆ। ਠੀਕ ਹੈ ਜੀ। ਤੇ ਹੁਣ ਇਹ ਤੇਰਾ ਹੱਕ ਸੀ, ਤੂੰ ਆਪਣੇ ਆਪ ਦੀ ਪਛਾਣ ਕਰਨੀ ਸੀ, ਤੇ ਤੂੰ ਇਹ ਪਛਾਣ ਕਰਨੀ ਸੀ ਕਿ ਤੂੰ ਹਰ ਰੋਜ਼ ਕਿੱਥੇ ਜਾ ਰਿਹਾ। ਜਦੋਂ ਤੂੰ ਸੌਂ ਜਾਣਾ, ਜਿਹਨੂੰ ਅਸੀਂ ਸਾਰੀ ਦੁਨੀਆ ਕਹਿੰਦੇ ਵੀ ਸੌਂ ਗਿਆ, ਉਦੋਂ ਤੂੰ ਪਛਾਣ ਕਰਨੀ ਸੀ ਆਪਣੇ ਆਪ ਦੀ। ਫਿਰ ਜਦੋਂ ਤੂੰ ਉਹ ਪਛਾਣ ਕਰਨੀ ਸੀ ਹਰ ਰੋਜ਼, ਤੇ ਗੁਰਮੁਖ ਪਿਆਰਿਓ, ਫਿਰ ਤੁਹਾਨੂੰ ਹੱਕ ਮਿਲ ਜਾਣਾ ਸੀਗਾ ਵੀ ਸਦੀਵੀ ਜਦੋਂ ਅਸੀਂ ਜਾਣਾ, ਸਾਡੇ ਸਵਾਸ ਜਿਹੜੇ ਆ ਉਹ ਜਿਹਨੂੰ ਦਿੱਤੇ ਜਾ ਰਹੇ ਮਨ ਨੂੰ, ਜਦੋਂ ਨੇ ਆ ਚੋਲੇ ਦਾ, ਇਹ ਕੱਪੜੇ ਦਾ ਤਿਆਗ ਕਰਨਾ, ਉਹ ਕਿੱਥੇ ਜਾਊਗਾ? ਠੀਕ ਹੈ ਜੀ। ਇਹ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਇਹੀ ਕਰਨ ਵਾਸਤੇ, ਕੇਵਲ ਤੇ ਕੇਵਲ ਸਾਡੀਆਂ ਸੁਰਤੀਆਂ ਨੂੰ, ਸਾਡੇ ਮਨਾਂ ਨੂੰ ਇਹੀ ਕਰਨ ਵਾਸਤੇ ਮਨੁੱਖਾ ਜਨਮ ਦੇ ਕੇ ਭੇਜਿਆ ਗਿਆ। ਸੋ ਅਸੀਂ ਕੀ ਕਰਦੇ ਹਾਂ? ਅਸੀਂ ਦਾਅਵਾ ਕਰਦੇ ਹਾਂ ਸਾਰੇ ਹੀ ਕਿ ਅਸੀਂ ਮਾਲਕ ਨਾਲ ਪਿਆਰ ਕਰਦੇ ਹਾਂ। ਠੀਕ ਆ ਜੀ। ਗੁਰੂ ਸਾਹਿਬਾਨ ਜੀ ਨਾਲ ਪਿਆਰ ਕਰਦੇ ਹਾਂ। ਮਾਲਕ ਦਾ ਤਾਂ ਬਹੁਤ ਵਿਰਲਿਆਂ ਨੂੰ ਭੇਦ ਹੋਊਗਾ, ਉਹ ਵੀ ਜੇ ਕਿਤੇ। ਪਹਿਲੀ ਗੱਲ ਤਾਂ ਜੇ ਉਹ ਕਹਿੰਦੇ ਜਿਹਨੂੰ ਦੇਖਿਆ ਨਹੀਂ ਤੇ ਜਿਹਨੂੰ ਸੁਣਿਆ ਨਹੀਂ, ਜਿਹਦਾ ਕੋਈ ਆਕਾਰ ਨਹੀਂ, ਅਸੀਂ ਕਿੱਦਾਂ ਮੰਨ ਲਈਏ? ਠੀਕ ਆ ਜੀ। ਕਹਿੰਦੇ ਖਾਲੀ ਖਲਾਇਆ, ਸਾਨੂੰ ਤਾਂ ਕੁਛ ਨੀ ਨਜ਼ਰ ਆਉਂਦਾ, ਇੱਥੇ ਤਾਂ ਕੁਛ ਵੀ ਨਹੀਂ ਹੈਗਾ, ਅਸੀਂ ਕਿਵੇਂ ਮੰਨ ਲਈਏ ਮਾਲਕ ਨੂੰ? ਜਦ ਕਿ ਸੱਚਾਈ ਇਹ ਆ ਕਿ ਮਾਲਕ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਕੇਵਲ ਤੇ ਕੇਵਲ ਮਾਲਕ ਹੀ ਮਾਲਕ, ਸਭ ਕੁਛ ਹੈ ਸਾਰੇ ਪਾਸੇ, ਕੇਵਲ ਮਾਲਕ। ਹੁਣ ਸ਼ਬਦ ਸੁਣ ਰਹੇ ਗੁਰਮੁਖਾਂ ਨੂੰ, ਉਹ ਕਹਿੰਦੇ ਅੱਛਾ ਜੀ, ਸੁਣਦੇ ਆ, ਠੀਕ ਆ, ਇਹ ਮਾਲਕ ਦੇ ਮੁਖ ਦੀ ਆਵਾਜ਼ ਆ ਵੀ ਗੁਰਮੁਖੋ ਸੁਣਿਆ ਕਰੋ। ਕਹਿੰਦੇ ਠੀਕ ਆ, ਸੁਣਿਆ ਕਰਾਂਗੇ, ਹਾਂਜੀ ਸੁਣਦੇ ਆ। ਪਰ ਪਤਾ ਨਹੀਂ ਚੱਲਦਾ ਵੀ ਇਹ ਵਾਕਈ ਮਾਲਕ ਦੇ ਮੁਖ ਦੀ ਆਵਾਜ਼ ਆ। ਸਾਨੂੰ ਪਛਾਣ ਨਹੀਂ ਹੋ ਰਹੀ, ਸਾਡਾ ਭਰੋਸਾ ਨਹੀਂ ਬਣ ਰਿਹਾ। ਕਿਉਂ? ਕਿਉਂਕਿ ਇਹਨੂੰ ਮਨਾਉਣਾ ਪੈਣਾ। ਫਿਰ ਜੇ ਨਹੀਂ ਮੰਨ ਰਿਹਾ, ਕੀ ਕਰੋ? ਗੁਰਬਾਣੀ ਨੂੰ ਵਿਚਾਰ ਕੇ ਪੜ੍ਹੋ। ਜਦੋਂ ਅਸੀਂ ਵਿਚਾਰ ਕੇ ਬਾਰ-ਬਾਰ ਸੱਟ ਮਾਰੋ ਇਹਦੇ ਤੇ, ਗੁਰਮੰਤਰ ਕਰੋ, ਬਾਰ-ਬਾਰ ਉਸ ਦਰ ਤੇ ਬੈਠ ਕੇ ਭੀਖ ਮੰਗੋ, ਜਾਚਕ ਬਣ ਕੇ, ਜਾਚਕ ਭਿਖਾਰੀ ਬਣ ਕੇ, ਸੇਵਕ ਬਣ ਕੇ। ਅਸੀਂ ਜਾਚਕ ਬਣਨ ਨੂੰ ਤਿਆਰ ਨਹੀਂ ਹੁੰਦੇ, ਕਿਉਂਕਿ ਅਸੀਂ ਆਪਦੀ ਮੱਤ ਨਹੀਂ ਛੱਡਦੇ। ਅਸੀਂ ਕਹਿੰਦੇ ਲੈ ਮੇਰੇ ਤੋਂ ਵੀ ਗਿਆਨ ਹੈਗਾ ਥੋੜਾ ਜਿਹਾ, ਇੱਥੇ ਵਰਤ ਲੈਣਾ। ਅਸੀਂ ਦਰ ਤੇ ਬੈਠ ਕੇ ਵੀ ਗਿਆਨ ਕਰਦੇ ਹਾਂ ਵੀ ਹੁਣ ਕੀ ਹੋਊਗਾ, ਹੁਣ ਇਸ ਤਰੀਕੇ ਨਾਲ ਆ, ਅੱਛਾ ਹੁਣ ਮੈਂ ਆਪਣੀ ਧਿਆਨ ਆਵਾਜ਼ ਚਲਾ ਰਿਹਾ। ਨਹੀਂ, ਆਪਣੀ ਮੱਤ ਨੂੰ ਪਿੱਛੇ ਛੱਡ ਜਾਓ, ਛੱਡ ਜਾਓ। ਭਾਵ ਲਿਆਓ, ਮਨ ਦੇ ਵਿੱਚ ਭਾਵਨਾ ਲਿਆਓ, ਪ੍ਰੇਮ ਲਿਆਓ। ਜੇ ਵਧਾਉਣੀ ਆ ਨਾ ਪ੍ਰੀਤ ਮਾਲਕ ਦੇ ਨਾਲ, ਤੇ ਪ੍ਰੇਮ ਗੁਰਬਾਣੀ ਦੇ ਰਾਹੀਂ ਮਹਾਰਾਜ ਨੂੰ ਪੁੱਛ ਪੁੱਛ ਕੇ ਪ੍ਰੀਤ ਕਰੋ, ਪ੍ਰੀਤ ਬੁਲਾਓ, ਮਾਲਕ ਨੂੰ ਬੇਨਤੀ ਕਰੋ, ਜੋਦੜੀ ਕਰੋ, ਸੱਚੇ ਪਾਤਸ਼ਾਹ ਕੁਛ ਨਹੀਂ ਚਾਹੀਦਾ, ਤੇਰੀ ਪ੍ਰੀਤ ਚਾਹੀਦੀ। ਸਾਡੇ ਮਨ ਦੇ ਅੰਦਰ ਇੰਨੀ ਪ੍ਰੀਤ ਭਰ ਦੇ ਵੀ ਅਸੀਂ ਪਾਗਲ ਹੋ ਜਾਈਏ ਤੇਰੇ ਪਿਆਰ ਦੇ ਵਿੱਚ, ਸਾਨੂੰ ਹੋਰ ਕੁਛ ਨਜ਼ਰ ਹੀ ਨਾ ਆਵੇ। ਇਹੋ ਜਿਹੀ ਪ੍ਰੀਤ ਵੀ ਜਿੱਥੇ ਜੇ ਨਜ਼ਰ ਆਵੇ ਤੇ ਕੇਵਲ ਮਾਲਕ ਨਜ਼ਰ ਆਵੇ, ਜੇ ਚੇਤਾ ਆਵੇ ਤੇ ਕੇਵਲ ਮਾਲਕ ਦਾ ਹੀ ਚੇਤਾ ਰਵੇ, ਤੇ ਜੇ ਫਿਕਰ ਹੋਵੇ, ਚਿੰਤਨ ਆਵੇ,
ਤੇ ਮਾਲਕ ਦਾ ਹੀ ਹੋਵੇ, ਕਿ ਕਿਤੇ ਵਿਸਰ ਨਾ ਜਾਵੇ, ਕਿਤੇ ਨਾਮ ਨੂੰ ਨਾ ਵਿਸਾਰ ਦਈਏ, ਕਿਤੇ ਮੈਂ ਕੇਵਲ ਤੇ ਕੇਵਲ ਆਪਣੇ ਮਨ ਦੀ ਖੋਜ ਕਰੂੰ। ਹਰ ਵਕਤ, ਹਰ ਪਲ ਜੇ ਚਾਅ ਚੜੇ ਤੇ ਮਾਲਕ ਨਾਲ ਮਿਲਾਪ ਦਾ ਚਾਅ ਚੜੇ, ਠੀਕ ਆ ਜੀ। ਦਰ ਤੇ ਬੈਠ ਕੇ ਘਰੇ ਜਾਣ ਦਾ ਚਾਅ ਚੜੇ, ਜੇ ਅੰਦਰੋਂ ਕੋਈ ਖੁਸ਼ੀ ਹੋਵੇ ਤੇ ਉਹ ਪ੍ਰੀਤ ਜਿਹੜੀ ਸਮੇਂ ਦੇ ਨਾਲ ਬਦਲਦੀ ਨਹੀਂ। ਵੀ ਜੇ ਹੁਣ ਇੱਧਰੋਂ 3 ਗੁਣਾਂ ਦੇ ਵਿੱਚੋਂ ਕੋਈ ਖੁਸ਼ੀ ਮਿਲ ਗਈ, ਜਾਂ ਅਸੀਂ ਕਿਸੇ ਮਾਹੌਲ 'ਚ ਚਲੇ ਗਏ ਤੇ ਓਨੇ ਟਾਈਮ ਦੇ ਲਈ ਸਾਨੂੰ ਮਾਲਕ ਭੁੱਲ ਗਏ, ਠੀਕ ਹੈ ਜੀ। ਵੀ ਅਸੀਂ ਕਹਿੰਦੇ ਜਿਹੋ ਜਿਹਾ ਦੇਸ਼ ਉਹੋ ਜਿਹਾ ਭੇਸ, ਵੀ ਜੇ ਅਸੀਂ ਉੱਧਰ ਥੋੜਾ ਟਾਈਮ ਸਪੈਂਡ ਕਰ ਵੀ ਲਿਆ, ਵੀ ਕੋਈ ਨੀ, ਘਰ ਆ ਕੇ ਗੁਰਮੰਤਰ ਕਰਕੇ ਦੁਬਾਰਾ ਫਿਰ ਨਹੀਂ। ਇਹ ਪ੍ਰੀਤ ਨਹੀਂ ਹੈਗੀ, ਇਹਦਾ ਮਤਲਬ ਸਾਡਾ ਪਿਆਰ ਨਹੀਂ ਪਿਆ। ਜੇ ਕਿਸੇ ਨੂੰ ਦੇਖੀਏ ਉਹਦੇ ਚੋਂ ਮਾਲਕ ਨਜ਼ਰ ਆਉਣ, ਠੀਕ ਹੈ ਜੀ। ਜੇ ਕੋਈ ਚੀਜ਼ ਦੇਖੀਏ, ਹਰ ਵਕਤ ਮਾਲਕ ਦਾ ਰੰਗ ਚੜਿਆ ਰਵੇ, ਉਹ ਚਾਅ, ਉਹ ਅੰਦਰੋਂ ਚਾਅ ਸਾਨੂੰ ਚੜਿਆ ਰਵੇ। ਪਤਾ ਨਹੀਂ ਕਾਹਦਾ ਚਾਅ ਚੜਿਆ ਰਵੇ, ਪਤਾ ਨਹੀਂ ਕਾਹਦੀ ਖੁਸ਼ੀ, ਕਾਹਦੇ ਕੀ ਮਿਲਣ ਦੀ ਖੁਸ਼ੀ, ਉਹ ਚੜਿਓ ਰਵੇ, ਉਹ ਹਰ ਪਲ। ਤੇ ਗੁਰਮੁਖ ਪਿਆਰਿਓ, ਜਦੋਂ ਇਸ ਤਰੀਕੇ ਦੇ ਨਾਲ ਆ ਜਾਂਦਾ ਨਾ, ਤੇ ਫਿਰ ਤਾਂ ਇਕੱਲਾ ਮਾਲਕ ਹੀ ਮਾਲਕ, ਹੋਰ ਤਾਂ ਫਿਰ ਦੂਜਾ ਤਾਂ ਇੱਥੇ ਆ ਹੀ ਨਹੀਂ ਸਕਦਾ, ਕਿਉਂਕਿ ਦੂਸਰੇ ਦੀ ਇੰਪੋਰਟੈਂਸ ਹੀ ਹੈ ਨਹੀਂ। ਸਾਨੂੰ ਦੂਸਰਾ ਤਾਂ ਨਜ਼ਰ ਆਊਗਾ ਨਾ ਜੇ ਸਾਡੀ ਸੁਰਤੀ ਮਾਲਕ ਦੇ ਵਿੱਚੋਂ ਜਾਊਗੀ। ਤੇ ਫਿਰ ਗੁਰਮੁਖ ਪਿਆਰਿਓ, ਜਦੋਂ ਇਸ ਤਰੀਕੇ ਨਾਲ, ਵੀ ਇਹਨੂੰ ਕਨੇਰੀ ਆਸ਼ਕੀ ਕਹਿੰਦੇ, ਵੀ ਇਹ ਆ ਆਸ਼ਕੀ, ਜਿਹੜੀ ਤੁਸੀਂ ਦੂਜੇ ਨੂੰ ਵੀ ਨਾਲ ਲਾਈ ਰੱਖਦੇ ਆ। ਤੁਸੀਂ ਚਿੰਤਾ ਵੀ ਕਰੀ ਜਾਂਦੇ ਤਰਲੋਕੀ ਦੇ ਵਿੱਚ, ਕਿਉਂਕਿ ਅਸੀਂ ਕਿਉਂ ਚਿੰਤਾ ਕਰਦੇ, ਕਿਉਂਕਿ ਅਸੀਂ ਆਪਣੇ ਆਪ ਨੂੰ ਸਮਝ ਲਿਆ ਕਿ ਮੈਂ ਆ। ਤੇ ਗੁਰਮੁਖ ਪਿਆਰਿਓ, ਜਦੋਂ ਮਾਲਕ ਆ ਗਏ ਨਾ, ਉਦੋਂ ਮੈਂ ਨਹੀਂ ਹੈਗਾ, ਉਦੋਂ ਤੂੰ ਹੀ ਆ, ਕਿਉਂਕਿ ਮੈਂ ਵੀ ਤੂੰ ਹੋ ਗਿਆ, ਠੀਕ ਆ ਜੀ। ਸਾਡੀ ਸੁਰਤੀ ਵੀ ਤੂੰ ਹੋ ਗਈ, ਕਿਉਂਕਿ ਤੂੰ ਸਾਨੂੰ ਆਪਣੇ ਆਪ 'ਚ ਲੈ ਲਿਆ, ਤੂੰ ਹੋ ਗਿਆ। ਇੱਥੇ ਮੇਰੀ ਕੋਈ ਹੋਂਦ ਨਹੀਂ, ਨਾ ਮੇਰਾ ਸਰੀਰ ਮੇਰਾ, ਨਾ ਮੈਂ ਮੇਰਾ, ਨਾ ਮੇਰਾ ਪਰਿਵਾਰ ਮੇਰਾ, ਨਾ ਇਹ ਦੁਨੀਆ ਮੇਰੀ, ਨਾ ਇਹ ਚੀਜ਼ਾਂ ਮੇਰੀਆਂ, ਕਿਉਂਕਿ ਇਹ ਤੂੰ ਹੀ ਤੂੰ ਆ, ਤੇਰਾ ਹੀ ਤੇਰਾ ਆ, ਤੇ ਮੈਂ ਵੀ ਤੇਰਾ ਹੀ ਆ। ਆਪਣੇ ਆਪ ਨੂੰ ਉਹਦਾ ਬਣਾ ਲਓ, ਉਹ ਤਾਂ ਸਾਡਾ ਹੈਗਾ ਹੀ ਹੈ ਆ, ਉਹ ਤਾਂ ਸਾਡਾ ਬਣਿਆ ਹੀ ਆ, ਸ਼ੁਰੂ ਤੋਂ ਹੁਣ ਤੱਕ ਕਦੇ ਸਾਨੂੰ ਛੱਡਿਆ ਹੀ ਨਹੀਂ। ਆਪਣੇ ਆਪ ਨੂੰ ਉਹਦਾ ਬਣਾਉਣਾ ਔਖਾ ਆ। ਆਪਣੇ ਆਪ ਨੂੰ ਉਹਦਾ ਬਣਾ ਲਓ ਕਿ ਮੈਂ ਤੇਰਾ, ਤੂੰ ਮੈਨੂੰ ਸਾਂਭ ਲਾ, ਬਸ। ਤੇ ਜਿੱਦਣ ਅਸੀਂ ਆਪਣੇ ਆਪ ਨੂੰ ਉਹਦਾ ਬਣਾ ਲਿਆ ਨਾ, ਕਿ ਹਾਂ ਤੂੰ ਮੇਰਾ, ਮੈਂ ਤੇਰਾ, ਭਾਵ ਅਸੀਂ ਇੱਕ ਹੋ ਗਏ, ਪ੍ਰੀਤ ਪੈ ਗਈ। ਮਾਰੇ ਕਹਿੰਦੇ ਜਦੋਂ ਪਿਆਰ ਪੈ ਗਿਆ ਨਾ, ਤੇ ਫਿਰ ਕਹਿੰਦੇ ਸਦ ਹੀ ਰਹਿ ਸਮਾਏ, ਕਹਿੰਦੀ ਨਾਨਕ ਆਸ਼ਿਕ ਕਾਢੀਐ ਸਦ ਹੀ ਰਹਿ ਸਮਾਏ। ਕਹਿੰਦੇ ਫਿਰ ਸਦਾ ਹੀ ਸਮਾਇਆ ਰਹੂਗਾ। ਹੁਣ ਸਦਾ ਸਮਾਇਆ ਰਹੂਗਾ, ਭਾਵ ਹਰ ਵਕਤ ਮਾਲਕ ਹੀ ਮਾਲਕ, ਚਾਅ ਵੀ ਮਾਲਕ ਦਾ, ਚੇਤਾ ਵੀ ਮਾਲਕ ਦਾ, ਫਿਰ ਮਾਲਕ ਹੀ ਮਾਲਕ। ਉਹ ਖੁਸ਼ੀ, ਉਹ ਅੰਦਰੋਂ ਪਾਗਲਪਨ, ਉਹ ਵਿਰਾਗ, ਉਹ ਸਾਰਾ ਕੁਛ ਅੰਦਰੋਂ ਇੱਕ, ਹੁਣ ਇਹ ਸ਼ਬਦਾਂ 'ਚ ਵੀ ਬਿਆਨ ਕਰਨਾ ਔਖਾ ਆ ਵੀ ਕਿਸ ਤਰੀਕੇ ਦੇ ਨਾਲ। ਤੇ ਇਹ ਪਿਆਰ ਜਿੱਦਣ ਸਾਡਾ ਗੁਰਮੁਖੋਂ ਪੈ ਗਿਆ, ਕਿਉਂਕਿ ਦੇਖੋ, ਇੱਕ ਅਸੀਂ ਸਾਰੇ ਹੀ ਸੋਚ ਕੇ ਚੱਲਦੇ ਆ ਵੀ ਅਸੀਂ ਕਿਉਂ ਸਿਮਰਨ ਕਰਦੇ ਹਾਂ ਜੀ, ਕਿਉਂਕਿ ਅਸੀਂ ਚਾਹੁੰਦੇ ਸਾਡਾ ਜਨਮ ਮਰਨ ਖੰਡਨ ਹੋ ਜਾਵੇ, ਠੀਕ ਆ ਜੀ। ਸਾਨੂੰ ਜਮਾਂ ਤੋਂ ਡਰ ਲੱਗਦਾ ਆ, ਸਾਡਾ ਜਨਮ ਮਰਨ ਖੰਡਨ ਹੋ ਜਾਵੇ। ਗੁਰਮੁਖ ਪਿਆਰਿਓ, ਇਹ ਬਹੁਤ ਛੋਟੀ ਜਿਹੀ ਚੀਜ਼ ਆ, ਜਨਮ ਮਰਨ ਖੰਡਨ ਹੋਣਾ, ਜਮਾਂ ਤੋਂ ਡਰ ਲੱਗਦਾ, ਇਹ ਸੋਚ ਕੇ ਸਿਮਰਨ ਕਰਨਾ, ਇਹ ਬਹੁਤ ਥੱਲੇ ਰਹਿ ਗਿਆ, ਠੀਕ ਹੈ ਜੀ। ਇਸ ਤੋਂ ਉੱਪਰ ਕੀ ਆ? ਇਸ ਤੋਂ ਉੱਪਰ ਹੈ ਮਾਲਕ ਦਾ ਪਿਆਰ, ਠੀਕ ਆ, ਪ੍ਰੀਤ। ਇਹ ਜਨਮ ਮਰਨ ਤਾਂ ਖੰਡਨ ਹੋਣਾ ਵੀ ਬਹੁਤ ਛੋਟੀ ਜਿਹੀ ਗੱਲ ਆ। ਇਹ ਗੁਰਬਾਣੀ, ਗੁਰੂ ਚ ਭਗਤਾਂ ਨੇ ਕਿਹਾ ਕਿ ਜਨਮ ਮਰਨ ਬਹੁਤ ਛੋਟੀ ਚੀਜ਼ ਰਹਿ ਗਈ, ਉਹ ਤਾਂ ਬਹੁਤ ਪਹਿਲਾਂ ਹੀ ਖੰਡਨ ਹੋ ਗਿਆ, ਠੀਕ ਹੈ ਜੀ। ਤੇਰੇ ਨਾਲ ਸਾਡੀ ਗੂੜੀ ਪ੍ਰੀਤ ਪੈ ਜਾਵੇ, ਸਾਨੂੰ ਤੂੰ ਚਾਹੀਦਾ ਹਰ ਵਕਤ, ਹਰ ਪਲ, ਹਰ ਛਿਨ। ਸਾਨੂੰ ਕਦੇ ਏਦਾਂ ਦਾ ਸਵਾਸ ਹੀ ਨਾ ਆਵੇ ਜਿਹੜਾ ਤੇਰੇ ਤੋਂ ਬਿਨਾਂ ਆਵੇ, ਜਿਹਦੇ ਵਿੱਚ ਸਾਨੂੰ ਤੇਰਾ ਰੰਗ ਮਹਿਸੂਸ ਨਾ ਹੋਵੇ। ਗੁਰਮੁਖ ਪਿਆਰਿਓ, ਫਿਰ ਜਦੋਂ ਕਦੇ ਇਸ ਤਰੀਕੇ ਦੇ ਨਾਲ ਇਹੋ ਜਿਹੀ ਅਵਸਥਾ ਬਣੇ, ਤੇ ਜੇ ਥੋੜਾ, ਕਿਉਂਕਿ ਕਈ ਵਾਰ ਸਾਡੇ 'ਚ ਅਵਗੁਣ ਬਹੁਤ ਆ ਨਾ, ਸਾਨੂੰ ਬਿਨਾਂ ਚਿਤਾਰਿਆਂ, ਸਾਨੂੰ ਬਿਨਾਂ ਦੱਸਿਆਂ, ਮਾਲਕ ਬੜੇ ਹੀ ਪਿਆਰ ਦੇ ਨਾਲ ਸਾਡੇ ਅਵਗੁਣ ਜਿਹੜੇ ਆ ਉਹ ਦੂਰ ਕਰਦੇ ਆ, ਬੜੇ ਪਿਆਰ ਦੇ ਨਾਲ। ਸਾਨੂੰ ਤਾਂ ਪਤਾ ਵੀ ਨਹੀਂ ਲੱਗਣ ਦਿੰਦੇ ਵੀ ਸਾਡਾ ਕਿਹੜਾ ਅਵਗੁਣ ਕਦੋਂ ਕੱਢ ਦਿੱਤਾ। ਇਹ ਨਹੀਂ ਹੈਗਾ ਕਿ ਮਾਲਕ ਸਾਨੂੰ ਕੋਈ ਦੁੱਖ ਦਿੰਦੇ ਆ, ਜਾਂ ਸਾਨੂੰ ਕੋਈ ਵਿਰੋਧਤਾ ਜਾ ਕੇ ਕੋਈ ਲੈਸਨ ਸਿਖਾਉਂਦੇ ਆ ਜੀ ਹੁਣ ਆਪਣੇ ਤੋਂ ਦੂਰ ਕਰਤਾ, ਨਹੀਂ ਨਹੀਂ। ਮਾਲਕ ਬੜੇ ਪਿਆਰ ਨਾਲ, ਸਾਨੂੰ ਬਾਅਦ 'ਚ ਪਤਾ ਚੱਲਦਾ ਕਿ ਇਹ ਮੇਰਾ ਅਵਗੁਣ ਸੀ ਵਾਹਿਗੁਰੂ, ਇਸ ਕਰਕੇ ਮੈਂ ਆਪਣੇ ਆਪ ਨੂੰ, ਕਿਉਂਕਿ ਤੜਫ ਵੀ ਪੈਦਾ ਕਰਨੀ ਹੁੰਦੀ ਨਾ, ਥੋੜਾ ਜਿਹਾ ਉਹ ਕਹਿ ਲਓ ਵੀ ਥੋੜੀ ਦੂਰੀ ਵੀ ਮਹਿਸੂਸ ਕਰਾਉਣੀ, ਕਿਉਂਕਿ ਜੇ ਦੂਰੀ ਨਾ ਹੋਵੇ ਤਾਂ ਪਤਾ ਕਿਵੇਂ ਚੱਲੇ, ਜੇ ਵਿਛੋੜਾ ਹੀ ਨਾ ਪਵੇ ਤੇ ਮਿਲਾਪ ਦਾ ਕਿਵੇਂ ਪਤਾ ਚੱਲੇ ਨਾ, ਉਹ ਮਿਲਾਪ ਦਾ ਰਸ ਕਿਵੇਂ ਆਵੇ ਮਾਲਕ ਦੇ ਨਾਲ ਫਿਰ। ਤੇ ਇਸ ਕਰਕੇ ਸਾਡੀਆਂ ਉਹ ਚੀਜ਼ ਬੜੇ ਹੀ ਪਿਆਰ ਦੇ ਨਾਲ, ਬਹੁਤ ਹੀ ਜ਼ਿਆਦਾ ਪਿਆਰ ਨਾਲ ਮਾਲਕ ਸਾਡਾ ਉਹ ਫਿਰ ਜੋ ਵੀ ਸਾਡੇ ਅੰਦਰ ਦੇ ਬੇਕਾਰ ਆ ਉਹਨਾਂ ਨੂੰ ਉਹ ਦੂਰ ਕਰਦੇ। ਹੁਣ ਮਹਾਰਾਜ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਉਦਾਹਰਨ ਦੇ ਰਹੇ ਆ,
ਮਹਾਰਾਜ ਕਹਿੰਦੇ ਜੈਸੇ ਕਰ ਗਹਿਤ ਸਰਪ ਸੁਤ ਪੇਖ ਮਾਤਾ। ਹੁਣ ਕਹਿੰਦੇ ਜਿਵੇਂ ਇੱਕ ਬੱਚੇ ਨੇ ਆਪਦੇ ਹੱਥ ਦੇ ਵਿੱਚ ਸੱਪ ਫੜ ਲਿਆ ਹੋਵੇ, ਠੀਕ ਆ ਜੀ, ਤੇ ਮਾਤਾ ਦੇਖ ਰਹੀ ਹੋਵੇ ਕਿ ਮੇਰੇ ਬੱਚੇ ਨੇ ਹੱਥ 'ਚ ਸੱਪ ਫੜਿਆ ਹੋਇਆ, ਬੱਚਾ ਅਣਜਾਣ ਆ ਇਸ ਚੀਜ਼ ਤੋਂ ਕਿ ਵੀ ਉਹ ਸੱਪ ਉਹਨੂੰ ਕੱਟ ਸਕਦਾ, ਉਹਨੂੰ ਵੱਢ ਸਕਦਾ। ਕਹਿੰਦੇ ਕਹਿ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਕਹਿੰਦੇ ਉਹ ਪੁਕਾਰਦੀ ਨੀ ਗੀ ਕਿ ਕਿਤੇ ਮੈਂ ਬੋਲ ਪਈ ਤੇ ਸੱਪ ਨਾ ਦੰਦੀ ਵੱਢ ਦੇਵੇ, ਉਹ ਬੱਚੇ ਨੂੰ ਫੁਸਲਾ ਕੇ ਨਾ ਹੋਰ ਗੱਲਾਂ 'ਚ ਪਾ ਕੇ ਕੋਸ਼ਿਸ਼ ਕਰਦੀ ਆ ਕਿ ਬੱਚੇ ਦੇ ਹੱਥੋਂ ਸੱਪ ਡਿੱਗ ਜਾਵੇ। ਸਹਿਜ ਸੁਭਾਏ ਵੀ ਬੱਚਾ ਹੀ ਨਾ ਡਰ ਜਾਵੇ ਕਿਤੇ ਸੱਪ ਨੂੰ ਦੇਖ ਕੇ ਨਾ, ਵੀ ਉਹ ਇੰਪੋਰਟੈਂਸ ਨਹੀਂ ਦੱਸਦੀ ਵੀ ਸੱਪ ਇੰਨਾ ਜ਼ਹਿਰੀਲਾ ਆ, ਉਹ ਫੁਸਲਾ ਦਿੰਦੀ ਆ ਥੋੜਾ ਜਿਹਾ, ਠੀਕ ਆ। ਫੁਸਲਾਉਣ ਤੋਂ ਬਾਅਦ ਤੇ ਉਹ ਫਿਰ ਬੱਚੇ ਨੂੰ ਫਿਰ ਉਹਦੀ ਕੋਸ਼ਿਸ਼ ਹੁੰਦੀ ਆ ਕਿ ਬੱਚਾ ਸਹਿਜ ਸੁਭਾਏ ਹੀ ਸੁੱਟ ਦੇਵੇ ਸੱਪ ਨੂੰ। ਤੇ ਇਸੇ ਤਰੀਕੇ ਦੇ ਨਾਲ ਮਾਰੇ ਕਹਿੰਦੇ ਜੈਸੇ ਵੇਦ ਰੋਗੀ ਪ੍ਰਤ ਕਹਿ ਨਾ ਵਿਥਾਰ ਬ੍ਰਿਥਾ। ਕਹਿੰਦੇ ਹੁਣ ਵੀ ਜਿਹੜਾ ਰੋਗੀ ਆ ਉਹਨੂੰ ਜਿਹੜਾ ਉਹਦਾ ਡਾਕਟਰ ਆ ਉਹ ਹਨਾ ਬਾਹਲਾ ਨੀ ਵਿਸਥਾਰ ਚ ਦੱਸਦਾ, ਜੇ ਉਹਨੂੰ ਕੋਈ ਭਿਆਨਕ ਰੋਗ ਲੱਗਾ ਹੋਵੇ ਉਹ ਉਹਨੂੰ ਕੀ ਕਹਿੰਦਾ, ਸੰਜਮ ਕੋ ਔਖਦ ਖਵਾਏ ਰੋਗ ਡੰਡ ਹੈ। ਕਹਿੰਦੇ ਉਹਨੂੰ ਇਹ ਕਹਿੰਦਾ ਵੀ ਤੂੰ ਪਰਹੇਜ਼ ਕਰ, ਵੀ ਕੋਈ ਗੱਲ ਨੀ ਆ ਦਵਾਈ ਖਾ, ਪਰਹੇਜ਼ ਕਰ, ਤੂੰ ਠੀਕ ਹੋ ਜਾਊਗਾ। ਉਹਨੂੰ ਬਹੁਤ ਜ਼ਿਆਦਾ ਨਹੀਂ ਉਹ ਦੱਸਦਾ ਕਿ ਤੇਰੇ ਆਹ ਵੱਡੇ ਰੋਗ ਆ, ਕਿਉਂਕਿ ਕਈ ਰੋਗੀ ਤਾਂ ਫਿਰ ਵੈਸੇ ਹੀ ਮਰ ਜਾਣ ਹਨਾ, ਜੇ ਉਹਨਾਂ ਨੂੰ ਦੱਸਿਆ ਜਾਵੇ ਕਿ ਤੇਰਾ ਵੱਡਾ ਰੋਗ ਆ, ਉਹ ਤਾਂ ਵੈਸੇ ਹੀ ਟੈਨਸ਼ਨ ਦੇ ਵਿੱਚ ਚਿੰਤਾ ਦੇ ਵਿੱਚ ਮਰ ਜਾਣ। ਇਸ ਕਰਕੇ ਉਹਨੂੰ ਰੋਗ ਬਾਹਲਾ ਵਿਸਥਾਰ ਨਾਲ ਨਹੀਂ ਦੱਸਦਾ, ਉਹ ਉਹਨੂੰ ਕਹਿੰਦਾ ਵੀ ਤੂੰ ਪਰਹੇਜ਼ ਕਰ ਤੇ ਨਾਲ ਦਵਾਈ ਖਾ। ਤੇ ਅੱਗੇ ਮਾਰੇ ਕਹਿੰਦੇ ਜੈਸੇ ਭੂਲ ਚੂਕ ਚਟਿਆ ਕੀ ਨਾ ਵਿਚਾਰੈ ਪਾਧਾ। ਕਹਿੰਦੇ ਹੁਣ ਜਿਹੜਾ ਚਾਟੜਾ ਹੁੰਦਾ ਆ, ਜਿਹੜਾ ਵਿਦਿਆਰਥੀ ਹੁੰਦਾ ਆ, ਉਹ ਜੇ ਭੁੱਲ ਬਾਰ-ਬਾਰ ਕਰਦਾ ਵੀ ਆ ਤੇ ਜਿਹੜਾ ਟੀਚਰ ਆ ਪਾਧਾ ਆ ਉਹਦੀ ਬਾਰ-ਬਾਰ ਭੁੱਲ ਨੂੰ ਚਿਤਾਰਦਾ ਨਹੀਂ, ਕਿਉਂਕਿ ਜੇ ਉਹ ਬਾਰ-ਬਾਰ ਉਹਦੀ ਭੁੱਲ ਚਿਤਾਰੀ ਜਾਊਗਾ ਉਹਦਾ ਕੌਨਫੀਡੈਂਸ ਹੀ ਲੋ ਹੋ ਜਾਣਾ, ਉਹਨੇ ਉਹ ਗਲਤੀ ਨੂੰ ਸਿੱਖਣਾ ਨਹੀਂ। ਉਹ ਉਹਨੂੰ ਪਿਆਰ ਨਾਲ ਬਾਰ-ਬਾਰ ਸਮਝਾਉਂਦਾ। ਕਹਿੰਦੇ ਕਹਿ ਕਹਿ ਸਿੱਖਿਆ ਮੂਰਖਤ ਮੱਤ ਖੰਡ ਹੈ। ਕਹਿੰਦੇ ਉਹਦੀ ਜਿਹੜੀ ਅੰਦਰਲੀ ਮੂਰਖਤਾ ਦੀ ਮੱਤ ਆ ਉਹ ਨਾ ਬਾਰ-ਬਾਰ ਉਹਨੂੰ ਪਿਆਰ ਦੇ ਨਾਲ ਉਹਨੂੰ ਜਿਵੇਂ ਕਹਿ ਲਓ ਕਿ ਫੀਡਬੈਕ ਦੇ ਕੇ ਹਨਾ, ਵੀ ਤੂੰ ਇੱਥੋਂ ਏਦਾਂ ਨਿਕਲ ਜਾ, ਤੂੰ ਆਹ ਕਰ ਲਾ, ਤੂੰ ਇਸ ਤਰੀਕੇ ਦੇ ਨਾਲ ਕਰ ਲਾ, ਇਸ ਤਰੀਕੇ ਦੇ ਨਾਲ ਉਹ ਲੈਸਨ ਦਿੰਦਾ। ਵੀ ਉਹ ਵਿਦਿਆਰਥੀ ਨੂੰ ਪਤਾ ਵੀ ਨਹੀਂ ਚੱਲਦਾ ਤੇ ਉਹਦੇ ਅੰਦਰ ਉਹ ਮੂਰਖਤਾ ਨਿਕਲ ਕੇ ਉਹ ਕਦੋਂ ਉਹ ਵਧੀਆ ਸਿੱਖਿਆ ਲੈ ਲੈਂਦਾ ਉਹਨੂੰ ਵੀ ਨਹੀਂ ਪਤਾ ਚੱਲਦਾ। ਇਸ ਤਰੀਕੇ ਨਾਲ ਪਿਆਰ ਨਾਲ ਸਿੱਖਿਆ ਦੇ ਕੇ, ਐਗਜ਼ਾਮਪਲਸ ਦੇ ਕੇ, ਮੋੜ ਕੇ। ਕਹਿੰਦੇ ਇਸੇ ਤਰੀਕੇ ਦੇ ਨਾਲ ਤੈਸੇ ਪੇਖ ਔਗਣ ਕਹਿ ਨਾ ਸਤਿਗੁਰ ਕਾਹੂ। ਕਹਿੰਦੇ ਮਾਲਕ ਸਾਡੇ ਔਗਣਾਂ ਨੂੰ ਦੇਖ ਕੇ ਸਾਨੂੰ ਚਿਤਾਰਦੇ ਨਹੀਂ ਹੈਗੇ। ਕਹਿੰਦੇ ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਪ੍ਰੈਕਟੀਕਲ ਕਰਵਾਉਂਦੇ ਆ ਸਾਡਾ, ਪੂਰਨ ਵਿਵੇਕ ਦੇਣ ਦੇ ਲਈ ਪ੍ਰਚੰਡ ਪ੍ਰੈਕਟੀਕਲ ਦ੍ਰਿੜ ਕਰਵਾਉਂਦੇ ਆ ਸਾਡੀ ਸੁਰਤੀ ਨੂੰ, ਬੜੇ ਹੀ ਪਿਆਰ ਦੇ ਨਾਲ ਸਾਨੂੰ ਅਵਗੁਣਾਂ ਚੋਂ ਵੀ ਕੱਢਦੇ ਆ ਤੇ ਨਾਲ ਸਾਨੂੰ ਉਧਰਲਾ ਗਿਆਨ ਦੇ ਕੇ ਪ੍ਰਚੰਡ ਕਰਵਾ ਕੇ ਪ੍ਰੈਕਟੀਕਲੀ ਸਾਡਾ ਮਨ ਆਪ ਹੀ ਮਨਾ ਲੈਂਦੇ ਆ। ਸੋ ਗੁਰਮੁਖ ਪਿਆਰਿਓ, ਜੇ ਸਾਨੂੰ ਕੋਈ ਕਹਿੰਦਾ ਨਾ ਵੀ ਮਾਲਕ ਨੇ ਸਜ਼ਾ ਦਿੱਤੀ, ਠੀਕ ਹੈ ਜੀ, ਜਾਂ ਮਾਲਕ ਨੇ ਸਾਡੇ ਤੇ ਬਹੁਤ ਬੁਰਾ ਕਰ ਦਿੱਤਾ, ਤੇ ਦੇਖੋ ਅਸੀਂ ਗੁਰਬਾਣੀ ਗੁਰੂ ਤੋਂ ਭੇਦ ਲੈਣਾ ਤੇ ਮਹਾਰਾਜ ਸਾਨੂੰ ਐਗਜ਼ਾਮਪਲ ਸਾਡੇ ਵਿੱਚੋਂ ਦੇ ਰਹੇ ਨੇ, ਤਰਲੋਕੀ ਦੇ ਵਿੱਚੋਂ, ਤਾਂ ਕਿ ਸਾਨੂੰ ਸਮਝ ਦੇ ਵਿੱਚ ਆ ਜਾਣ ਕਿ ਜੋ ਇਹ ਆਪਾਂ ਆਪਦੀ ਮਤ ਦੇ ਨਾਲ ਮਾਲਕ ਨੂੰ ਸਮਝਦੇ ਆ, ਮਾਲਕ ਇਹੋ ਜਿਹੇ ਨਹੀਂ ਹੈਗੇ। ਮਾਲਕ ਜਿੰਨਾ ਪਿਆਰ ਸਾਨੂੰ ਇੱਥੇ ਕੋਈ ਕਰ ਹੀ ਨਹੀਂ ਸਕਦਾ। ਦੇਖੋ ਕਿੰਨਾ ਅਥਾਹ ਵੱਡਾ ਸਮੁੰਦਰ ਹੋਊਗਾ ਪਿਆਰ ਦਾ, ਜਿਹਦੇ ਵਿੱਚੋਂ ਇੱਕ ਬੂੰਦ ਟਾਈਪ ਸਾਨੂੰ ਦੇ ਕੇ ਉਹਨੇ ਭੇਜਿਆ, ਸਾਡੇ ਅੰਦਰ ਉਹ ਪਿਆਰ ਪੈਦਾ ਕੀਤਾ, ਇੱਕ ਬੂੰਦ ਟਾਈਪ, ਠੀਕ ਆ ਜੀ। ਉਹ ਵੱਡੇ ਨੇ, ਅਥਾਹ ਉੱਚਾ, ਮਾਲਕ ਅਥਾਹ ਆ, ਬੇਅੰਤ ਆ, ਠੀਕ ਆ ਜੀ। ਤੇ ਸਾਨੂੰ ਉਹਨੇ ਆਪ ਦੇ ਵਿੱਚੋਂ ਪੈਦਾ ਕੀਤਾ, ਇੱਕ ਜੋਤ ਰੂਪ, ਇੱਕ ਬੂੰਦ ਸਾਡੇ ਅੰਦਰ ਉਹ ਪੈਦਾ ਕੀਤੀ, ਤੇ ਦੇਖੋ ਅਸੀਂ ਉਹਨੂੰ ਪਿਆਰ ਕਰਨ ਦੇ ਕਾਬਿਲ ਬਣ ਗਏ। ਹੁਣ ਜਿਹੜੀਆਂ ਸੁਰਤੀਆਂ ਪ੍ਰੈਕਟੀਕਲ ਕਰਦੀਆਂ ਨੇ, ਜਿਹੜੇ ਮਾਲਕ ਨਾਲ ਜਿਨ੍ਹਾਂ ਦੀ ਪ੍ਰੀਤ ਆ, ਜਿਨ੍ਹਾਂ ਦਾ ਪਿਆਰ ਆ, ਉਹ ਇਸ ਚੀਜ਼ ਨੂੰ ਬੜੇ ਭਲੀ ਭਾਂਤ ਸਮਝ ਸਕਦੇ ਆ ਵੀ ਦੇਖੋ ਇੱਕ ਬੂੰਦ, ਇੱਕ ਸਿਰਫ ਛੋਟੀ ਜਿਹੀ ਨੰਨੀ ਜਿਹੀ ਬੂੰਦ ਮਾਲਕ ਦੇ ਨਾਲ ਪਿਆਰ ਕਰਦੀ ਤੇ ਉਹ ਆਪਣੇ ਆਪ ਨੂੰ ਕਿੰਨਾ ਵਡਭਾਗਾ, ਕਿੰਨਾ ਉਹ ਆਨੰਦਮਈ ਮਹਿਸੂਸ ਕਰਦੀ, ਤੇ ਉਹ ਮਾਲਕ ਦਾ ਅਥਾਹ ਪਿਆਰ ਕਿਹੋ ਜਿਹਾ ਉਹ ਸਮੁੰਦਰ ਉਹ ਪਿਆਰ ਦਾ ਹੋਊਗਾ। ਸੋ ਇਸ ਕਰਕੇ ਅਸੀਂ ਆਪਣੇ ਆਪ ਨੂੰ ਮਨਾਉਣਾ ਆ, ਅਸੀਂ ਮਨਾਉਣਾ ਆ ਗੁਰਬਾਣੀ ਗੁਰੂ ਦਾ ਸਹਾਰਾ ਲੈ ਕੇ। ਅਸੀਂ ਗੁਰਮੁਖਾਂ ਦੀਆਂ ਕਥਾ ਵੀ ਸੁਣਨੀਆਂ ਆ, ਮਾਲਕ ਨੂੰ ਜੋਦੜੀਆਂ ਬੇਨਤੀਆਂ ਵੀ ਕਰਨੀਆਂ, ਤੇ ਨਾਲ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਨਾ, ਕਿਉਂਕਿ ਜਦੋਂ ਗੁਰਬਾਣੀ ਮੋਹਰ ਲਾ ਦਿੰਦੇ ਨਾ ਗੁਰਬਾਣੀ ਗੁਰੂ, ਤੇ ਫਿਰ ਅਸੀਂ ਬਿਲਕੁਲ ਮਨ ਸਾਡਾ ਮੰਨ ਜਾਂਦਾ। ਅਸੀਂ ਪ੍ਰੈਕਟੀਕਲੀ ਆਪ ਜੀ ਦੇ ਨਾਲ ਵਿਚਾਰ ਕਰ ਰਹੇ ਵੀ ਬਿਲਕੁਲ ਸਾਡਾ ਜੋ ਮਨ ਹੈ ਉਸ ਪੁਆਇੰਟ ਨੂੰ ਮੰਨ ਜਾਂਦਾ।
ਵੀ ਹਾਂਜੀ ਵੀ ਮਹਾਰਾਜ ਵੀ ਇਹ ਗੱਲ ਕਹਿ ਰਹੇ, ਸਾਡਾ ਵੀ ਪ੍ਰੈਕਟੀਕਲ ਇਸ ਤਰੀਕੇ ਨਾਲ ਹੋ ਰਿਹਾ, ਮਾਲਕ ਇਸ ਤਰੀਕੇ ਨਾਲ ਸਾਨੂੰ ਜਣਾ ਰਿਹਾ। ਫਿਰ ਸਾਡੇ ਅੰਦਰ ਇੱਛਾ ਹੁੰਦੀ ਵੀ ਹੋਰ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਪੜ੍ਹੀਏ, ਕਿ ਦੇਖੀਏ ਮਹਾਰਾਜ ਹੋਰ ਕੀ ਕਹਿ ਰਿਹਾ ਮਹਾਰਾਜ ਬਾਰੇ, ਮਹਾਰਾਜ ਮਾਲਕ ਦੇ ਬਾਰੇ ਵੀ, ਮਾਲਕ ਦੇ ਬਾਰੇ ਫਿਰ ਅਸੀਂ ਗੁਰਬਾਣੀ ਤੋਂ ਭੇਦ ਲੈਂਦੇ ਕਿ ਮਹਾਰਾਜ ਇੰਨੀ ਵੱਡੀ ਗੱਲ ਤੁਸੀਂ ਕਹਿ ਰਹੇ। ਫਿਰ ਅੰਦਰ ਪਿਆਰ, ਅੰਦਰ ਤੜਫ, ਅੰਦਰ ਚਾਹ ਹੋਰ ਵੱਧਦਾ, ਹੋਰ ਪਿਆਰ ਲੈਣ ਲਈ, ਕਿਉਂਕਿ ਸਾਨੂੰ ਕਦੇ ਵੀ ਰੱਜ ਨਹੀਂ ਆ ਸਕਦਾ, ਕਿਉਂਕਿ ਮਾਲਕ ਹੈ ਹੀ ਇੰਨੇ ਅਥਾਹ ਆ ਕਿ ਸਾਨੂੰ ਕਦੇ ਰੱਜ ਆਉਂਦਾ ਹੀ ਨਹੀਂ। ਮਾਲਕ ਦਾ ਪਿਆਰ ਹੀ ਇਹੋ ਜਿਹਾ ਆ ਕਿ ਅਸੀਂ ਹੋਰ ਹੋਰ, ਕਿਉਂਕਿ ਮਾਲਕ ਦਾ ਅੰਤ ਨਹੀਂ ਨਾ ਪਾਇਆ ਜਾ ਸਕਦਾ ਕਦੇ ਵੀ। ਉਹ ਪਿਆਰ ਸਾਨੂੰ ਹੋਰ ਗੂੜਾ, ਹੋਰ ਗੂੜਾ। ਉਹ ਕਿਵੇਂ ਹੋਊਗਾ? ਜਦੋਂ ਅਸੀਂ ਇਹਨੂੰ ਟਾਈਮ ਦੇਵਾਂਗੇ, ਸਮਾਂ ਦੇਵਾਂਗੇ, ਔਰ ਆਪਣਾ ਆਪ ਖਤਮ ਕਰਕੇ ਅਸੀਂ ਮੰਨ ਜਾਵਾਂਗੇ ਇਸ ਚੀਜ਼ ਦੇ ਲਈ। ਠੀਕ ਹੈ ਜੀ, ਅਸੀਂ ਮਨਾ ਲਵਾਂਗੇ ਆਪਣੇ ਆਪ ਨੂੰ ਕਿ ਵਾਕਿਆ ਹੀ ਇਹ ਮਾਰਗ ਹੈ। ਔਰ ਗੁਰਮੁਖ ਪਿਆਰਿਓ, ਜਦੋਂ ਚੱਲ ਪਏ ਨਾ ਤੇ ਅਸੀਂ ਫਿਰ ਚੀਖ ਚੀਖ ਕੇ ਸਾਰੀ ਦੁਨੀਆ ਨੂੰ ਦੱਸਾਂਗੇ, ਹਰ ਇੱਕ ਤੇ ਤਰਸ ਆਊਗਾ। ਵੀ ਗੁਰਮੁਖ ਪਿਆਰਿਓ, ਜੇ ਸਾਨੂੰ ਕੋਈ ਗਾਲਾਂ ਵੀ ਕੱਢੂਗਾ ਨਾ, ਅੱਗੇ ਕੋਈ ਮੰਦਾ ਸ਼ਬਦ ਵੀ ਬੋਲੂਗਾ ਵੀ ਜਾ ਤੂੰ ਤਾਂ ਵਿਹਲਾ ਆ, ਅਸੀਂ ਉਹਨੂੰ ਵੀ ਇਹ ਗੱਲ ਹੱਥ ਜੋੜ ਜੋੜ ਕਵਾਂਗੇ, ਨਹੀਂ ਵਾਹਿਗੁਰੂ, ਇੱਕ ਵਾਰ ਇਸ ਮਾਰਗ ਤੇ ਚੱਲ ਕੇ ਤਾਂ ਦੇਖੋ। ਇੰਨਾ ਆਨੰਦ ਕਿਸੇ ਹੋਰ ਤੋਂ ਮਿਲਿਆ ਹੀ ਨਹੀਂ, ਤੇ ਨਾ ਕਦੇ ਮਿਲ ਸਕਦਾ। ਤ੍ਰੈ ਗੁਣਾਂ ਦੇ ਵਿੱਚੋਂ ਤਾਂ ਕਦੇ ਵੀ ਨਹੀਂ ਮਿਲ ਸਕਦਾ। ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲ ਹੀ ਉਹ ਆਨੰਦ ਦੀ ਅਵਸਥਾ ਆ। ਤਾਂ ਹੀ ਮਹਾਰਾਜ ਗੁਰਬਾਣੀ ਗੁਰੂ ਚ ਸਾਨੂੰ ਸਾਰਾ ਇਹ ਭੇਦ ਦੇ ਰਹੇ ਨੇ। ਕਦੋਂ ਸਮਝ ਆਊਗਾ? ਜਦੋਂ ਅਸੀਂ ਆਪਣੇ ਆਪ ਦੀ ਪਛਾਣ ਕਰਾਂਗੇ, ਜਦੋਂ ਅਸੀਂ ਵਾਕਿਆ ਹੀ ਆਪਣੇ ਆਪ ਦੀ ਪਛਾਣ ਕਰਕੇ ਆਪਣਾ ਮਨ 100% ਮਨਾ ਲਵਾਂਗੇ ਕਿ ਵਾਕਿਆ ਹੀ ਵੀ ਅਸੀਂ ਤੁਰੀਏ ਤਾਂ ਸਹੀ। ਕਿਉਂਕਿ ਇਹ ਗਰੰਟੀ ਆ, ਗੁਰਬਾਣੀ ਗੁਰੂ ਜੀ ਇਸ ਗੱਲ ਨੂੰ ਸਿੱਧ ਕਰਦੇ ਨੇ, ਸਤਿਗੁਰ ਮੋਹਰ ਲਾਉਂਦੇ ਨੇ ਵੀ ਜਿਹੜਾ ਤੁਰ ਪਿਆ ਨਾ, ਉਹ ਕਦੇ ਵੀ ਮਿਲਾਪ ਤੋਂ ਬਿਨਾਂ ਨਹੀਂ ਰਹਿ ਸਕਦਾ, ਉਹਨੂੰ ਮਿਲਾਪ ਹੋਣਾ ਹੀ ਹੋਣਾ ਆ। ਜਿਹੜਾ ਮੰਨ ਗਿਆ, ਜਿਹਦੇ ਅੰਦਰ ਇਹ ਪਿਆਰ ਰੰਗ ਪੈਦਾ ਹੋ ਗਿਆ, ਉਹ ਮੰਨ ਲਓ, ਇਹ ਵਿਸ਼ਵਾਸ ਕਰ ਲਓ, ਕਿਉਂਕਿ ਕਾਲ ਸਾਡੇ ਨਾਲ ਸ਼ਰਾਰਤ ਕਰਕੇ ਸਾਨੂੰ ਡਲਾ ਕੇ ਫਿਰ ਇਹ ਕਹਿ ਦਿੰਦਾ ਵੀ ਨਹੀਂ ਮੇਰਾ ਨਹੀਂ ਮਿਲਾਪ ਹੋ ਸਕਦਾ, ਜਾਂ ਮੇਰੀ ਨਹੀਂ ਕਹਾਣੀ ਬਣ ਸਕਦੀ, ਇਹ ਦੂਸਰਿਆਂ ਦੇ ਲਈ ਆ। ਨਹੀਂ ਵਾਹਿਗੁਰੂ, ਇਹ ਮੰਨ ਲਓ, ਆਪਣੇ ਮਨ ਨੂੰ ਮਨਾ ਲਓ ਕਿ ਮਾਲਕ ਨੇ ਮਿਲਣਾ ਹੀ ਮਿਲਣਾ ਆ, ਜੇ ਸਾਡਾ ਮਨ ਮੰਨ ਗਿਆ, ਜੇ ਸਾਡੇ ਅੰਦਰ ਭਰੋਸਾ ਪੈਦਾ ਹੋ ਗਿਆ, ਜੇ ਸਾਡੇ ਅੰਦਰ ਪਿਆਰ ਪੈਦਾ ਹੋ ਗਿਆ। ਇਹ ਤਾਂ ਪ੍ਰੀਤ ਵਾਹਿਗੁਰੂ ਗੂੜੀ ਹੁੰਦੀ ਜਾਊਗੀ, ਗੂੜੀ, ਹਰ ਰੋਜ਼, ਹਰ ਪਲ, ਹਰ ਛਿਣ, ਜਿੰਨਾ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਦੀ ਆਵਾਜ਼ ਨਾਮ ਨੂੰ ਸੁਣਦੇ ਜਾਵਾਂਗੇ, ਨਾਮ ਦੇ ਨਾਲ ਲੱਗਦੇ ਜਾਵਾਂਗੇ, ਨਾਮ ਨੂੰ ਦ੍ਰਿੜ ਕਰਦੇ ਜਾਵਾਂਗੇ ਗੁਰਮੁਖ ਪਿਆਰਿਓ। ਕਿਉਂਕਿ ਹਰ ਪ੍ਰੈਕਟੀਕਲ ਜੋ ਵੀ ਇਸ ਰਸਤੇ ਤੇ ਸਾਡੇ ਨਾਲ ਹੋਣਾ, ਨਾਮ ਦੇ ਨਾਲ ਹੀ ਹੋਣਾ, ਨਾਮ ਦੇ ਆਧਾਰ ਤੇ ਹੀ ਹੋਣਾ, ਨਾਮ 'ਚ ਸਮਾ ਕੇ ਹੀ ਹੋਣਾ। ਸੋ ਜਿੰਨਾ ਅਸੀਂ ਨਾਮ ਨਾਲ ਪਿਆਰ ਕਰਦੇ ਜਾਵਾਂਗੇ, ਦ੍ਰਿੜ ਕਰਦੇ ਜਾਵਾਂਗੇ, ਓਨਾ ਹੀ ਸਾਡੀ ਅੰਦਰ ਹੋਰ 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 ਰੰਗ ਜਿਹੜਾ ਉਹ ਗੂੜਾ ਹੁੰਦਾ ਜਾਊਗਾ। ਸਾਨੂੰ ਉਹ ਰਸ ਆਉਣਾ ਸ਼ੁਰੂ ਹੋ ਜਾਊਗਾ, ਜਿਸ ਰਸ ਦੀ, ਜਿਸ ਅੰਮ੍ਰਿਤ ਦੀ ਇਸ ਬ੍ਰਹਮ ਦੇ ਵਿੱਚ ਵਰਖਾ ਹੋ ਰਹੀ ਆ ਗੁਰਮੁਖ ਪਿਆਰਿਓ। ਸੋ ਇਹ ਕਦੋਂ ਪੋਸੀਬਲ ਆ? ਉਹ ਕਦੋਂ ਅਸੀਂ ਖਜ਼ਾਨਾ ਲੈ ਪਾਵਾਂਗੇ ਉਹ ਦਾਤਾਂ? ਜਦੋਂ ਅਸੀਂ ਆਪਣੇ ਆਪ ਨੂੰ ਮਨਾ ਕੇ ਪੇਸ਼ ਹੋ ਜਾਵਾਂਗੇ ਦਰ ਤੇ। ਕਿਉਂਕਿ ਉੱਥੇ ਵਰਤ ਰਿਹਾ ਲਗਾਤਾਰ, ਨਿਰੰਤਰ ਇਸ ਬ੍ਰਹਿਮੰਡ ਦੇ ਵਿੱਚ ਨਾਮ ਚੱਲ ਰਿਹਾ ਲਗਾਤਾਰ। ਸਾਨੂੰ ਨਹੀਂ ਸੁਣਦਾ, ਲਗਾਤਾਰ ਬ੍ਰਹਮ ਵਰਖਾ ਹੋ ਰਹੀ, ਅੰਮ੍ਰਿਤਮਈ ਵਰਖਾ ਹੋ ਰਹੀ। ਕਿਉਂ ਨਹੀਂ ਅਸੀਂ ਭਿੱਜ ਰਹੇ? ਕਿਉਂ ਨਹੀਂ ਅਸੀਂ ਪੀ ਰਹੇ ਅੰਮ੍ਰਿਤ? ਕਿਉਂਕਿ ਅਸੀਂ ਮੰਨਦੇ ਨਹੀਂ, ਸਾਡੇ ਅੰਦਰ ਸ਼ੰਕਾ ਆ, ਸੈਂਸੇ ਆ। ਠੀਕ ਆ ਜੀ। ਤੇ ਮਾਰੇ ਕਹਿੰਦੇ ਉਹ ਦੂਰ ਵੀ ਹੁਣ ਉਹਦੀ ਬੜੀ ਹੀ ਸਰਲ ਬੇਸਿਕ ਤਰੀਕੇ ਨਾਲ, ਕਿਉਂਕਿ ਮਾਲਕ ਨਾਲ ਮਿਲਾਪ ਕਰਨਾ ਕੋਈ ਕੰਪਲੀਕੇਟਡ ਨਹੀਂ। ਜੇ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਹੁਕਮ ਨੂੰ ਮੰਨਦੇ ਹਾਂ, ਅਸੀਂ ਹੁਕਮ 'ਚ ਰਹਿੰਦੇ ਹਾਂ, ਅਸੀਂ ਉਸ ਹੁਕਮ ਨੂੰ ਮੰਨਦੇ ਹਾਂ, ਜੋ ਜੋ ਮਹਾਰਾਜ ਸਾਨੂੰ ਕਹਿ ਰਹੇ ਨੇ ਅਸੀਂ ਉਹ ਕਰਦੇ ਜਾਂਦੇ ਹਾਂ। ਮਹਾਰਾਜ ਕਹਿੰਦੇ ਗੁਰਮੰਤਰ ਤੋਂ ਸਟਾਰਟ ਕਰੋ, ਆਪਣੀ ਜੋ ਪੌਣ ਹੈ ਉਹਨੂੰ ਸਮ ਕਰੋ। ਤੁਹਾਡੇ ਜੋ ਸਵਾਸ ਨੇ ਉਹ ਬਿਖਰੇ ਹੋਏ ਨੇ, ਉਹਦੀ ਪੌਣ ਸਮ ਹੋ ਜਾਊਗੀ ਜਦੋਂ, ਤੇ ਅਸੀਂ ਦਰ ਤੇ ਬੈਠਣਾ ਸ਼ੁਰੂ ਕਰਾਂਗੇ, ਸਾਨੂੰ ਸੁੱਖ ਮਿਲੂਗਾ। ਉੱਥੇ ਸਾਡੇ ਮਨ ਦੀ ਮੈਲ ਉਤਰਨੀ ਸ਼ੁਰੂ ਹੋ ਜਾਊਗੀ। ਫਿਰ ਮਾਲਕ ਕਿਰਪਾ ਕਰਕੇ ਸਾਨੂੰ ਸਤ ਸੰਗਤ, ਸਾਧੂਆਂ ਦੀ ਸੰਗਤ, ਸਾਦੇ ਹੋਏ ਮਨਾਂ ਦੀ। ਸਾਧੂ ਦਾ ਮਤਲਬ ਕੋਈ ਆਕਾਰ ਨਹੀਂ। ਠੀਕ ਆ ਜੀ, ਵੀ ਕਿਸੇ ਸਾਧੂ ਦੇ ਡੇਰੇ ਤੇ ਜਾਣ ਦੀ ਲੋੜ ਆ? ਨਹੀਂ ਗੁਰਮੁਖ ਪਿਆਰਿਓ, ਸਾਦੇ ਹੋਏ ਮਨ ਦਾ ਉਪਦੇਸ਼ ਸੁਣ ਕੇ ਕਮਾਉਣਾ ਹੀ ਸਾਧੂ ਦੀ ਸੰਗਤ ਆ। ਜੇ ਨਹੀਂ ਕਮਾਇਆ, ਅਸੀਂ ਉੱਥੇ ਜਾ ਕੇ ਵੀ ਨੁਕਸ ਕੱਢਦੇ ਰਹੇ, ਫੇਰ ਨਹੀਂ ਗੱਲ ਬਣਨੀ। ਅਸੀਂ ਕਮਾਉਣੇ ਆ ਉਹ ਬਚਨ, ਉਹ ਅਗੰਮ ਦੀ ਬਾਣੀ ਜੋ ਡਾਇਰੈਕਟ ਸਾਨੂੰ ਗੁਰਮੁਖਾਂ ਦੇ ਮੂੰਹੋਂ ਮਾਲਕ ਦੇ ਵੱਲੋਂ ਦਿੱਤੀ ਜਾਂਦੀ। ਕਿਉਂਕਿ ਮਾਲਕ ਰੋਜ਼ ਉਪਦੇਸ਼ ਕਰਦੇ ਆ ਸਾਨੂੰ ਆਪ ਹੀ,
ਕਿਉਂਕਿ ਮਾਲਕ ਨੂੰ ਸਾਡਾ ਬਹੁਤ ਜ਼ਿਆਦਾ ਸਾਡੇ ਨਾਲ ਪਿਆਰ ਆ, ਸਾਡਾ ਫਿਕਰ ਆ, ਜੋ ਚਾਹੁੰਦੇ ਆ ਵੀ ਅਸੀਂ ਇਹ ਤ੍ਰੈ ਗੁਣਾਂ ਚੋਂ ਨਿਕਲੀਏ, ਉਦਮ ਕਰੀਏ। ਸੋ ਇਸ ਕਰਕੇ ਹੁਕਮ ਨੂੰ ਅਸੀਂ ਜਦੋਂ ਮੰਨਦੇ ਹਾਂ, ਸਾਧੂਆਂ ਦੀ ਫਿਰ ਮਾਰੇ ਕਹਿੰਦੇ ਕਿ ਜਿਵੇਂ ਖੁਰਪੇ ਦੇ ਨਾਲ ਅਸੀਂ ਘਾਹ ਖੋਤਦੇ ਹਾਂ, ਏਦਾਂ ਸਾਡੀ ਮੈਲ ਉਤਰਦੀ ਆ ਮਨ ਤੋਂ। ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਪੰਕਤੀ ਨਹੀਂ ਯਾਦ, ਪਰ ਅਸੀਂ ਤੁਹਾਨੂੰ ਮੀਨਿੰਗ ਦੱਸਦੇ ਵੀ ਇਸ ਤਰੀਕੇ ਦੇ ਨਾਲ ਸਾਡੇ ਮਨ ਦੀ ਜਿਹੜੀ ਮੈਲ ਆ ਉਹ ਉਤਰ ਜਾਂਦੀ ਆ। ਤੇ ਅੱਗੇ ਗੁਰਮੁਖ ਪਿਆਰਿਓ, ਜਦੋਂ ਮਾਲਕ ਕਿਰਪਾ ਕਰਦੇ ਆ, ਕਿਉਂਕਿ ਅਸੀਂ ਨਾਮ ਤਾਂ ਸਾਨੂੰ ਮਿਲਿਆ ਹੋਇਆ, ਸਾਨੂੰ ਦੇ ਕੇ ਭੇਜਿਆ ਸੀ, ਅਸੀਂ ਹੀ ਭਰਮ ਦੇ ਵਿੱਚ ਆ ਕੇ ਮੈਲ ਦੇ ਥੱਲੇ ਇੰਨਾ ਦੱਬ ਗਏ ਵੀ ਜਦੋਂ ਉਹ ਗੁਰਮੰਤਰ ਦੇ ਦੁਆਰਾ ਬਾਰ-ਬਾਰ ਦਰ ਤੇ ਬੈਠ ਕੇ ਗੁਰਮੰਤਰ ਕਰਦੇ, ਜੋਦੜੀਆਂ ਕਰਦੇ, ਬੇਨਤੀਆਂ ਕਰਦੇ, ਮੈਲ ਉਤਰ ਜਾਂਦੀ ਆ। ਫਿਰ ਨਾਮ ਜੋ ਸਾਡੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੀ ਦੇਹ ਦੇ ਅੰਦਰ ਹੀ ਇਹ ਗੁਪਤਾ ਕਿਉਂ, ਕਿਉਂਕਿ ਅਸੀਂ ਜਦੋਂ ਸੋਝੀ ਲਵਾਂਗੇ ਨਾ, ਮੈਲ ਉਤਰੂਗੀ, ਫਿਰ ਉਹ ਪ੍ਰਗਟ ਹੋ ਜਾਊਗਾ ਆਪਣੇ ਆਪ। ਠੀਕ ਆ ਜੀ, ਜਦੋਂ ਦਰ ਤੇ ਬੈਠਾਂਗੇ ਤੇ ਸਹਿਜ ਸੁਭਾਈ ਮਾਲਕ ਦੇ ਵੱਲੋਂ ਫਿਰ ਸਾਨੂੰ ਨਾਮ ਦਾ ਦਾਨ ਦਿੱਤਾ ਜਾਊਗਾ। ਫਿਰ ਨਾਮ 'ਚ ਸਮਾ ਕੇ ਜੋ ਨਾਮ ਦਾ ਤੀਰਥ ਲੱਗਾ ਹੋਇਆ ਸਾਡੇ ਅੰਦਰ, ਸਾਡੀ ਸੁਰਤੀ ਨਾਮ ਦੇ ਦੁਆਰਾ ਧੋਊਗੀ ਆਪਣੀ ਮੈਲ। ਤੇ ਗੁਰਮੁਖ ਪਿਆਰਿਓ, ਜਦੋਂ ਸੁਰਤੀ ਬਾਰ ਸੰਗਤ ਕਰਨੀ ਹੈ, ਕਥਾ ਸੁਣਨੀ ਹੈ, ਸਿਮਰਨ ਕਰਨਾ, ਮਾਲਕ ਨੂੰ ਨੇੜੇ ਨੇੜੇ ਸਮਝ ਕੇ ਸਿਮਰਨ ਕਰਨਾ, ਮਾਲਕ ਦਾ ਸਿਮਰਨ ਭਾਵ ਚੇਤਾ ਹਰ ਪਲ ਆਪਣੇ ਮਨ ਨੂੰ ਮਨਾਉਂਦੇ ਹੀ ਰਹਿਣਾ। ਇਹਨੂੰ ਆਪੇ ਆਪਣਾ ਆਪਣੇ ਹੱਥੀ ਆਪਣਾ ਆਪੇ ਕਾਜ ਸਵਾਰੀਏ, ਆਪੇ ਹੀ ਕਾਜ ਸਵਾਰੀ ਜਾਣਾ, ਇਹਨੂੰ ਆਪ ਹੀ ਹਰ ਪਲ ਮਨਾਈ ਜਾਣਾ ਕਿ ਇਹ ਸਿੱਖ ਜਾਵੇ, ਆਪਣੇ ਆਪ ਇਹ ਸਿੱਖ ਜਾਵੇ। ਜੋ ਸੁਰਤੀ ਦਾ ਖੇਡ ਭੁੱਲ ਗਿਆ ਸੀ ਨਾ, 10ਵੇਂ ਦਵਾਰ ਦਾ, ਨਿੱਜ ਘਰ ਦਾ, ਸੂਖ ਮਹਿਲ ਦਾ, ਇਹਨੂੰ ਯਾਦ ਆ ਜਾਵੇ। ਤੇ ਜਦੋਂ ਇਹਨੂੰ ਯਾਦ ਆ ਗਿਆ ਗੁਰਮੁਖ ਪਿਆਰਿਓ, ਫਿਰ ਕਦੇ ਨਹੀਂ ਭੁੱਲੂਗਾ। ਇਸ ਕਰਕੇ ਨਾਮ ਜਿਹੜੇ ਗੁਰਮੁਖਾਂ ਨੂੰ ਸੁਣਦਾ ਵੱਡ ਭਾਗੇ ਆ, ਉਹ ਨਾਮ ਦੀ ਸੇਵਾ ਕਰੋ। ਜਦੋਂ ਨਾਮ ਸੁਣ ਰਹੇ ਆ, ਮੰਨ ਕੇ ਚੱਲੋ, ਗੁਰਬਾਣੀ ਗੁਰੂ ਨੇ ਕਹਿਤਾ ਵੀ ਹੁਣ ਤੁਸੀਂ ਨਾਮ ਸੁਣ ਰਹੇ, ਤੁਹਾਡੇ ਮਨ ਦੀ ਮੈਲ ਉਤਰ ਰਹੀ ਆ, ਤੇ ਉੱਥੇ ਇਸ ਕਰਕੇ ਬੈਠੋ, ਨਾਮ ਸੁਣ ਕੇ ਮਨ ਦੀ ਮੈਲ ਲਾਉਣੀ ਆ। ਤੇ ਫਿਰ ਉਹ ਸੱਚੀ ਮੁੱਚੀ ਸਾਡਾ ਇਸ਼ਨਾਨ ਹੋ ਰਿਹਾ ਨਾਮ ਰੂਪੀ ਤੀਰਥ ਦੇ ਵਿੱਚ, ਤੇ ਸਾਡੀ ਉਹ ਮੈਲ ਜਿਹੜੀ ਆ ਉਹ ਉਤਰ ਰਹੀ ਆ। ਸੋ ਨਾਮ ਨੂੰ ਸੁਣ ਕੇ ਗੁਰਮੁਖ ਪਿਆਰਿਓ, ਨਾਮ ਦੇ ਨਾਲ ਹੀ ਸਾਡਾ ਜਨਮ ਮਰਨ ਖੰਡਨ ਹੋਣਾ, ਨਾਮ ਦੇ ਨਾਲ ਹੀ ਅਸੀਂ ਭਵ ਸਾਗਰ ਤੋਂ ਪਾਰ ਹੋਣਾ, ਨਾਮ ਨਾਲ ਹੀ ਸਾਡਾ ਮਾਲਕ ਦੇ ਨਾਲ ਮਿਲਾਪ ਹੋਣਾ, ਨਾਮ ਨਾਲ ਹੀ ਸਾਡਾ ਨਿੱਜ ਘਰ ਦੇ ਵਿੱਚ ਵਾਸਾ ਹੋਣਾ, ਨਾਮ ਦੇ ਨਾਲ ਹੀ ਮਾਲਕ ਦੇ ਘਰ ਦਾ ਜੋ ਨਿਦਾਨ ਖਜ਼ਾਨਾ ਉਹ ਸਾਨੂੰ ਮਿਲਣਾ, ਤੇ ਨਾਮ ਦੇ ਨਾਲ ਹੀ ਸਾਡਾ ਖੰਡਾਂ ਬ੍ਰਹਿਮੰਡਾਂ ਤੇ ਸਾਡੀ ਸੋਭਾ ਹੋਣੀ ਆ। ਇਹ ਸਿਰਫ ਨਾਮ ਦਾ ਹੀ ਹੈ, ਸਾਰੇ ਦਾ ਸਾਰਾ ਪਸਾਰਾ। ਸੋ ਅਸੀਂ ਨਾਮ ਨੂੰ ਇੰਨਾ ਦ੍ਰਿੜ ਕਰ ਲਈਏ ਕਿ ਸਹਿਜ ਸੁਭਾਏ ਸਾਡੀ ਜਿਹੜੀ ਸੁਰਤੀ ਆ ਉਹ ਨਾਮ ਰੂਪ ਹੋ ਜਾਵੇ ਤੇ ਨਾਮ 'ਚ ਸਮਾਈ ਰਵੇ। ਸੋ ਇਸ ਕਰਕੇ ਇਹ ਸਾਰਾ ਭੇਦ ਜੋ ਵੀ ਇਹ ਵਿਚਾਰ ਆ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਵਿੱਚੋਂ ਕੀਤੀ ਗਈ ਆ। ਗੁਰਮੁਖ ਪਿਆਰਿਓ, ਇਹ ਸਾਰਾ ਭੇਦ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਦਿੱਤਾ ਹੋਇਆ। ਸਾਨੂੰ ਗੁਰਬਾਣੀ ਗੁਰੂ ਦੇ ਵਿੱਚੋਂ ਬਹੁਤ ਗੁਰਬਾਣੀ ਕੰਠ ਨਹੀਂ ਹੈਗੀ, ਪਰ ਜਦੋਂ ਅਸੀਂ ਪੜ੍ਹਦੇ ਹਾਂ ਜਾਂ ਵਿਚਾਰਦੇ ਹਾਂ ਤੇ ਸਾਨੂੰ ਉਹ ਜੋ ਵੀ ਮੀਨਿੰਗ ਜਿਵੇਂ ਮਾਲਕ ਜਣਾਉਂਦੇ ਆ, ਉਹ ਸਾਰਾ ਹੀ ਅਸੀਂ ਵਿਚਾਰ ਇਸ ਤਰੀਕੇ ਦੇ ਨਾਲ ਗੁਰਬਾਣੀ ਗੁਰੂ ਚੋਂ ਮਾਲਕ ਦੇ ਵੱਲੋਂ ਕਰਵਾਈ ਗਈ ਆ। ਸੋ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ, ਜੇ ਨਹੀਂ ਵੀ ਕੰਠ ਹੋ ਰਹੀ, ਪਰ ਸਾਨੂੰ ਪਤਾ ਚੱਲੇ ਵੀ ਮਹਾਰਾਜ ਸਾਨੂੰ ਇਹ ਗੱਲ ਕਹਿ ਰਹੇ ਨੇ, ਸਾਡਾ ਭਰੋਸਾ ਬਣ ਜਾਵੇ, ਸਾਡਾ ਵਿਸ਼ਵਾਸ ਬਣ ਜਾਵੇ ਸਤਿਕਾਰ ਦੇ ਨਾਲ। ਸੋ ਇਹੀ ਸਾਡਾ ਅਸਲ ਕਾਰਜ ਆ। ਇਸੇ ਕਰਕੇ ਮਾਲਕ ਨੇ ਸਾਨੂੰ ਮਨੁੱਖ ਜਨਮ ਦਿੱਤਾ, ਤਾਂ ਜੋ ਅਸੀਂ ਮਿਲਾਪ ਕਰ ਲਈਏ। ਮਿਲਾਪ ਦੇ ਵਿੱਚ ਬਹੁਤ 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 ਆਨੰਦ ਆ, ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਸੋ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਦੇ ਵਿੱਚੋਂ ਆਪਾਂ ਵਿਚਾਰ ਕੀਤੀ ਹੈ। ਗੁਰਬਾਣੀ ਗੁਰੂ ਚੋਂ ਵਿਚਾਰ ਕਰਦਿਆਂ ਹੋਇਆਂ ਸਾਡੇ ਤੋਂ ਬਹੁਤ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ। ਆਪ ਸੰਗਤ ਜੀ ਬਖਸ਼ਣਯੋਗ, ਸਾਡੀਆਂ ਭੁੱਲਾਂ ਨੂੰ ਬਖਸ਼ ਦੇਣਾ ਜੀ, ਸਾਡੀਆਂ ਭੁੱਲਾਂ ਨੂੰ ਨਾ ਚਿਤਾਰਨਾ ਜੀ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਣਯੋਗ ਨੇ, ਸਾਨੂੰ ਬਖਸ਼ ਲੈਣਾ ਜੀ। ਸਾਡੀ ਇੰਨੀ ਕੁ ਹੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।